वाल यौना पान परे मुनाबर हो है कोई अपाए धार के तुम ज्ञान जार सो तास ले हो गहाए। हो है नहीं हैगा, हो रहा है कोई शब्द है। इस तरीके नाल कहंदे ਜਿਹੜੇ ਜਾਲ ਪਾਏ ਉਹਨਾਂ ਨੇ ਸੂਤ ਦੇ, ਕਹਿੰਦੇ ਇਸ ਤਰੀਕੇ ਨਾਲ ਨਾ ਜਾਣਾ ਨਾ ਨਹੀਂ ਉਹਨੇ ਕਾਬੂ ਆਉਣਾ, ਹੱਥ ਆਉਣਾ ਆਪਣੇ। ਹੋਰ ਕੋਈ ਉਪਾਅ ਕਰਨਾ ਚਾਹੀਦਾ ਆਪਾਂ ਨੂੰ, ਕੋਈ ਹੋਰ ਉਪਾਅ ਕਰੀਏ। धार के तुम ज्ञान जार सो तास ले हो गहाए। ਉਹਨੂੰ ਫੜਾ ਲਓ ਤੁਸੀਂ, ਜੇ ਫੜਾਉਣਾ ਚਾਹੁੰਦੇ ਹੋ ਉਹ ਗਿਆਨ ਜਾਲ ਪਾ ਕੇ ਫਿਰ ਫੜਾਓ ਉਹਨੂੰ, ਤਾਂ ਫੜੂਗਾ ਉਹ। ਇਹਨਾਂ ਜਾਲਾਂ ਨਾਲ ਸੂਤ ਦੇ ਜਾਲਾਂ ਨਾਲ ਨਹੀਂ ਉਹਨੇ ਆਉਣਾ ਕਾਬੂ। ज्ञान जार जबे नृप भर डारियो ते बीज। ਜਦੋਂ ਗਿਆਨ ਜਾਲ ਰਾਜੇ ਨੇ ਪਾਇਆ ਉਹਦੇ 'ਚ ਖੀਰ ਸਾਗਰ 'ਚ, ਖੀਰ ਸਾਗਰ ਹਿਰਦੇ ਨੂੰ ਕਹਿੰਦੇ ਨੇ, ਖੀਰ ਸਾਗਰ ਬਾਹਰ ਨਹੀਂ ਹੁੰਦਾ। ਜਿੱਥੋਂ ਅੰਤਰਾਤਮਾ ਦੀ ਆਵਾਜ਼ ਆਉਂਦੀ ਹੈ ਖੀਰ ਸਾਗਰ ਹੈ। ਗੁਰਬਾਣੀ ਨੇ ਉੱਥੇ ਜਾਣਾ, ਗੁਰਬਾਣੀ ਖੀਰ ਹੈ ਨਾ, ਹਿਰਦਾ ਖੀਰ ਸਾਗਰ ਹੈ, ਵੇ ਉੱਥੇ ਜਾਊਗੀ। ਕਾਸ਼ੀ ਤੇ ਤੁਹਾਨੂੰ ਪਜਾਏ, ਤੁਹਾਨੂੰ ਕਾਸ਼ੀ ਜਾਏ। ਖੀਰ ਸਾਗਰ ਕਾਸ਼ੀ 'ਚ ਹੁੰਦਾ, ਇੱਥੇ ਖੀਰ ਸਾਗਰ ਨਹੀਂ ਹੁੰਦੇ, ਇੱਥੇ ਖਾਰੇ ਸਮੁੰਦਰ ਹੁੰਦੇ ਨੇ। ਉਹ ਖੀਰ ਹੈ, ਇਹ ਸਾਗਰ ਖਾਰਾ ਹੈ, ਲੂਣ ਵਾਲਾ। ਉਹ ਖਾਰੀ ਬੀੜ ਤਾਂ ਹੀ ਕਹਿੰਦੇ ਸੀ ਉਹਨੂੰ, ਉਹਦੇ 'ਚ ਮਨਮਤ ਰਲਾਤੀ ਸੀ। ਜਿਹੜੀ ਖਾਰੀ ਬੀੜ ਸੀ ਨਾ, ਖਾਰਾ ਮਤਲਬ ਸੰਸਾਰੀ, ਸੰਸਾਰੀ ਜੋ ਗੱਲ ਹੈ ਇਹਨੂੰ ਖਾਰੀ ਹੋ ਜਾਂਦੀ ਹੈ। ਇਹ ਮਤਲਬ ਹੈ ਕੱਚੀ ਬਾਣੀ, ਖਾਰੀ ਬਾਣੀ ਹੁੰਦੀ ਹੈ। ਮਨੁੱਖਾ ਸਰੀਰ 'ਚੋਂ ਵੀ ਨੂਣ ਨਿਕਲਦਾ, ਖਾਰਾ ਹੁੰਦਾ ਹੈ। ਪਸੀਨੇ 'ਚ ਨੂਣ ਹੁੰਦਾ, ਸਾਲਟ ਘਟਦੇ ਨੇ ਸਾਡੇ 'ਚ। ਗਿਆਨ ਜਾਲ ਜਬੇ ਨ੍ਰਿਪ ਭਰ ਡਾਰਿਓ ਤੇ ਬੀਜ। ਜਦ ਗਿਆਨ ਜਾਲ ਪਾਇਆ ਮਨ ਕਾਬੂ ਆ ਗਿਆ। ਜੇ ਬੀਚ ਆਇਆ, ਮਛਿੰਦਰ ਨਾਥ ਕੀ ਹੈ ਹੁਣ? ਇਹ ਮੱਛ ਹੈ, ਮਾਛੀ ਨਹੀਂ ਹੈ। ਜੇ ਕੋਈ ਜੀ ਬੱਚੇ ਹੁੰਦੇ ਨੇ, ਮੱਛੀ ਦੇ ਪੇਟ 'ਚ ਹੁੰਦਾ ਰਹਿੰਦਾ, ਮੱਛ ਲਿਖਿਆ ਹੋਇਆ। ਫਿਰ ਉੱਥੇ ਵੀ ਮੀਨ ਨੰਨੇ ਨੇ ਔਂਕੜ ਨਾਲ ਲਿਖਿਆ ਹੈ। ਆਦ ਵਿੱਚ ਵੀ ਮੀਨ ਲਿਖਿਆ ਹੈ, ਔਂਕੜ ਨਾਲ ਲਿਖਿਆ ਹੈ। ਇਹ ਨਾ ਕੋਈ ਸਮਝ ਲੈ ਵੀ ਸੱਚੀ ਮੁੱਚੀ ਦੀ ਮੱਛੀ ਹੈ। ਤੂੰ ਜਾਣੇ ਤਾਂ ਜਲ ਕਾ ਮੀਨ। ਹਾਂ, ਜਲ ਕਾ ਮੀਨ ਇਹ ਪੁਲਿੰਗ ਹੀ ਹੈ, ਕਾਰ ਹੈ। ਤੂੰ ਜਲ ਨਦ ਹੋ, ਜਲ ਕਾ ਮੀਨ। ਜਲ ਕਾ ਮੀਨ ਦਾ ਮਤਲਬ ਹੈ ਪੁਲਿੰਗ ਹੈ। ਹਾਂ, ਉਹ ਜਾਣ ਕੇ ਲਿਖਿਆ ਨਾ, ਤਾਂ ਕਿ ਉਹ ਫਿਰ ਵੀ ਇਹਨਾਂ ਨੇ ਤਾਂ ਸੋਚਿਆ ਹੀ ਨਹੀਂ ਕੁਛ। ਉਹਨਾਂ ਨੇ ਜਾਣ ਕੇ ਲਿਖਿਆ ਸੀ ਵੀ ਕਿਤੇ ਗਲਤ ਨਾ ਸਮਝ ਲੈਣ, ਸਮਝ ਫਿਰ ਗਲਤ ਲਿਆ। ਪੇਸ਼ਾਵਰ ਆਦਮੀ ਸੀ ਗਲਤੀ ਕਰਾਉਣ ਵਾਲੇ। ਦੂਜਿਆਂ ਨੇ ਦੇਖਿਆ ਵੀ ਠੀਕ ਹੈ, ਪਰ ਜਿੱਧਰ ਨੂੰ ਲਿਜਾ ਰਿਹਾ ਸਾਨੂੰ ਠੀਕ ਹੈ। ਜੇ ਲਿਜਾਣ ਵਾਲਾ ਹੀ ਧੋਖਾ ਡੁਬਾਉਣ ਵਾਲਾ ਹੋਵੇ, ਜਿਹਦੀ ਮੱਤੇ ਹੋਵੇ ਜਾਏ ਆਪਣੇ ਖਾਣ ਵਾਲੀ, ਤੇ ਉਹਦਾ ਤਾਂ ਫਿਰ ਕੋਈ ਇਲਾਜ ਨਹੀਂ। ਹਾਂਜੀ, ਕੌਣ ਜਾਣ ਗਹੋ ਮੁਨਾਵਰ ਜਾਣ ਦੂਜਬ ਦਧੀਚ। ਉਹ ਐ ਨਹੀਂ ਕਹਿੰਦੇ ਕੰਮ ਆਉਣਾ, ਗਿਆਨ ਦੇ ਜਾਣ ਨਾਲ ਦਧੀਚ ਹੈ। ਦੂਜਾ ਦਧੀਚ ਇੱਕ ਰਿਸ਼ੀ ਦਾ ਨਾਂ ਹੈ। ਪਹਿਲਾਂ ਦਧੀਚ ਹੋਇਆ, ਉਹ ਕਹਿੰਦੇ ਨੇ ਵੀ ਉਹ ਸੀ ਤਾਂ ਕੱਛਪ ਦਾ ਹੀ ਲੜਕਾ। ਉਹ ਦਿੱਤੀ, ਇਹ ਰਾਖਸ਼ ਮੰਨੇ ਦਧੀਚ ਨੂੰ। ਅਸਲ 'ਚ ਰਾਖਸ਼ ਨਹੀਂ ਹੈ ਇਹ। ਕਦਰੂ ਬਣਤਾ ਦਿੱਤੀ ਦਿੱਤੇ, ਇਹ ਰਿਖ ਬਰੀ ਬਣਾਏ। ਨਾਗ ਨਾਗ ਰਿਪ ਦੇਵ ਦੈਂ ਤੇ ਸਭ ਲੈ ਉਪਜਾਏ। ਉੱਥੋਂ ਇਹ ਆਇਆ। ਇਹ ਰਾਖਸ਼ ਉਹਨੂੰ ਕਹਿੰਦੇ ਨੇ ਜਿਹਦੇ ਸਾਹਮਣੇ ਇੰਦਰ ਭੱਜ ਜਾਵੇ। ਉਹ ਦੇਵਤੇ ਨੇ ਜਿਹੜੇ ਅਸਲ 'ਚ ਸਾਬਤ ਇਹ ਹੋ ਜਾਣਾ ਵੀ ਰਾਖਸ਼ ਸਭ ਤੋਂ ਵੱਡਾ ਪੰਡਤ ਹੈ। ਬ੍ਰਾਹਮਣ ਦੇਵਤਾ, ਪੰਡਤ ਰਾਖਸ਼ ਹੈ। ਜਿਹੜਾ ਵੇਦ ਵਿਦਿਆ ਨੂੰ ਪੜ੍ਹਾਉਂਦਾ ਹੈ, ਵੇਦ ਦੀ ਕਥਾ ਨੂੰ ਪ੍ਰਚਾਰ ਕਰਦਾ ਹੈ, ਵੇਦ ਨੂੰ ਅੱਗੇ ਲਿਆਉਂਦਾ ਹੈ,
ਉਹ ਦੇਵਤਾ। ਜਿਹੜਾ ਜੀਵਨ ਮੁਕਤ ਅਵਸਥਾ ਦੀ ਗੱਲ ਕਰਦਾ, ਜੀਵਨ ਮੁਕਤ ਅਵਸਥਾ ਦਾ ਪ੍ਰਚਾਰ ਕਰਦਾ, ਉਹ ਦੇਵਤਾ। ਕੁਝ ਦਿੰਦਾ ਇਹਨਾਂ ਲੋਕਾਂ ਨੂੰ ਉਹ ਬ੍ਰਾਹਮਣ। ਬ੍ਰਾਹਮਣ ਦੇਵਤਾ ਹੀ ਹੁੰਦਾ। ਪੰਡਤ ਦੇਵਤਾ ਨਹੀਂ ਹੁੰਦਾ ਕਦੇ। ਪੰਡਤ ਨਾਲ ਦੇਵਤਾ ਨਹੀਂ ਲੱਗਦਾ ਕਦੇ। ਬ੍ਰਾਹਮਣ ਨਾਲ ਦੇਵਤਾ ਲੱਗਿਆ ਹੈ। ਬ੍ਰਾਹਮਣ ਹੁੰਦਾ ਹੀ ਦੇਵਤਾ। ਜੇ ਦੇਵਤਾ ਨਹੀਂ ਹੈ ਬ੍ਰਾਹਮਣ ਤਾਂ ਉਹ ਫਿਰ ਰਾਖਸ਼ ਹੈ। ਹੋਰ ਕੀ ਹੈ ਫਿਰ? ਰਾਖਸ਼ ਬ੍ਰਾਹਮਣ ਨਾਲ ਨਹੀਂ ਕਦੇ ਲੱਗ ਸਕਦਾ। ਕਿਸੇ ਨੇ ਲਾਇਆ ਹੀ ਨਹੀਂ ਅੱਜ ਤੱਕ। ਬ੍ਰਾਹਮਣ ਰਾਖਸ਼ ਹੁੰਦਾ ਹੀ ਨਹੀਂ। ਪੰਡਤ ਰਾਖਸ਼ ਹੈ। ਜਿਹੜਾ ਸਿਮਰਤ ਸ਼ਾਸਤਰ ਨੂੰ ਮੰਨਦਾ ਉਹ ਪੰਡਤ ਹੈ। ਸਿਮਰਤ ਸ਼ਾਸਤਰ ਨੂੰ ਪ੍ਰਚਾਰ ਕਰਦਾ ਉਹ ਪੰਡਤ ਹੈ। ਜਿਹੜਾ ਵੇਦ ਨੂੰ ਥੱਲੇ ਰੱਖ ਕੇ ਉੱਤੇ ਸਿਮਰਤ ਸ਼ਾਸਤਰ ਦਾ ਗਰਾ ਲਾਤਾ, ਜਿਨ੍ਹਾਂ ਨੇ 18 ਪੁਰਾਣ ਲਿਖਤੇ, 27 ਸਿਮਰਤੀਆਂ, ਹੁਣ ਤਾਂ ਸਿਮਰਤੀਆਂ ਦਾ ਅੰਤ ਕੋਈ ਨਹੀਂ। ਹੋਰ ਗੀਤਾ ਲਿਖਤੀਆਂ ਇੰਨੀਆਂ, 18 ਪੁਰਾਣ ਲਿਖਤੇ, ਉਹ ਤਾਂ ਫਿਰ ਥੱਲੇ ਹੀ ਰਹਿ ਗਿਆ। ਵੇਦ ਤਾਂ ਇੱਕੋ ਹੀ ਹੈ। 4 ਵੇਦ ਤਾਂ ਚਾਰਾਂ ਚੋਂ ਤਾਂ ਚਾਰਾਂ ਦੇ ਵਿੱਚ ਤਾਂ ਰੁਲਿਆ ਹੋਇਆ ਹੈ। ਜਿਹੜੇ 4 ਵੇਦ ਨੇ ਉਹ ਤਾਂ ਐਂ ਸਮਝ ਲਓ ਜਿਵੇਂ ਚੀਨੀ ਨੂੰ ਖੇਤ ਵਿੱਚ ਟਿੱਬੇ 'ਚ ਰੇਤ ਦੇ ਟਿੱਬੇ 'ਚ ਨਾ ਚੀਨੀ ਦੀ ਬੋਰੀ ਖੜਾਇਆ ਹੀ ਹੈ, ਤੇ ਚੀਨੀ ਦੀ ਬੋਰੀ ਖੜਾ ਕੇ ਉੱਤੇ ਕਲਟੀਵੇਟਰ ਫੇਰ ਦਈਏ ਤੇ ਉਹ ਤੋਂ ਚੀਨੀ ਲੱਭ ਲਓਗੇ ਆ ਕੇ। ਇੱਕ ਜਗ੍ਹਾ ਢੇਰੀ ਲੱਗੀ ਹੋਵੇ, ਚਲ ਉੱਥੋਂ ਵੀ ਕੋਈ ਨਾ ਕੋਈ ਤੋਂ ਚੱਕ ਲੂ ਆਦਮੀ। ਉਹਦਾ ਛਿੱਟਾ ਦਿੱਤਾ ਹੋਇਆ ਚੀਨੀ ਦਾ, ਉਹ 'ਚ ਟਿੱਬੇ ਤੇ ਉੱਤੇ ਕਲਟੀਵੇਟਰ ਫੇਰਿਆ। ਕੋਈ ਥੱਲੇ ਦਾਣਾ, ਕੋਈ ਉੱਤੇ। ਕੀ ਕਹਿਣਾ, ਕੋਈ ਕੰਧਾ ਉੱਤੇ ਹੋਇਆ। ਉਹ ਜੇ ਮਨਮਤਾਂ ਵਾਲੀਆਂ ਗੱਲਾਂ, ਕੱਚੀ ਬਾਣੀ ਉਹਦੇ ਨਾਲ ਮਿਲਦੀ ਜੁਲਦੀ ਹੋਰ ਬਹੁਤ ਲਿਖੀ ਹੋਈ ਹੈ। ਉਹ ਆਯੁਰਵੈਦਿਕ 'ਚ ਲਿਖੀ ਹੋਈ ਹੈ। ਇਸ ਕਰਕੇ ਉੱਥੋਂ ਲੱਭਣਾ ਬੜਾ ਮੁਸ਼ਕਿਲ ਸੀ। ਇੱਥੇ ਲੱਭੇ ਲਵਾਏ ਹੋਏ ਨੂੰ ਉਹਨਾਂ ਨੇ ਕਦੀ ਗੇੜੇ ਪਾਇਆ ਹੋਇਆ। ਗੁਰਬਾਣੀ ਅੱਡ ਕੀਤੀ ਹੈ ਸਾਰੀ ਹੋਈ। ਇੱਥੇ ਲਿਆ ਕੇ ਫਿਰ ਉਹੀ ਮੱਤ ਵਾੜਤੀ। ਬ੍ਰਾਹਮਣ ਦੇਵਤਾ ਹੁੰਦਾ, ਪੰਡਤ ਦੇਵਤਾ ਨਹੀਂ ਹੁੰਦਾ। ਪੰਡਤ ਨੇ ਬਾਟ ਪਾੜੀ ਹੈ ਨਾ। ਪੰਡਤ ਨੂੰ ਸਾਡੇ ਕੋਲ ਰਿਕਾਰਡ ਹੈ ਨਾ। ਕਬੀਰ ਕਹਿੰਦਾ ਪੰਡਤ ਪਾੜੀ ਬਾਟ। ਬ੍ਰਾਹਮਣ ਨੇ ਨਹੀਂ ਬਾਟ ਪਾੜੀ, ਪੰਡਤ ਨੇ ਪਾੜੀ ਹੈ ਬਾਟ। ਬ੍ਰਾਹਮਣ ਕੌਣ ਹੁੰਦਾ? ਕਹੇ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਏ ਤਾਂ ਹੈ ਹਮਾਰੇ। ਸਾਡੇ ਘਰ ਬ੍ਰਾਹਮਣ ਕਿਹਨੂੰ ਕਹਿਣਗੇ? ਹੁਣ ਕਬੀਰ ਸਾਡਾ ਮੈਂਬਰ ਹੈ, ਫਾਊਂਡਰ ਮੈਂਬਰ ਹੈ ਇਸ ਮਤ ਦਾ। ਉਹ ਹੈ ਮੈਂਬਰ ਹੈ, ਕਹਾਂਗੇ ਫਾਊਂਡਰ ਨਹੀਂ ਕਹਾਂਗੇ। ਫਾਊਂਡਰ ਤਾਂ ਪਰਮੇਸ਼ਰ ਹੈ। ਫਾਊਂਡਰ ਇਸ ਮਤ ਦਾ ਪਰਮੇਸ਼ਰ ਹੀ ਹੈ। ਉਹ ਫਾਊਂਡਰ ਮੈਂਬਰ ਹੀ ਹੈ, ਫਾਊਂਡਰ ਨਹੀਂ ਹੁੰਦਾ। ਇਹਦੇ ਵਿੱਚ ਸੱਚ ਦਾ ਤਾਂ ਫਾਊਂਡਰ, ਸੱਚੀ ਮਤ ਦਾ ਫਾਊਂਡਰ ਤਾਂ ਸੱਚ ਹੈ ਆਪ, ਆਦ ਸੱਚੇ ਫਾਊਂਡਰ ਹੈ ਇਹਦਾ। ਹਾਂ ਮੈਂਬਰ ਹੈ, ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ। ਇਸ ਵਾਰ ਸਾਡੇ ਵਾਸਤੇ ਫਾਊਂਡਰ ਮੈਂਬਰ ਉਹ ਹੈ ਕਿ ਉਹਦੀ ਬਾਣੀ ਹੈ। ਭਗਤਾਂ 'ਚ ਪਹਿਲਾਂ ਉਹਦੀ ਬਾਣੀ ਹੈ ਸਾਰਿਆਂ ਨੂੰ, ਕਿਉਂਕਿ ਉਹਦੀ ਬਾਣੀ ਔਖੀ ਆ। ਉਹਨੂੰ ਇਹ ਸੌਖਾ ਕੀਤਾ, ਗੁਰੂਆਂ ਨੇ ਬਾਣੀ ਨੂੰ ਸੌਖਾ ਕੀਤਾ। ਪੰਡਤ ਜਿਹੜਾ ਹੈਗਾ, ਪੰਡਤ ਸਿਮਰਤੀਆਂ ਨੂੰ, ਸ਼ਾਸਤਰਾਂ ਨੂੰ ਮੂਹਰੇ ਰੱਖ ਕੇ ਵੇਦ ਨੂੰ ਖਤਮ ਕਰਨ ਵਾਲਾ ਹੈ। ਉਹ ਗਿਆਨ ਜਾਲ ਤਾਂ ਪੋਇਆ। ਗਿਆਨ ਜਾਲ ਕਿਹਨੇ ਦੱਸਿਆ ਹੈ? ਮਨ ਕਾਬੂ ਨਹੀਂ ਆਉਂਦਾ ਬਿਨਾਂ ਗਿਆਨ ਤੇ। ਗਿਆਨ ਕਾ ਬੱਧਾ ਮਨ ਰਹੇ। ਉਹ ਕਹਿੰਦਾ ਵੀ ਜੇ ਉਹ ਕਾਬੂ ਕਰਨਾ, ਖੀਰ ਸਾਗਰ 'ਚ ਜਿਹੜਾ ਮੱਛ ਹੈ, ਮੱਛ ਕੌਣ ਹੈ? ਮਨ ਹੈ। ਮੱਛ ਮਨ ਦੇ ਪੇਟ 'ਚ ਕੌਣ ਹੈ? ਮਨ ਮੈਂ ਆਪ ਹੈ। ਮਨ ਮੈਂ ਆਪ ਨਹੀਂ। ਉਹ ਮਨ ਵਿੱਚੋਂ ਮਿਲਣਾ ਜਿਹੜਾ ਕੁਛ ਹੈ, ਸਮਾਧੀ ਉਹਦੀ ਲੱਗੀ ਹੈ। ਤੌਣ ਜਾਰ ਗਹੋ ਮੁਨਾਬਰ ਜਾਣ ਦੂਜਬ ਦਧੀਚ। ਇਹ ਦੂਜਾ ਦਧੀਚ ਹੈ। ਇਹ ਦਧੀਚ ਦੀਆਂ ਜਿਹੜੀਆਂ ਹੱਡੀਆਂ ਨੇ ਉਹਦੇ ਨਾਲ ਬਹੁਤ ਸਾਰੇ ਰਾਖਸ਼ ਮਾਰੇ ਨੇ। ਫਿਰ ਉਹਦੀਆਂ ਹੱਡੀਆਂ ਨਾਲ ਮਾਰੇ ਨੇ। ਉਹਦੀ ਹੱਡੀਆਂ ਦੇ ਤੀਰ ਬਣਾ ਕੇ। ਇੱਕ ਉਹ ਕਹਿੰਦਾ ਮੇਰੀਆਂ ਹੱਡੀਆਂ ਇੰਦਰ ਦੀ ਗਦਾ ਨਾਲੋਂ, ਇੰਦਰ ਦੀ ਬੱਜਰ, ਜਿਹੜਾ ਇੰਦਰ ਦਾ ਬੱਜਰ ਹੈ ਉਹਦੇ ਨਾਲ ਸਖਤ ਹੋਣ, ਉਹਨੂੰ ਵਰਸੀ। ਉਹਦੀਆਂ ਹੱਡੀਆਂ ਦੇ ਹਥਿਆਰ ਬਣਾ ਕੇ ਰਾਖਸ਼ ਮਾਰੇ ਨੇ। ਇੰਦਰ ਦੀ ਗਦਾ ਨਾਲ ਨਹੀਂ ਜਿਹੜੇ ਮਰੇ। ਉਹੀ ਇੰਦਰ ਤਾਂ ਭੱਜ ਜਾਂਦਾ ਉਹਨਾਂ ਕੋਲੋਂ। ਜਿਹੜੇ ਇੰਦਰ ਦੇ ਸਿਮਰਤੀਆਂ ਸ਼ਾਸਤਰਾਂ ਦਾ ਰਖਵਾਲਾ ਹੈ ਨਾ, ਇੰਦਰ ਰਾਜਾ ਪੰਡਤ ਦਾ ਕ੍ਰੀਏਟ ਕੀਤਾ ਹੋਇਆ ਹੈ, ਦੇਵਤਿਆਂ ਦਾ ਰਾਜਾ।
ਜਿਹੜੇ ਇਹਨਾਂ ਦੇ ਸੋ ਕਾਰਡ ਦੇਵਤੇ ਨੇ, ਜਿਹੜੇ ਭੱਜ ਜਾਂਦੇ ਨੇ ਤਰਖੀਲਾਂ ਦੇ ਸਾਹਮਣੇ, ਜਿਨ੍ਹਾਂ ਨੂੰ ਮਿਸ਼ਨਰੀ ਮੂਹਰੇ ਮੂਹਰੇ ਲਾ ਲੈਂਦੇ ਨੇ, ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੈ, ਉਹਨਾਂ ਦੇ ਮੂਹਰੇ ਉਹਦਾ ਹਥਿਆਰ ਛੱਡ ਦਿੰਦੇ ਨੇ। ਇਹ ਦੂਜਾ ਉਹ ਕਹਿੰਦਾ ਮੇਰੀਆਂ ਹੱਡੀਆਂ ਦੇ ਇੰਨੀਆਂ ਹੋਣ ਵੀ ਉਹਨਾਂ ਨੂੰ ਹਰ ਚੀਜ਼ ਨੂੰ ਕੱਟ ਦੇਣ, ਉਹਦੀਆਂ ਹੱਡੀਆਂ ਦੇ ਹਥਿਆਰ ਬਣਾ ਕੇ, ਮਤਲਬ ਉਹਦੀਆਂ ਗੱਲਾਂ ਦੇ ਹਥਿਆਰ ਬਣਾ ਕੇ, ਉਹਦੀਆਂ ਗੱਲਾਂ ਹੀ ਹੱਡੀਆਂ ਤੀਆਂ, ਹੋਰ ਹੱਡੀਆਂ ਕਾਹਦੀਆਂ ਨੇ, ਸਰੀਰ ਦੀਆਂ ਹੱਡੀਆਂ ਥੋੜ੍ਹੀ ਹੁੰਦੀਆਂ ਨੇ। ਉਹਦੇ ਬਾਅਦ ਜਿਹੜੀਆਂ ਉਹਦੀਆਂ ਗੱਲਾਂ ਬਚੀਆਂ ਉਹੀ ਹੱਡੀਆਂ ਸੀ। ਇਸੇ ਨੂੰ ਕਹਿੰਦੇ ਨੇ ਫੁੱਲ ਹਰ ਸਰ ਪਾਏ। ਇਹ ਜਿਹੜੇ ਉਹਦੇ ਫੁੱਲ ਦਿੱਤੇ ਹੋਏ ਨੇ ਨਾ, ਫੁੱਲੇ ਨੇ ਜਿਹੜੇ ਗੁਣ ਦਿੱਤੇ ਹੋਏ ਨੇ, ਦੱਸੇ ਹੋਏ ਨੇ, ਇਹ ਫੁੱਲ ਬਚਦੇ ਨੇ ਪਿੱਛੋਂ ਆਤਮਾ ਦੇ। ਆਤਮਾ ਦਾ ਫੁੱਲ ਕਿਹੜੇ ਬਚਦੇ ਨੇ? ਸਰੀਰ ਦੇ ਫੁੱਲ ਹੁੰਦੇ ਨੇ। ਸਰੀਰ ਦੇ ਫੁੱਲ ਬਣਾ ਲਏ ਮਿੱਟੀ ਦੇ ਪੁਤਰੇ ਦੇ, ਮਿੱਟੀ ਦੇ ਪੁਤਰੇ ਦੇ ਫੁੱਲ ਬਣਾ ਲਏ ਇਹਨਾਂ ਨੇ, ਪੰਡਤ ਨੇ ਬਣਾ ਲਏ ਨਾ। ਕਈਆਂ ਹੋਈਆਂ ਗੱਲਾਂ ਇੱਥੇ ਆਇਆ ਹੋਇਆ ਸਭ ਕੁਝ, ਇਹਦੇ ਹੀ ਉਲਟੇ ਅਰਥ ਬਣਾ ਕੇ ਬਾਹਰ ਪਾੜ ਲਈ। ਹਰ ਸਰ ਕਿੱਥੇ ਹੈ? ਹਰ ਸਰ ਕਿੱਥੇ? ਹਰ ਸਰ ਹਿਰਦਾ, ਹੋਰ ਕਿੱਥੇ? ਉਹ ਇੱਥੇ ਪਾ ਲਿਓ ਅੰਦਰ ਫੁੱਲ ਹਰ ਸਰ 'ਚ। ਉਹ ਜਿਹੜੇ ਦਸੀਆਂ ਨੇ ਗੱਲਾਂ, ਜਿਹੜੇ ਉਹਨਾਂ ਨੇ ਗੁਣ ਦੱਸੇ ਨੇ, ਉਹ ਗੁਣ ਧਾਰਨ ਕਰ ਲਿਓ। ਕਹਿਣ ਦਾ ਮਤਲਬ ਇਹ ਹੀ ਉਹਨਾਂ ਦੇ ਫੁੱਲ ਪਾਉਣੇ ਨੇ, ਫੁੱਲ ਹੀ ਪਾਉਣੇ ਨੇ। ਔਰ ਹੱਡੀਆਂ ਨਾ ਲੈ ਕੇ ਤੁਰ ਪਿਓ ਕਿਤੇ ਨੂੰ। ਆਹ ਕਹੀ ਸੀ ਗੱਲ ਵੀ ਮੇਰੀਆਂ ਹੱਡੀਆਂ ਨਾ ਲੈ ਕੇ ਤੁਰ ਪਿਓ ਕਿਤੇ ਨੂੰ। ਹਾਂ, ਆਹ ਜਿਹੜੇ ਮੇਰੇ ਗੱਲਾਂ ਕਹੀਆਂ ਹੋਈਆਂ ਨੇ ਨਾ ਗੁਰਬਾਣੀ 'ਚ, ਇਹਨਾਂ ਨੂੰ ਅੰਦਰ ਪਾ ਲਿਓ, ਅੰਦਰੇ ਆਪਣੇ ਗ੍ਰਹਿਣ ਕਰ ਲਿਓ ਇਹਨਾਂ ਨੂੰ। ਮੱਛ ਸਹਿਤ ਮਛਿੰਦਰ ਜੋਗੀ ਬੱਧ ਜਾਰ ਮਝਾਰ। ਸੁਣੇ ਮੱਛ ਮਛਿੰਦਰ ਜੋਗੀ ਜਾਲ 'ਚ ਫਸ ਗਿਆ, ਫਸਾ ਲਿਆ ਜਾਲ 'ਚ, ਬੰਨ ਲਿਆ। ਮੱਛ ਸਹਿਤ ਮਛਿੰਦਰ ਜੋਗੀ, ਮਛਿੰਦਰ ਜੋਗੀ ਸੀ, ਮਨ ਮਛਿੰਦਰੇ ਸੀ, ਵਿੱਚੇ ਮੱਛ ਹੈ। ਜਦ ਤਨ ਚੋਂ ਮਨ ਖੋਜ ਲਿਆ, ਬੱਧ ਜਾਰ ਮਝਾਰ ਵਿੱਚੇ ਆ ਗਿਆ ਨਾ। ਜਾਤ ਮੈਂ ਜੋਤ, ਜਾਤ ਦੇ ਵਿੱਚੋਂ ਜੋਤ ਖੋਜ ਲਈ। ਜੋਤ ਮੈਂ ਜਾਤਾ, ਜੋਤ ਵਿੱਚੋਂ ਜਾਣਿਆ ਫਿਰ ਮਛਿੰਦਰ ਨੂੰ। ਜੋਤ ਦਾ ਆਪਰੇਸ਼ਨ ਕੀਤਾ ਫਿਰ ਮਨ ਦਾ। ਜੋਤ ਮੈਂ, ਇਹ ਤਾਂ ਗੁਰੂ ਨਾਨਕ ਕਹਿੰਦਾ, ਹੋਰ ਕੀ ਹੈ? ਆਹੀ ਗੱਲ ਕਹਿੰਦਾ। ਜਦ ਮਨ ਫੜ ਲਿਆ, ਮਨ ਮਾਵਾਸੀ ਰਾਜਾ ਜਦ ਫੜ ਲਿਆ, ਫਿਰ ਕੀਤਾ ਆਪਰੇਸ਼ਨ, ਵਿੱਚੋਂ ਲੱਭ ਗਿਆ। ਬੁੱਧੀ ਨੇ ਫਿਰ ਵਿੱਚੋਂ ਦੇਖਿਆ। ਧਿਆਨ ਮੈਂ ਜਾਣਿਆ, ਜਾਂ ਮਨ ਟਿਕ ਗਿਆ ਨਾ, ਧਿਆਨ ਟਿਕ ਗਿਆ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਧਿਆਨ 'ਚੋਂ ਫਿਰ ਜਾਣਿਆ ਸਭ ਕੁਛ। ਵੀ ਜਿਹਨੂੰ ਟੋਲਦਾ ਸੀ ਉਹ ਤਾਂ ਮੈਂ ਆਪ ਹੀ ਹਾਂ। ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ ਔਰ ਟਿਕੇ ਦੇ ਬਾਅਦ ਪਤਾ ਲੱਗਾ ਇੱਕ ਤਾਂ ਤੂੰ ਆਪ ਹੀ, ਇੱਕ ਹੋਰ ਕਿੱਥੇ ਟੋਲਦਾ ਫਿਰਦਾ ਬਾਹਰ। ਬਾਹਰ ਨਹੀਂ ਇੱਕ ਹੁੰਦਾ ਕਿਤੇ ਲੱਭਦਾ, ਬਾਹਰ ਇੱਕ ਹੁੰਦਾ ਹੀ ਨਹੀਂ, ਇੱਕੇ ਅੰਦਰ ਹੁੰਦਾ ਸਭ ਦੇ। ਅੰਦਰ ਧਿਆਨ ਹੋਏ ਤੇ ਭਰੋਸਾ ਹੋ ਜਾਂਦਾ ਹੈ। ਮੱਛ ਲੋਕ ਬਿਲੋਕ ਕੈ ਸਭ ਹਵੈ ਗਏ ਬਿਸੰਭਾਰ। ਮੱਛ ਲੋਕ ਜਦ ਸੁਣਿਆ ਵੀ ਮੱਛ ਲੋਕ ਹੁੰਦਾ ਕੀ ਹੈ? ਮੱਛ ਲੋਕ ਹਿਰਦਾ, ਮੱਛ ਲੋਕ, ਮੱਛ ਲੋਕ ਕੀ ਹੈ? ਇਹ ਤੇ ਹੁੰਦੇ ਹੀ ਸਾਰੇ ਮੱਛ ਨੇ। ਇਹ ਮੱਛ ਲੋਕ ਉਹਦਾ ਨਾਮ ਰੱਖਤਾ, ਜਿੱਥੇ ਮਨ ਰਹਿੰਦੇ ਮੱਛ ਰਹਿੰਦੇ, ਜਿੱਥੇ ਮਨ ਰਹਿੰਦਾ ਮੱਛ ਲੋਕ ਹੀ ਹੈ। ਉਹ ਮੱਛ ਲੋਕ ਦਾ ਜਾਂ ਨਾਮ ਨਵਾਂ ਹੀ ਸੁਣਿਆ ਲੋਕਾਂ ਨੇ, ਉਹ ਤਾਂ ਹੈਰਾਨ ਹੋ ਗਏ। ਮੱਛ ਲੋਕ, ਖੀਰ ਸਾਗਰ ਇਹ ਹੁੰਦਾ? ਬਾਹਰ ਦੱਸੋ ਖੀਰ ਸਾਗਰ ਕਿੱਥੇ? ਕੋਈ ਦੱਸੋ ਵੀ ਖੀਰ ਸਾਗਰ। ਉਹ ਜੇ ਸਮੁੰਦਰ ਰੜਕਦੇ ਤਾਂ ਮੱਖਣ ਨਿਕਲਦਾ, ਇਹ ਖੀਰ ਸਾਗਰ ਹੁੰਦਾ ਹੈ? ਨਿਕਲਿਆ ਉੱਥੇ। ਉਹ ਗਊ ਤਾਂ ਉਦੋਂ, ਜਿਵੇਂ ਹੁਣ ਆਪਾਂ ਕ੍ਰਾਸ ਬਰੀਡਾਂ ਕਰਕੇ ਗਊਆਂ ਨਵੀਆਂ ਬਣਾਉਂਦੇ ਨੇ ਨਾ, ਕਲੋਨ ਪੈਦਾ ਕਰਕੇ ਐਂ ਬਣਾਈਆਂ ਨੇ ਸਾਇੰਸਦਾਨਾਂ ਨੇ। ਔਰ ਜਿਹੜੇ ਦੂਏ ਧਾਰਮਿਕ ਬੰਦੇ ਤੇ ਉਹਨਾਂ ਨੇ ਇਕੱਠੇ ਹੋ ਕੇ ਖੋਜਾਂ ਯਾਦ ਕੀਤੀਆਂ ਨੇ, ਯਾਦ ਬਣਾਈਆਂ ਨੇ ਚੀਜ਼ਾਂ। ਹੀਰੇ ਵੀ ਆ ਜਿਹੜੇ ਨੇ ਨਕਲੀ ਬਣਾਏ ਜਾ ਸਕਦੇ ਨੇ, ਹੀਰੇ ਨਕਲੀ ਬਣਾਏ ਜਾ ਸਕਦੇ ਨੇ ਹੁਣ ਸਭ ਕਹਿੰਦੇ ਨੇ। ਅਗਰ ਮੈਟਰ 'ਚ ਹੈ, ਉਹ ਵੀ ਤਾਂ ਬਣਦਾ ਹੀ ਹੈ। ਜੋ ਚੀਜ਼ ਮੈਟਰ 'ਚੋਂ ਬਣੀ ਉਹ ਬਣਾਈ ਜਾ ਸਕਦੀ ਹੈ ਸਾਰੀ। ਉਹ ਕ੍ਰਾਸ ਬਰੀਡ ਕਰਕੇ ਉਹਨਾਂ ਨੇ ਦੁੱਧ ਵਾਲੀ ਗਾਂ ਬਣਾ ਲਈ, ਜ਼ਿਆਦਾ ਦੁੱਧ ਵਾਲੀ। ਜਾਨਵਰ ਹੁਣੇ ਨੇ ਬਾਹਰ ਫਿਰਦੇ ਜੰਗਲ ਦੇ ਵਿੱਚ, ਥੋੜ੍ਹਾ ਥੋੜ੍ਹਾ ਦੁੱਧ ਦਿੰਦੇ ਹੋਣੇ ਨੇ।
ਕੋਈ ਉਹਨਾਂ ਨੇ ਟੈਕਨੋਲੋਜੀ ਵਰਤੀ ਹੋਊਗੀ ਉਦੋਂ ਸਮੁੰਦਰ 'ਚੋਂ ਕਾਹਨੂੰ ਨਿਕਲਦੀਆਂ ਹੁੰਦੀਆਂ ਗਾਇਆਂ। ਉਹ ਮੰਥਨ ਕੀਤਾ ਹੈ ਗਿਆਨ ਦਾ, ਗਿਆਨ ਸਮੁੰਦਰੇ ਹੁੰਦਾ। ਜਿਵੇਂ ਹੁਣ ਖੋਜ ਹੋ ਰਹੀ ਹੈ, ਮੰਥਨ ਹੀ ਹੋ ਰਿਹਾ, ਸਮੁੰਦਰ ਦਾ ਹੀ ਮੰਥਨ ਹੈ ਜਿਹੜੀ ਖੋਜ ਹੋ ਰਹੀ ਹੈ। ਹੋਰ ਕੀ ਹੈ? ਨਵੀਂ ਤੋਂ ਨਵੀਆਂ ਚੀਜ਼ਾਂ ਨਿਕਲ ਰਹੀਆਂ ਨੇ। ਹਾਂ, ਨਵੀਆਂ ਤੋਂ ਨਵੀਆਂ ਚੀਜ਼ਾਂ ਕੱਢ ਰਹੀਆਂ ਨੇ, ਹੁਣ ਵੀ ਕੱਢ ਰਹੇ ਨੇ। ਉਹ ਆਹੀ ਗੱਲ ਸੀ, ਹੋਰ ਕੀ ਸੀ? ਤਾਂ ਹੀ ਤਾਂ ਪੰਡਤ ਅਲੱਗ ਥਲੱਗ ਹੋ ਗਿਆ। ਇਹ ਜਿਹੜੇ ਨੇ ਨਾ ਧਾਰਮਿਕ ਲੋਕ, ਉੱਲੂ ਜਮਈ ਉਜੱਡ, ਅਰਥਾਂ ਦੇ ਅਨਰਥ ਕਰੀ ਫਿਰਦੇ ਨੇ, ਇਹ ਤਾਂ ਹੀ ਦੁਨੀਆ ਨਾਲ ਅਲੱਗ ਥਲੱਗ ਹੋਏ ਬੈਠੇ ਨੇ। ਬੁੱਧੀਹੀਨ ਨੇ, ਪਤਾ ਹੈ ਨਹੀਂ। ਜੇ ਇਹਨਾਂ ਨਾਲ ਮਿਲਣ, ਸਾਇੰਸਦਾਨਾਂ ਦੇ ਨਾਲ ਦੀ ਗੱਲ ਕਰਨ, ਇਹਨਾਂ ਦੇ ਹਣ ਦੀ ਗੱਲ ਕਰਨ, ਦੋ ਇੱਕ ਹੋ ਕੇ ਤਾਂ ਕਿਤੇ ਕਿਤੇ ਪਹੁੰਚ ਜਾਣ। ਇਹਨਾਂ ਦੀਆਂ ਗੱਲਾਂ ਸਾਇੰਸਦਾਨ ਮੰਨਣ, ਸਾਇੰਸਦਾਨਾਂ ਦੀਆਂ ਗੱਲਾਂ ਇਹ ਮੰਨਣ। ਇਹ ਸਾਇੰਸਦਾਨਾਂ ਦੀ ਨਹੀਂ ਮੰਨਦੇ, ਉਹ ਇਹਨਾਂ ਦੀ ਸੁਣਦੇ ਹੀ ਨਹੀਂ। ਉਹ ਕਹਿੰਦੇ ਨੇ ਤਾਂ ਬੇਵਕੂਫ ਨੇ। ਹੈ ਵੀ ਬੇਵਕੂਫ ਹੈ ਵੀ ਬੇਵਕੂਫ ਹੈ। ਕਰੋੜਾਂ ਰੁਪਈਏ ਉਹੀ ਬਹਾ ਦਿੰਦੇ ਨੇ ਬੇਮਤਲਬ ਤੇ। ਸੈਮੀਨਾਰ ਕਰਕੇ 300 ਸਾਲੇ ਬਣਾ ਕੇ ਅਰਬਾਂ ਰੁਪਈਏ ਫੂਕ ਦਿੰਦੇ ਨੇ। ਕੀ ਮਤਲਬ ਬਈ ਉਹਦਾ? ਨਿਕਲਦਾ ਕੀ ਉਹਨਾਂ 'ਚ? ਕੁਛ ਵੀ ਨਹੀਂ। ਇਹਨਾਂ ਦੀ ਆਪਣੀ ਚੌਧਰ ਬਣੀ ਰਹਿੰਦੀ, ਹੋਰ ਕੁਛ ਵੀ ਨਹੀਂ। ਆਪਣੀ ਮਸ਼ਹੂਰੀ ਬਣੀ ਰਹਿੰਦੀ ਹੈ, ਹੋਰ ਕੁਛ ਨਹੀਂ। ਹਾਂ, ਮੱਛ ਲੋਕ ਬਿਲੋਕ ਗਏ, ਸਭ ਹਵੈ ਗਏ ਬਿਸੰਭਾਰ। ਸਾਰੇ ਲੋਕ ਹੈਰਾਨ ਹੋ ਗਏ। ਓਹੋ, ਅਸੀਂ ਤਾਂ ਬਾਹਰ ਟੋਲਦੇ ਵੀ ਨਾਲੇ ਲਿਖਿਆ ਹੋਇਆ, ਬਾਹਰ ਹੈ ਨਹੀਂ ਕੁਛ, ਅੰਦਰ ਹੈ। ਉਹ ਆਤਮ ਖੋਜਣਾ ਸੀਗਾ, ਆਤਮ ਜਾਣਨਾ ਸੀ ਸਰੀਰ ਚੋਂ। ਆਤਮਾ ਸੱਚ ਤਾਂ ਆਤਮਾ, ਸੱਚ ਜਾਣਨਾ ਸਰੀਰ ਚੋਂ ਜਾਣ ਲਓ। ਮੱਖਣ ਮਿਲੂਗਾ ਕਿੱਥੋਂ ਮਿਲੂਗਾ? ਸਰੀਰ ਚੋਂ ਮਿਲੂਗਾ। ਇਹਦੇ ਵਿੱਚ ਹੀ ਖੀਰ ਸਾਗਰ। ਖੀਰ ਦੁੱਧ ਕਿੱਥੋਂ ਆਉਂਦਾ? ਦੁੱਧ ਕਿੱਥੇ ਬਣਦਾ? ਅੰਦਰੇ ਬਣਦਾ ਹੈ। ਅੰਦਰੋਂ ਹੀ ਦੁੱਧ, ਗੁਰਬਾਣੀ ਅੰਦਰ ਹੀ ਬਣੀ ਹੈ, ਅੰਦਰੋਂ ਹੀ ਬਾਹਰ ਦਿੱਤੀ ਹੈ ਲੋਕਾਂ ਨੇ। ਮੱਖਣ ਕਿੱਥੋਂ ਆਇਆ? ਤੁਰਕੀ ਬਾਣੀ ਮੱਖਣ, ਪ੍ਰਥਮੇ ਮੱਖਣ ਪਾਛੇ ਦੁੱਧ। ਕਿੱਥੋਂ ਆਇਆ ਫਿਰ? ਕਿੱਥੇ ਬਣਿਆ? ਉਹ ਜਿੱਥੇ ਦੁੱਧ ਬਣਿਆ ਉਹੀ ਹੈ ਖੀਰ ਸਾਗਰ। ਉੱਥੇ ਨਹੀਂ ਮੁੱਕਦਾ ਹੈਗਾ ਖੀਰ, ਫਿਰ ਬਾਹਰ ਨੂੰ ਜ਼ਿਆਦਾ ਆਉਂਦਾ। ਇਹ ਅਰਥ ਕਿਉਂ ਨਹੀਂ ਲੈ? ਇਹੀ ਅਰਥ ਨੇ ਦੱਸਿਆ ਹੋਇਆ 10 ਵਿੱਚ ਵੀ। ਇਹਨਾਂ ਦੇ ਅਨਰਥ ਕਰ ਲਏ, ਇਹਨਾਂ ਦੇ ਅਰਥ ਉਲਟੇ ਕਰਕੇ ਗੁਰਬਾਣੀ ਠੋਕਤੇ। ਉਲਟੇ ਅਰਥ ਇੱਥੋਂ ਕੀਤੇ ਹੋਏ ਸੀ, ਉਹ ਗੁਰਬਾਣੀ ਠੋਕਤੇ ਲਿਆ ਕੇ ਪੰਡਤ ਨੇ। ਦੋਹਾਂ ਦੇ ਅਰਥ ਇੱਕ ਕਰਤੇ। ਇਹ ਵੀ ਬਦਲਤੇ, ਉਹ ਵੀ ਬਦਲਤੇ। ਟੀਕਾ ਦੋਹਾਂ, ਇਹਦੇ ਨਾਲ ਉਹ ਬਦਲਤੇ, ਉਹਦੇ ਨਾਲ ਇਹ ਬਦਲਤੇ। ਟੀਕਾ ਦੋਹਾਂ ਦਾ ਪੰਡਤ ਨੇ ਕੀਤਾ। ਦੋਹਾਂ ਦਾ ਪੰਡਤ ਨਹੀਂ ਕਰਨਾ ਸੀ ਟੀਕਾ, ਹੋਰ ਕੌਣ ਕਰਦਾ? ਬਾਕੀ ਤਾਂ ਅਨਪੜ੍ਹਦੇ ਸਾਰੇ। ਉਹਦਾ ਕੋਈ ਬ੍ਰਾਹਮਣ ਕਰਦਾ ਫਿਰ ਅਰਥ, ਉਹਦਾ ਬ੍ਰਾਹਮਣ ਕਰਦਾ, ਬ੍ਰਹਮ ਗਿਆਨੀ ਕਰਦਾ, ਕੋਈ ਆਤਮਦਰਸ਼ੀ ਕਰਦਾ ਕੋਈ। ਦਵੈ ਮੁਹੂਰਤ ਬਿਤੀ ਜਬੈ, ਸੁਧ ਪਾਏ ਕੇ ਕਛੂ ਅੰਗ। ਦਵੈ ਮੁਹੂਰਤ ਬਿਤੀ ਜਬੈ, ਹਾਂ, ਜਾਂ ਦੋ ਮੁਹੂਰਤ, ਦੋ ਘੜੀਆਂ ਬੀਤ ਗਈਆਂ। ਹਾਂ, ਸੁਧ ਪਾਏ ਕੇ ਕਛੂ ਅੰਗ। ਸ਼ੁੱਧ ਪਾਏ ਕੇ ਕਛੂ ਅੰਗ, ਉਹਨਾਂ ਦਾ ਜਿਹੜਾ ਅੰਗ ਸੀ ਸ਼ੁੱਧ ਅੰਗ ਪ੍ਰਾਪਤ ਕਰ ਲਿਆ। ਇਹ ਨਹੀਂ ਮਤਲਬ ਹੈ ਆਤਮ ਦਾ ਦਰਸ਼ਨ ਕਰ ਲਿਆ। ਉਹ ਚੋਂ ਜਿਹੜਾ ਇਹ ਮਸ਼ਿੰਦਰਨਾਥ ਸੀ, ਉਹਦਾ ਸਰੀਰ ਸੀ, ਉਹ ਕੱਢ ਲਿਆ ਵਿੱਚੋਂ। ਹਾਂ, ਊਪ ਦਵਾਰ ਗਏ ਸਭ। ਇਹ ਅੰਗ ਹੈ ਸਰੀਰ। ਦੋ ਚੀਜ਼ਾਂ ਦਾ ਅੰਗ ਹੁੰਦਾ ਨਾ, ਅੰਗ ਸੰਗ ਲਫ਼ਜ਼ ਚੱਲਦਾ। ਜੇ ਤਾਂ ਨਿਰਾਕਾਰੀ ਸਰੀਰ ਹੈ ਤਾਂ ਚਿੱਤ ਅਰ ਮਨ ਨੂੰ ਅੰਗ ਸੰਗ ਕਹਿੰਦੇ ਨੇ। ਜੇ ਚਿੱਤ ਅੰਗ ਹੈ, ਮਨ ਅੰਗ ਹੈ, ਤਾਂ ਚਿੱਤ ਉਹਦੇ ਸੰਗ ਹੈ, ਸਤਿਗੁਰੂ ਉਹਦੇ ਸੰਗ ਹੈ। ਜੇ ਮਨ ਅੰਗ ਹੈ, ਜੇ ਉਹ ਸੰਗ ਹੈ, ਸੱਚ ਸੰਗ ਹੈ, ਸਤ ਸੰਗ ਹੈ ਨਾ। ਜੇ ਸਤ ਸੰਗ ਹੈ ਤਾਂ ਉਹਦਾ ਮਨ ਜਿਹੜਾ ਹੈਗਾ ਇਹ ਅੰਗ ਹੈ। ਜੇ ਸਰੀਰ ਝੂਠ ਮੰਨਦੇ ਆ ਤਾਂ ਉਹਦਾ ਅੰਗ ਕੀ ਹੈ? ਉਹਦਾ ਅੰਗ ਸਤ। ਬੋਲੇ ਭਰਤਰੀ ਸਤ ਸਰੂਪ। ਦੂਜਾ ਨਾਲ ਦਾ ਅੰਗ ਹੁੰਦਾ, ਜਿਹੜਾ ਨਾਲ ਹੋਵੇ ਉਹ ਅੰਗ ਹੈ। ਜਿਹੜਾ ਅੰਗ ਦੇ ਨਾਲ ਦਾ ਉਹਨੂੰ ਸੰਗ ਕਹਿੰਦੇ ਨੇ। ਇੱਕ ਸੰਗ ਹੈ, ਦੂਜਾ ਅੰਗ ਹੈ। ਜਿਹਦੇ ਨਾਲ ਜੁੜਿਆ ਹੋਇਆ ਹੈ ਉਹ ਅੰਗ, ਉਹ ਸੰਗ ਹੈ। ਆਪਾਂ ਕਹਿੰਦੇ ਸੰਗ ਡੋਬ ਦਿੰਦਾ। ਜਿਹਦੇ ਨਾਲ ਜਾ ਕੇ ਜੁੜਨਾ ਉਹ ਸੰਗ ਹੈ, ਜਿਹੜਾ ਜੁੜਦਾ ਉਹ ਅੰਗ ਹੈ। ਜੁੜਨ ਵਾਲਾ ਅੰਗ ਹੈ, ਜਿਹਦੇ ਨਾਲ ਜੁੜੇ ਉਹ ਸੰਗ ਹੈ। ਹੁਣ ਚਿੱਤ ਤੇ ਵੀ ਅੰਗ ਦਾ ਅਸਰ ਪਿਆ ਹੋਇਆ।
ਚਿੱਤ ਤੇ ਮਨ ਦਾ ਅਸਰ ਪਿਆ, ਅੰਗ ਹੈ ਨਾ ਉਹਦਾ, ਹੈ ਅੰਗ ਦਾ ਅਸਰ ਪੈਂਦਾ ਹੀ ਹੁੰਦਾ। ਮਨ ਤੇ ਸੰਗ ਦਾ ਅਸਰ ਪਿਆ ਹੋਇਆ। ਸੰਗ ਦਾ ਅਸਰ ਮਨ ਤੇ ਜਦ ਪਊਗਾ ਜਦ ਉਹਦਾ ਸੰਗ ਕਰੂਗਾ। ਹਾਲੇ ਉਹਦਾ ਸੰਗ ਨਹੀਂ ਕਰਦਾ, ਹਾਲੇ ਮਾਇਆ ਦਾ ਸੰਗ ਕਰਦਾ ਹੈ। ਮਾਇਆ ਨਾਲ ਜੁੜਿਆ ਰਹਿੰਦਾ ਨਾ, ਬਾਹਰੇ ਜੁੜਿਆ ਰਹਿੰਦਾ। ਜਿੱਦਣ ਅੰਦਰਲੇ ਦਾ ਸੰਗ ਕਰੂਗਾ ਉਦਣ ਸੱਤ ਦਾ ਸੰਗ ਕਰੂਗਾ। ਉਦਣ ਇਹ ਜਦ ਅੰਤਰ ਧਿਆਨ ਹੋ ਕੇ ਰਹੂਗਾ, ਫਿਰ ਅੰਦਰ ਆਪਣੇ ਮੂਲ ਦਾ ਜਾਂ ਸੰਗ ਕਰੂਗਾ, ਫਿਰ ਇਹਦਾ ਹੋਊਗਾ ਸਤ ਸੰਗ, ਫਿਰ ਸਤ ਸੰਗ ਹੋਊ। ਬਾਹਰ ਬੰਦੇ ਇਕੱਠੇ ਹੁੰਦੇ ਨੇ, ਸਤਸੰਗ ਬਣ ਜਾਂਦੀ ਹੈ। ਸਾਰੇ ਹੀ ਮੂਰਖ ਨੇ ਬਾਹਰ, ਸਾਰੇ ਮਾਇਆਧਾਰੀ। ਉਹ ਮਾਇਆਧਾਰੀ ਇਕੱਠੇ ਹੋ ਕੇ ਸਤਸੰਗ ਨਹੀਂ ਬਣਨਾ ਹੁੰਦਾ। ਮਾਇਆਧਾਰੀ ਇਕੱਠੇ ਹੋ ਕੇ ਸਤਸੰਗ ਨਹੀਂ ਬਣਨਾ ਹੁੰਦਾ। ਨਾ ਬਣਿਆ ਨਾ ਕਦੇ ਬਣੂਗਾ। ਸੱਚ ਨਾਲ ਜੋੜਨ ਵਾਲਾ ਜੋੜੂਗਾ ਤੈਨੂੰ ਤੇਰੇ ਅੰਦਰ। ਜੇ ਕੋਈ ਸੱਚ ਨਾਲ ਜੋੜਨ ਵਾਲਾ ਉੱਥੇ ਸਤਸੰਗ ਦੀ ਗੱਲ ਕਰੂਗਾ, ਜਿਹੜਾ ਆਦਮੀ ਤੁਹਾਡੇ ਅੰਦਰ ਜੋੜ ਦੇਵੇ, ਤੁਸੀਂ ਅੰਦਰ ਜੁੜ ਜਾਵੋ ਤਾਂ ਸਤਸੰਗ ਹੋ ਗਿਆ। ਜੇ ਅੰਦਰ ਹੀ ਨਹੀਂ ਜੁੜੇ ਸਤਸੰਗ ਹੋਇਆ ਹੀ ਨਹੀਂ। ਗੱਲਾਂ ਦਾ ਕਰਦੇ ਨੇ ਦੁਨਿਆਵੀ, ਪਾਉਂਦੇ ਦਾ ਫਿਰਦੇ ਨੇ ਉੱਥੇ ਗਿੱਧਾ ਭੰਗੜੇ, ਉਹ ਤਾਂ ਕਹਿੰਦੇ ਸਤਸੰਗ ਹੈ। ਬਲੈਕਮੇਲਿੰਗ ਹੈ। ਹਾਂਜੀ, ਊਪ ਦਵਾਰ ਗਏ ਸਭੈ ਭੱਟ ਬਾਂਧ ਅਸਤਰ ਉਤੰਗ। ਦੋ ਕੜੀ ਜਦ ਹੋ ਗਏ ਨਾ ਵੀ ਉਹ ਲੱਭ ਗਿਆ ਤਾਂ ਫਿਰ ਭੂਪ ਕੋਲ ਚਲੇ ਗਏ, ਰਾਜੇ ਕੋਲ ਗਏ ਵੀ ਹਾਂ ਜੀ ਲਿਆਂਦਾ ਜਾਲ ਆ ਗਿਆ, ਮੱਛ ਕਾਬੂ ਆ ਗਿਆ ਸਾਡੇ, ਫੜਿਆ। ਹਾਲੇ ਰਾਜੇ ਕੋਲ ਤਾਂ ਜਾ ਕੇ ਦੱਸਣਾ ਨਾ। ਉਹਨਾਂ ਨੇ ਦੇਖ ਵੀ ਲਿਆ ਵੀ ਹਾਂ ਉਹੀ ਆ, ਕੁਝ ਹੋਰ ਤਾਂ ਨਹੀਂ। ਮਤਲਬ ਹੈ ਦੋ ਮਹੂਰਤ ਦੇਖ ਕੇ ਤਸੱਲੀ ਕਰਕੇ ਹੀ ਜਾਣਾ ਸੀ, ਕੁਝ ਹੋਰ ਲੈ ਜਾਂਦੇ ਫੜ ਕੇ ਵੀ ਇਹਦੇ ਵਿੱਚ ਹੈ ਵੀ ਕੁਝ ਕੁ, ਖਾਲੀ ਹੈ ਡੱਬਾ। ਤਸੱਲੀ ਕਰਕੇ ਉਹਨਾਂ ਨੇ ਕਿਹੜਾ ਦੇਖਿਆ ਸੀ, ਵਿਚਾਰਿਆਂ ਨੇ ਪਹਿਲੀ ਵਾਰ ਇੱਕ ਚਾਂਸ ਹੋਇਆ। ਹਾਂ, ਬਾਂਧ ਅਸਤਰ ਉਤੰਗ। ਹਾਂ, ਅਸਤਰ ਜਿਹੜੇ ਸੀ ਹਥਿਆਰ ਬੰਨ ਕੇ ਲੈ ਚਲੇ ਨਾਲ। ਹਾਂ, ਮੱਛ ਉਧਰ ਲਗੇ ਸੇ ਚੀਰਨ ਕਿਹੂੰ ਨ ਚੀਰਾ ਜਾਏ। ਰਾਜੇ ਦੇ ਸਾਹਮਣੇ ਲਾਗੇ ਚੀਰਨ, ਉਹਨੂੰ ਮੱਛ ਦਾ ਪੇਟ ਚੀਰਨ ਲੱਗੇ ਨੇ। ਹੁਣ ਮੱਛ ਉਧਰ ਲੱਗੇ ਸੇ ਚੀਰਨ, ਮੱਛ ਦੇ ਵਿੱਚੋਂ ਹੀ ਕੱਢਣਾ ਹੈ, ਮੱਛ ਦਾ ਉਧਰ ਚੀਰਨਾ। ਹੁਣ ਮਾਂ ਨੇ ਪਹਿਲਾਂ ਤਾਂ ਕਾਬੂ ਕੀਤਾ, ਹੁਣ ਉਹਨੂੰ ਚੀਰ ਕੇ ਵਿਚੋ ਦੇ ਉਹ ਲੱਭਣਾ। ਅਜੇ ਤਾਂ ਚੀਰਨਾ, ਚੀਰ ਫੜ ਹੋਣੀ ਉਹਦੀ, ਚੀਰ ਫਾੜ ਹੋਣੀ ਅਜੇ ਤਾਂ ਮਨ ਦੀ। ਚੀਰ ਫਾੜ ਕਰਨ ਲੱਗੇ ਉਹਦਾ ਚੀਰਿਆ ਨਾ ਜਾਵੇ, ਕਿਹੂੰ ਨ ਚੀਰਾ ਜਾਏ। ਕਿਸੇ ਤਰੀਕੇ ਨਾਲ ਇਹ ਚੀਰ ਨਹੀਂ ਹੁੰਦਾ, ਉਹ ਤਾਂ ਨੇੜੇ ਨਹੀਂ ਜਾਂਦਾ ਕੋਈ ਹਥਿਆਰ ਉਹਦੇ ਸੰਸਾਰ ਦਾ। ਇਹ ਧਰਮ ਹੈ। ਗੁਰਦੁਆਰੇ ਮੱਥਾ ਟੇਕੇ ਤੇ ਨਹੀਂ ਗੱਲ ਬਣਨੀ। ਮਨ ਵੀ ਲੱਭ ਗਿਆ ਤਾਂ ਵੀ ਨਹੀਂ ਅੰਦਰ ਵਾਲਾ ਲੱਭਦਾ। ਜੇ ਮਨ ਲੱਭ ਵੀ ਜਾਵੇ ਅੰਦਰ ਵਾਲਾ ਤਾਂ ਵੀ ਨਹੀਂ ਤੁਹਾਨੂੰ ਥਿਆਉਣਾ। ਅੰਦਰ ਵਾਲਾ ਕਦ ਲੱਭੂਗਾ? ਅਜੇ ਅੰਦਰ ਵਾਲੇ ਵਾਲਾ ਹਥਿਆਰ ਹੀ ਨਹੀਂ ਸਾਡੇ ਕੋਲ। ਮੱਛ ਦਾ ਪੇਟ ਚੀਰਨ ਵਾਲਾ ਹਥਿਆਰ ਹੋਵੇ ਤਾਂ ਹੀ ਅੰਦਰ ਵਾਲੇ ਦਾ ਦਰਸ਼ਨ ਹੋਊ। ਕਿਹੂੰ ਨ ਚੀਰਾ ਜਾਏ ਕਹਿ ਰਹੇ, ਚੀਰਾ ਨਹੀਂ ਜਾਂਦਾ। ਮੱਛ ਫੜ ਵੀ ਲਿਆ। ਇੱਥੇ ਤੱਕ ਕੋਈ ਗਿਆ ਹੈ, ਕਦੇ ਕਿਸੇ ਨੇ ਸੁਣੀ ਹੈ ਗੱਲ ਵੀ ਸਾਡਾ ਟਾਰਗੇਟ ਕੀ ਹੈ? ਆਹ ਚੋਂ ਨਹੀਂ ਪਤਾ ਲੱਗਦਾ ਹੈ ਗੱਲ ਕੀ ਹੈ। ਆਹ ਦੇ ਤਾਂ ਅਮੈਂਡਮੈਂਟ ਆਈ ਨੇ ਸਿਰਫ ਧਰਮ ਦੀਆਂ, ਜਿਹਨਾਂ ਨੇ ਉਲਟਾ ਰਾਹ ਪਾਇਆ ਦੀ ਰਾਹ ਦੱਸਿਆ ਸਿੱਧਾ। ਆਹ ਬੇਸਿਕ ਗੱਲ ਹੈ, ਚੀਰਿਆ ਨਹੀਂ ਜਾਂਦਾ। ਹੁਣ ਮਨ ਲੱਭ ਵੀ ਗਿਆ, ਤਨ ਚੋਂ ਮਨ ਲੱਭ ਗਿਆ, ਮਨ ਦੇ ਵਿੱਚੋਂ ਨਹੀਂ ਉਹ ਲੱਭਦਾ। ਲੱਭ ਕੇ ਦਿਖਾ ਦਿਓ। ਮਨ ਸਾਰੇ ਹੀ ਜਾਣਦੇ ਨੇ, ਛੇਤੀ ਤੇ ਕੀ ਪਤਾ ਲੱਗ ਜਾਂਦਾ ਮਨ ਦਾ। ਬਈ ਮੇਰਾ ਮਨ ਨਹੀਂ ਮੰਨਦਾ, ਕਹਿੰਦਾ ਆਹੀ ਜਿਹੜਾ ਬੋਲਦਾ ਇਹੀ ਤੂੰ ਹੈ, ਇਹੀ ਮਨ ਲੈ ਪਤਾ ਲੱਗ ਗਿਆ। ਕਿੰਨੀ ਦੇਰ ਲੱਗਦੀ ਹੈ ਮਨ ਦਾ ਪਤਾ ਲੱਗਣ ਨੂੰ? ਧਿਆਨ ਹੀ ਤੇਰਾ ਮਨ ਹੈ, ਧਿਆਨ ਦਾ ਪਤਾ ਹੀ ਹੈ ਸਭ ਨੂੰ। ਕਿੰਨੇ ਕੁ ਚਿਰ ਲੱਗਦਾ? ਇਹਦੇ ਵਿੱਚੋਂ ਗਾਹਾਂ ਦੀ ਗੱਲ ਜਿਹੜੀ ਲੱਭਣੀ ਹੈ ਉਹ ਔਖੀ ਹੈ। ਹੁਣ ਚੀਰ ਕਾਹਦੇ ਨਾ ਹੋਊ ਹੁਣ? ਹਾਂ, ਹਾਰ ਹਾਰ ਪਰੇ ਜਪੈ ਤਬ ਪੂਛ ਮਿੱਤਰ ਬੁਲਾਏ। ਹਾਰ ਹਾਰ ਉਹ ਮਿੱਤਰ ਕੌਣ ਹੈ? ਮਿੱਤਰ ਉਹੀ ਹੈ ਜਿਹਨੇ ਦੱਸਿਆ। ਮਿੱਤਰ ਉਹਨੂੰ ਮਿੱਤਰ ਕਿਹਾ ਹੋਇਆ। ਮਿੱਤਰ ਕਾਹਦੇ ਕਿਹਾ ਉਹਨੂੰ? ਗੁਰੂ ਨੇ ਕਿਹਾ। ਗੁਰੂ ਹੁੰਦਾ ਹੀ ਨਹੀਂ। ਜਿਹਨੇ ਕਿਹਾ ਜੀ ਵੀ ਸੁਣ ਮੀਤਾ ਨਾ, ਜਾਂ ਭਾਈ ਹੈ ਜਾਂ ਮਿੱਤਰ ਹੈ। ਉਹ ਨਾ ਤਾਂ ਇਹਦੇ ਅਧੀਨ ਹੈ, ਨਾ ਤਾਂ ਉਹਨੂੰ ਅਧੀਨ ਮੰਨਦਾ। ਅਧੀਨ ਤਾਂ ਹੈ ਨਹੀਂ ਨਾ, ਉਹ ਗੁਰੂ ਹੈ। ਮਿੱਤਰ ਹੈ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ। ਹਾਂ, ਗੁਰੂ ਨੇ ਸਾਰਿਆਂ ਨੂੰ ਸਿੱਖਾਂ ਖਾਲਸੇ ਨੂੰ ਮਿੱਤਰ ਕਿਹਾ। ਉਹ ਗੁਰੂ ਥਾਈ ਨਹੀਂ, ਅਸੀਂ ਗੁਰੂ ਬਣਾ ਲਿਆ।
ਅੱਗੇ ਉਹਦਾ ਨਾਮ ਆਊਗਾ। ਕੀ ਹੁੰਦਾ ਉਹ ਮਿੱਤਰ? ਮਿੱਤਰ ਕੌਣ ਹੁੰਦਾ? ਉਹਨੂੰ ਕੀ ਕਹਿਣਾ ਅਸੀਂ? ਜੇ ਉਹਨੂੰ ਕਹਿਣਾ ਤਾਂ ਕਿਵੇਂ ਕਹਿਣਾ, ਕੀ ਬੋਲਣਾ? ਹਾਂ। ਔਰ ਕੌਣ ਵਿਚਾਰੀ ਹੈ ਉਪਕਾਰ ਤਾ ਕਰ ਆਜ। ਔਰ ਕੌਣ ਵਿਚਾਰੀ ਹੈ? ਹੋਰ ਕੋਈ ਕਹਿੰਦੇ ਉਪਕਾਰ ਕਾਰ ਉੱਪਰ ਲਈ ਹੋਰ ਕੰਮ ਇਦੋਂ ਅੱਗੇ ਦਾ ਕੰਮ ਵਿਚਾਰੋ। ਕੀ ਕਰੀਏ ਹੁਣ? ਇਹਨਾਂ ਹਥਿਆਰਾਂ ਨਾਲ ਨਹੀਂ ਕੱਟ ਹੁੰਦਾ। ਉਪਕਾਰ ਉੱਪਰ ਇਦੋਂ ਕੰਮ, ਉੱਪਰਲੇ ਕੰਮ, ਉਪਕਾਰ। ਹਾਂ, ਉੱਪਰਲਾ ਉੱਪਰ ਕੰਮ ਇਦੋਂ ਗਾਂ ਗਾਂ। ਇਹਨਾਂ ਹਥਿਆਰਾਂ ਨਾਲ ਨਹੀਂ ਕੱਟ ਹੁੰਦਾ ਜੋ ਸਾਡੇ ਕੋਲ ਹੈਗੇ ਨੇ। ਪਹਿਲੇ ਸੰਸਾਰੀ ਹਥਿਆਰਾਂ ਨਾਲ ਨਹੀਂ ਕੱਟ ਹੁੰਦਾ। ਸੰਸਾਰੀ ਹਥਿਆਰਾਂ ਦੀ ਗੱਲ ਨਹੀਂ ਹੈ। ਉਹ ਹਥਿਆਰ ਹੈ, ਸੱਚ ਕੀ ਕਾਤੀ ਚਾਹੀਦੀ ਹੈ, ਫਿਰ ਕੱਟ ਹੋਊਗਾ। ਗਿਆਨ ਕੀ ਵੱਢਣੀ, ਗਿਆਨਾਂ ਕੀ ਵੱਢਣੀ, ਮਨੋ ਹੱਥ ਲਾ ਕਾਤਰ ਤਾਕਤਵਾਰ, ਉਹ ਚਾਹੀਦੀ ਹੈ। ਹੁਣ ਅੱਗੇ ਕਹਿੰਦਾ ਉਹ ਦ੍ਰਿਸ਼ਟ ਜਾਤ ਪਰੇ ਮੁਨੀਸ਼ਵਰ ਸਰੇ ਹਮਰੋ ਕਾਜ। ਕਹਿੰਦੇ ਜੇ ਮੁਨੀਵਰ ਦ੍ਰਿਸ਼ਟ ਬਾਹਰ ਕੱਢੂਗਾ, ਝਾਕੂਗਾ, ਬੋਲੂਗਾ, ਦੱਸੂਗਾ ਤਾਂ ਹੀ ਆਪਣਾ ਕੰਮ ਹੈ। ਬਾਹਰ ਨਿਕਲੂਗਾ, ਸਾਨੂੰ ਦੇਖੂਗਾ, ਦ੍ਰਿਸ਼ਟੀ ਪਾਊ ਸਾਡੇ ਤੇ, ਅਸੀਂ ਕੋਈ ਪੁੱਛਾਂਗੇ, ਉਹ ਦੱਸੂਗਾ ਤਾਂ ਸਾਡਾ ਹੁਣ ਕੰਮ ਹੈ। ਇਕੱਲਾ ਮੱਛ ਫੜੇ ਤੇ ਤਾਂ ਗੱਲ ਬਣਦੀ ਨਹੀਂ। ਕੰਮ ਤਾਂ ਫਿਰ ਉੱਥੇ ਹੀ ਖੜਾ। ਮੱਛੇ ਮਿਲਿਆ, ਮੁਨੀ ਤਾਂ ਮਿਲਿਆ ਨਹੀਂ ਹੈ ਜਿਹੜਾ ਵਿੱਚ ਹੈ। ਮਸ਼ਿੰਦਰ ਨਾਲ ਤਾਂ ਮਿਲਿਆ ਨਹੀਂ। ਗੱਲ ਤਾਂ ਉਹਦੇ ਨਾਲ ਹੈ, ਮੱਛ ਨਾਲ ਥੋੜ੍ਹੀ ਗੱਲ ਹੈ ਕੋਈ। ਹਾਂ। ਦੋਹਰਾ ਮੱਛ ਪੇਟ ਕਿਹੂ ਨਾ ਫਟੇ ਸਭ ਕਰ ਹਟੇ ਉਪਾਏ। ਮੱਛ ਹੈ, ਮੱਛੀ ਨਹੀਂ ਹੈ। ਹੁਣ ਮੱਛ ਪੇਟ, ਮੱਛ ਲਫ਼ਜ਼ ਆਉਂਦਾ, ਉੱਥੇ ਵੀ ਮੱਛ ਹੈ, ਇੱਥੇ ਵੀ ਮੱਛ। ਦੋਵੇਂ ਪਾਸੇ ਇੱਥੇ ਦਾ ਘਰ ਮੱਛੇ ਲਿਖੀ ਜਾਂਦਾ, ਉੱਥੇ ਮੱਛੀ ਲਿਖਤਾ ਇਹਨੇ ਜਾਣ ਬੁੱਝ ਕੇ। ਪੁਲਿੰਗ ਤੋਂ ਇਸਤਰੀ ਲਿੰਗ ਜਾਣ ਕੇ ਬਣਾਇਆ ਹੈ। ਮੱਛ ਦਾ ਪੇਟ ਕਿਸੇ ਤਰੀਕੇ ਨਾਲ ਨਹੀਂ ਫਟ ਰਿਹਾ। ਸਾਰੇ ਉਪਾਅ ਕਰਕੇ ਥੱਕ ਲਿਆ। ਗਿਆਨ ਗੁਰੂ ਤਿਨ ਕੋ ਹੁਤੋ ਪੂਛਾ ਤਾਹੇ ਬਣਾਏ। ਉਹ ਹੈ ਮਿੱਤਰ ਗਿਆਨ ਗੁਰੂ। ਇਹਦਾ ਨਾਮ ਗਿਆਨ ਗੁਰੂ ਹੈ, ਗੁਰੂ ਨਹੀਂ ਹੈ। ਇਹ ਗਿਆਨ ਗੁਰੂ, ਗਿਆਨ ਦੇਣ ਵਾਲਾ ਗੁਰੂ ਹੈ, ਗਿਆਨ ਸਰੂਪ ਗੁਰੂ ਹੈ, ਗੁਰੂ ਨਹੀਂ ਹੈਗਾ। ਨਾਲ ਗਿਆਨ ਲੱਗ ਗਿਆ ਨਾ। ਗਿਆਨ ਗੁਰੂ ਸੀਗਾ ਇੱਕ ਉੱਥੇ ਕੋਈ, ਜਿਹਦੇ ਕੋ ਗਿਆਨ ਸੀਗਾ, ਮਿੱਤਰ ਜੀ ਨੂੰ। ਉਹੀ ਮਿੱਤਰ ਹੁਤੋ, ਉਹ ਪਹਿਲਾਂ ਵੀ ਉਸਨੇ ਦੱਸਿਆ ਸੀ, ਪਹਿਲਾਂ ਵੀ ਉਸਨੇ ਦੱਸਿਆ ਸੀ ਇਹਨੂੰ। ਕੋਈ ਸੀਗਾ ਹੋਰ ਗਿਆਨ ਗੁਰੂ। ਇਹਦਾ ਮਤਲਬ ਹੈ ਗਿਆਨ ਗੁਰੂ ਇਹਨੂੰ ਵੀ ਦੇਣ ਵਾਲਾ ਸੀ ਕੋਈ। ਇਹ ਉਲਟੇਰਾ ਪੈ ਗਿਆ, ਰਾਜ ਦੇ ਨਸ਼ੇ 'ਚ ਪੈ ਗਿਆ ਉਲਟੇਰਾ। ਫਿਰ ਗਿਆਨ ਗੁਰੂ ਨਹੀਂ ਰਾਜ ਕਰ ਰਿਹਾ, ਰਾਜ ਕਰਵਾ ਰਿਹਾ ਉਹ। ਗੁਰੂ ਫਿਰ ਅੱਡ ਬੈਠਾ, ਉਹਨੂੰ ਫਿਰ ਬੁਲਾ ਕੇ ਪੁੱਛਦਾ। ਐਡਾ ਬੜਾ ਰਾਜਾ ਹੋ ਕੇ ਆਖਰ ਫਿਰ ਉਹਨੂੰ ਬੁਲਾਇਆ। ਇਹ ਰਾਜ ਕਰਨ ਨੂੰ ਫਿਰਦੇ ਨੇ। ਅਕਲ ਨਹੀਂ, ਤੇ ਇੰਨੀ ਵੀ ਅਕਲ ਨਹੀਂ ਇਹਨਾਂ ਕੋਲ ਤਾਂ ਜਿੰਨੀ ਇਹਦੇ ਕੋਲ ਹੈ। ਇਹ ਵੀ ਅੜ ਗਿਆ। ਪਾਰਥਨਾ ਜੋਗੀ ਅਕਲ ਹੈ, ਪਾਰਥਨਾ ਜੋਗੀ ਪਾਵਰ ਹੈ। ਸੁਪਨੇ ਲੈਂਦੇ ਨੇ ਰਾਜ ਦੇ ਕਰਨ ਦੇ, ਸੁਪਨੇ ਲੈਂਦੇ ਨੇ। ਸੁਪਨੇ ਰਾਜ ਵਾਲੀ ਮਜ਼ਾਕ ਦੀ ਗੱਲ ਹੈ। ਗਿਆਨ ਗੁਰੂ ਤਿਨ ਕੋ ਹੁਤੋ ਪੂਛਾ ਤਾਹੇ ਬਣਾਏ। ਉਹ ਕਿਸੇ ਉਹਨੂੰ ਗਿਆਨ ਗੁਰੂ ਕਹਿੰਦੇ ਹੁੰਦੇ ਸੀ। ਉਹ ਕਿਹੜਾ ਲੁਕਿਆ ਹੋਇਆ ਸੀ, ਪਤਾ ਤਾਂ ਥਾ ਹੀ। ਕਹਿੰਦੇ ਉਹਨੂੰ ਪੁੱਛੀਏ ਬਈ, ਉਹ ਦੱਸੂ ਕੋਈ ਉਪਾਏ। ਉਹਦੀਆਂ ਗੱਲਾਂ ਅਜੀਬ ਹੁੰਦੀਆਂ ਨੇ, ਵੱਖਰੀਆਂ ਹੁੰਦੀਆਂ ਨੇ ਸੰਸਾਰ ਤੋਂ। ਉਹ ਸੰਸਾਰ ਤੋਂ ਉੱਤੇ ਦੀ ਗੱਲ ਕਰਦਾ, ਵੱਖਰੀ। ਉਹਨੂੰ ਪੁੱਛੀਏ। ਉਹਨੇ ਪਹਿਲਾਂ ਹੀ ਕਹਿ ਦਿੱਤਾ ਉਹਨੇ ਵੀ ਫੜਤਾ ਲਿਆ ਮਾਛੇ ਨਾਲ, ਤੇ ਹੁਣ ਪੇਟ ਨਹੀਂ ਇਹਦਾ ਫਟਣਾ। ਲਾ ਲੈਣ ਜੋਰ ਜਿਹੜਾ ਲੱਗਦਾ। ਉਹ ਦੱਸਦਾ ਉਹ ਕਿਸੇ ਨੇ ਵੀ ਉਹ ਤਾਂ ਕੱਦਾ ਕਹਿੰਦਾ ਵੀ ਫੜ ਲੈਣ ਦੇ, ਜਾਂ ਫੜਨਗੇ ਆਉਣਗੇ ਫਿਰ ਇੱਥੇ ਡੁੰਡ ਕੇ ਕਰਦੇ ਫਾਹੇ। ਫਾਂਸੀ ਇੱਥੇ ਆ ਕੇ ਲੱਗਣੀ ਉਹਨਾਂ ਨੂੰ। ਇਹਨਾਂ ਦਾ ਕਿਹੜਾ ਪੇਟ ਪਹਿਲਾਂ ਤਾਂ ਇਹਨਾਂ ਉਸੇ ਨੇ ਦੱਸਿਆ ਸੀ ਗਿਆਨ ਦਾ ਜਾਲ ਲਾਓ, ਗਿਆਨ ਦੇ ਗ੍ਰੰਥ ਫੋਲੋ। ਗਿਆਨ ਦਾ ਜਾਲ, ਗਿਆਨ ਦੇ ਗ੍ਰੰਥ ਫੋਲੋ। ਉੱਥੇ ਸਮਝੋ ਉਹਨਾਂ ਨੂੰ ਉੱਥੇ ਕੀ ਲਿਖਿਆ ਹੈ। ਉਹ ਦੱਤਾਤਰੇय ਵਾਲਾ ਗਿਆਨ ਲੈ ਲਓ। ਜਾਂ ਮਾਨਤਾ ਉਹਦਾ ਵੀ ਕਾਬੂ ਕੀਤਾ। ਦੋ ਪਦਾਰਥ ਉਹਦੇ ਕੋਲ ਵੀ ਸੀਗੇ ਜੀ। ਉਹੀ ਬੋਲੋ ਪਿੱਛੇ ਜਿਹੜਾ ਮਤ ਖਤਮ ਕਰਦਾ ਉਸ ਨੂੰ ਬੋਲ ਲੈ। ਤੂੰ ਮਰਛੰਦ ਭੱਟ ਤਿਆਗ ਕੈ ਸਭ ਗਰਭ। ਬਸ ਸਾਰਾ ਹੰਕਾਰ ਜਿਹੜਾ ਸੀ ਨਾ, ਬੜੇ ਬੜੇ ਯੋਧੇ ਸੀ ਇਹਦੇ ਪਾਰਸਨਾਥ ਦੇ, ਸਾਰਾ ਹੰਕਾਰ ਛੱਡਤਾ ਬਈ।
ਸਿਰ ਫੜ ਕੇ ਬੈਠ ਗਏ ਵੀ ਇੱਥੇ ਆ ਕੇ। ਸਾਤੇ ਦਾ ਮੱਛ ਦਾ ਇੱਕ ਪੇਟ ਨਹੀਂ ਫੜਦਾ। ਗੱਲਾਂ ਕਰਦੇ ਹਾਂ ਅਸੀਂ ਸੰਸਾਰ ਦੇ ਰਾਜੇ ਜਿੱਤਣ ਦੀਆਂ। ਇਹ ਤਾਂ ਜਾਨਵਰ ਹੈ, ਮੱਛ ਤਾਂ ਇੱਕ ਜੋ ਜਾਨਵਰ ਹੈ, ਮਨ ਜਾਨਵਰ ਹੈ, ਹਿਊਮਨ ਐਨੀਮਲ ਹੈ। ਸਾਰੇ ਸਰੀਰ ਇਹੀ ਧਾਰਨ ਕਰਦਾ ਹੈ ਜਾਨਵਰਾਂ ਦੇ। ਇਹ ਨਹੀਂ ਕਾਬੂ ਆਉਂਦਾ। ਸਭ ਦੇ ਵਿੱਚ ਮੱਛ ਹੈ ਇਹ। ਤੁਸੀਂ ਕਿਹੜੇ ਚੱਕਰ 'ਚ ਪੈ ਗਏ ਜਿੱਤਣ? ਨਿਪ ਤੀਰ ਬੋਲੇ ਸਰਬ। ਨਿਪ ਦੇ ਕੋਲ ਜਾ ਕੇ ਕਹਿਣ ਲੱਗੇ ਵੀ ਸਾਡੇ ਨੇ ਹੱਥ ਖੜੇ। ਇਹ ਨਹੀਂ ਕੱਟ ਹੁੰਦਾ ਕਿਵੇਂ ਵੀ। ਕਿਆ ਤਾਂ ਰਾਜਾ ਕਹੇ ਮੈਂ ਕੱਟਦਾ, ਪਿਆ ਮੰਨੇ ਹਾਰ ਵੀ ਸਾਡੇ ਵਾਸਤੇ ਤਾਂ ਹੈ ਨਹੀਂ ਗਾ ਇਹਦਾ ਪੇਟ ਫੜ ਲਓ। ਕਿਉਂ? ਉਹ ਵੀ ਇਹਦੇ ਹੀ ਸਿਖਾਏ ਹੋਏ ਤੇ, ਇਹਦੇ ਚੇਲੇ ਹੀ ਸੀ। ਸਾਰੀਆਂ ਮੱਤਾਂ ਵਾਲੇ ਆਪਣੇ ਚੇਲੇ ਬਣਾਏ ਹੋਏ ਨੇ। ਸਾਰੀਆਂ ਮੱਤਾਂ ਦੇ ਜਿੰਨੇ ਪ੍ਰਚਾਰਕ ਸੀ, ਗੁਰੂ ਬਣੇ ਫਿਰਦੇ ਸੀ, ਉਹ ਇਹਦੇ ਚੇਲੇ ਨੇ। ਉਹ ਕਹਿੰਦੇ ਹੁਣ ਇਹਦਾ ਨਹੀਂ ਪੇਟ ਫੜਦਾ, ਕਿਸੇ ਵੀ ਮੰਤਰ ਨਾਲ ਨਹੀਂ ਫੜਦਾ ਇਹਦਾ ਪੇਟ, ਕਿਸੇ ਵੀ ਜੁਗਤੀ ਨਾਲ ਨਹੀਂ ਇਹਦਾ ਪੇਟ ਫੜਦਾ। ਜੰਤਰ ਮੰਤਰ ਤੰਤਰ ਤਿੰਨੇ ਫੇਲ ਹੋ ਗਏ। ਹੁਣ ਦੱਸੋ ਕਿਵੇਂ ਫਟਿਆ ਇਹਦਾ ਫੇਲ? ਜੰਤਰ ਮੇ ਨਾ ਮੰਤਰ ਮੇ ਨਾ ਤੰਤਰ ਮੇ, ਇਹੀ ਤਿੰਨ ਸੀ ਇਹਨਾਂ ਕੋਲ। ਥੱਲੇ ਦੀਆਂ ਮੱਤਾਂ ਖੁੰਦ ਤਿੰਨੇ ਫੇਲ ਹੋ ਗਏ। ਹੁਣ ਦੱਸੋ ਕੀ ਕਰੀਏ? ਨਿਪ ਪੁੱਛੀਏ ਗੁਰ ਗਿਆਨ, ਕਹਿ ਦੇਈ ਤੋਹੇ ਵਿਧਾਨ। ਉਹ ਜਿਹੜੇ ਜੱਗ ਕਰਾਉਣੇ ਵਾਲੇ ਸੀ, ਪੰਡਤ ਆਏ ਹੋਏ ਵਿਧੀ ਨਾਲ, ਉਹ ਉੱਥੇ ਹੀ ਸੀ ਕਰੋੜਾਂ ਬੈਠੇ। ਉਹਨਾਂ ਦੇ ਪੁੱਛਿਆ, ਉਹਨਾਂ ਨੇ ਹੱਥ ਖੜੇ ਕਰਤੇ ਵੀ ਇਹ ਨਹੀਂ ਵਿਦਿਆ ਸਾਨੂੰ ਆਉਂਦੀ, ਅਸੀਂ ਜੱਗ ਕਰਾਉਣ ਜਾਣਦੇ ਹਾਂ, ਦਾਨ ਲੈ ਲਾਂਗੇ, ਉਹ ਕਰ ਲਾਂਗੇ, ਇਹ ਕੰਮ ਨਹੀਂ ਸਾਨੂੰ ਆਉਂਦਾ। ਇੱਧਰੋਂ ਹੱਥ ਖੜੇ ਹੋ ਗਏ ਸਾਰਿਆਂ ਦੇ ਵੀ ਉਹ ਕੰਮ ਜਾਣਦੇ, ਇਹ ਨਹੀਂ ਸਾਨੂੰ ਆਉਂਦਾ। ਕਿਉਂ? ਪੰਡਤ ਹੈ ਨਾ, ਉਹ ਪੰਡਤ ਸੀ। ਪੰਡਤਾਂ ਦੇ ਹੱਥ ਖੜੇ ਹੋ ਗਏ। ਕਰੋੜਾਂ ਹੀ ਪੰਡਤ ਸੀ ਜੱਗ ਕਰਾਉਣ ਵਾਲੇ, ਕਰੋੜਾਂ ਹੀ ਉਹਨਾਂ ਦੇ ਉੱਤੇ ਡਾਇਰੈਕਸ਼ਨ ਦੇਣ ਵਾਲੇ। ਸਾਰੇ ਹੀ ਫੇਲ ਕਰਤੇ। ਇਹ ਤਾਂ ਕਥਾ ਇੰਨਾ ਕੁਛ ਸੀ, ਦੁਨੀਆ ਦਾ ਸਾਰਾ ਹੀ ਫੇਲ ਹੈ ਇੱਥੇ ਆ ਕੇ। ਪਹਿਲਾਂ ਤਾਂ ਮਨ ਕਾਬੂ ਨਹੀਂ ਆਇਆ ਕਿਸੇ ਤੇ, ਉੱਥੋਂ ਹੱਥ ਖੜੇ ਕੀਤੇ। ਗਿਆਨ ਦਾ ਜਾਲ, ਉਹੀ ਜਿਹੜਾ ਮਿੱਤਰ ਹੈ ਉਸੇ ਨੇ ਗਿਆਨ ਦਾ ਜਾਲ ਪਾ ਕੇ ਦੱਸਿਆ ਵੀ ਐਂ ਕਾਬੂ ਆਊਗਾ। ਜਾਂ ਕਾਬੂ ਆ ਗਿਆ ਫਿਰ ਉਹ ਫੜਦਾ ਨਹੀਂ, ਅੰਦਰੋਂ ਨਹੀਂ ਲੱਭਦਾ, ਅੰਦਰੋਂ ਨਾਮ ਨਹੀਂ ਮਿਲਦਾ। ਜਾਂ ਟਿਕ ਗਿਆ ਮਨ ਤਾਂ ਟਿਕ ਗਿਆ, ਨਾਮ ਨਹੀਂ ਮਿਲਦਾ। ਨਾਮ ਕਿੱਥੋਂ ਮਿਲੇ? ਉਹ ਇੱਕ ਹੋਏ ਤਾਂ ਉੱਗਵੇ, ਉੱਗੂ ਕਿਵੇਂ? ਫਟ ਕੇ ਉੱਗਦਾ ਹੈ। ਜੇ ਫਟੇ ਤਾਂ ਉੱਗੇ। ਬ੍ਰਹਮਾਗਣ ਕਿੱਥੋਂ ਆਵੇ? ਗੋਲਾ ਗਿਆਨ ਦਾ ਚੱਲੇ ਕਿਵੇਂ? ਬੀਜ ਫਟੂਗਾ ਤਾਂ ਉੱਗੂਗਾ। ਜਦ ਉੱਤੋਂ ਛਿਲਕਾ ਹੀ ਨਹੀਂ ਫਟਿਆ, ਉੱਗੂ ਕਿਵੇਂ? ਅੰਦਰੋਂ ਪੌਦਾ ਕਿਵੇਂ ਬਾਹਰ ਆਵੇ? ਪੇੜ ਦਾ ਦਰਸ਼ਨ ਕਿਵੇਂ ਹੋਵੇ? ਬੀਜ ਦੇ ਵਿੱਚ ਜੋ ਹੈ ਉਹ ਤਾਂ ਪੇੜ ਹੈ ਨਾ, ਪੇੜ ਦਾ ਦਰਸ਼ਨ ਕਿਵੇਂ ਹੋਵੇ? ਅਸਲੀ ਤਾਂ ਪੇੜ ਦੀ ਗੱਲ ਹੈ, ਬੀਜ ਦੀ ਗੱਲ ਨਹੀਂ ਹੈ। ਜਿੱਥੋਂ ਬੀਜ ਪੈਦਾ ਹੋਇਆ ਉਹ ਪੇੜ ਦੀ ਗੱਲ ਹੈ, ਜਿੱਥੋਂ ਮਨ ਪੈਦਾ ਹੋਇਆ ਉਹ ਬੀਜ ਹੈ। ਬੀਜ ਦੇ ਵਿੱਚੋਂ ਪੈਦਾ ਹੋਇਆ ਨਾ ਮਨ। ਧੁੱਪ ਕਿੱਥੋਂ ਪੈਦਾ ਹੋਈ? ਸੂਰਜ 'ਚ। ਉਹ ਦੇਖਣਾ ਕਿਵੇਂ ਪੈਦਾ ਹੁੰਦੀ ਹੈ ਧੁੱਪ, ਕਾਹਚੋਂ ਪੈਦਾ ਹੁੰਦੀ ਹੈ ਧੁੱਪ, ਮਨ ਕਾਹਚੋਂ ਪੈਦਾ ਹੁੰਦਾ। ਹਾਂਜੀ। ਨਿਪ ਪੁੱਛੀਏ ਗੁਰ ਗਿਆਨ, ਕਹਿ ਦੇਈ ਤੋਹੇ ਵਿਧਾਨ। ਨਿਪ ਪੁੱਛੀਏ ਗੁਰ ਗਿਆਨ। ਨਿਪ ਨੇ ਫਿਰ ਉਹ ਤੇ ਗੁਰ ਆਦੇ, ਹੁਣ ਇੱਥੇ ਗੁਰ ਲਫ਼ਜ਼ ਆ ਗਿਆ। ਨਿਪ ਪੁੱਛੀਏ ਗੁਰ ਕੱਲਾ ਗੁਰ, ਕੱਲਾ ਗੁਰ ਆ ਗਿਆ, ਗੁਰੂ ਨਹੀਂ ਆਇਆ ਹੁਣ। ਗਿਆਨ ਗੁਰੂ ਨੂੰ ਗੁਰ ਕਿਹਾ ਹੋਇਆ। ਗੁਰ ਗਿਆਨ ਹੁੰਦਾ ਨਾ। ਗੁਰ ਤੋਂ ਗਿਆਨ ਪੁੱਛਿਆ ਫਿਰ ਵੀ ਹੁਣ ਤੂੰ ਦੱਸ ਕੋਈ ਵਿਧਾਨ, ਤੂੰ ਵਿਧਾਨ ਤਰੀਕਾ ਦੱਸ। ਉਹ ਵਿਧੀ ਵਿਧਾਨ ਜੱਗ ਵਾਲਿਆਂ ਦਾ ਫੇਲ ਹੋ ਗਿਆ। ਇਹ ਤੇਰੇ ਵਾਲੀ ਵਿਧੀ ਵਿਧਾਨ ਨਾ ਹੋਊਗਾ ਇਹਦਾ ਪੇਟ ਚਾਕ, ਉੱਦਾਂ ਨਹੀਂ ਹੋਣਾ। ਇਹ ਉਗੂਗਾ ਹੁਣ ਬੀਜ ਤੇਰੇ ਵਾਲੇ ਗਿਆਨ ਨਾਲ ਉਗੂਗਾ। ਤੂੰ ਵਿਧੀ ਦੱਸ ਇਹਦੀ ਉਗਣ ਦੀ, ਕਿਵੇਂ ਉਗੂ, ਕਿਵੇਂ ਇਹਦਾ ਪੇਟ ਫਟੇ, ਕਿਵੇਂ ਅੰਦਰੋਂ ਜਿਹੜੇ ਨਾ ਦਰਸ਼ਨ ਹੋਣ ਮਸ਼ਿੰਦਰ ਨਾਥ ਦੇ। ਤੋਟਕ ਵਿਦ ਪੂਰ ਕੈ ਸੁਭਚਾਰ, ਅਰ ਗਿਆਨ ਰੀਤ ਵਿਚਾਰ। ਹਾਂ, ਗਿਆਨ ਰੀਤ ਦੀ ਵਿਚਾਰ ਚੱਲ ਪਈ। ਹੁਣ ਗਿਆਨ ਵਿਚਾਰ ਚੱਲ ਪਈ। ਗਾਹਾਂ ਸਾਰੇ ਟਿਕ ਕੇ, ਸਾਰੇ ਬਹਿ ਕੇ ਆਰਾਮ ਨਾਲ ਆਪਣੀਆਂ ਆਪਣੀਆਂ ਵਿਧੀਆਂ ਤਿਆਗ ਕੇ
विद पूर कै सुविचार। हाँ, शुभ चार वाला, शुभ आचरण वाला आ गए। विधियां छड़तियां, कोई तरीका नहीं है, विधि नहीं है। विधि होंदी है बंदे लेवल दी। शुभ विचारधारा, शुभ विचारां वाला आ गए। विचार शुभ रखो। एक गुर भाखीऐ मोह भेव, किम देखीऐ मुनि देव। ਤਾਂ ਉਹਨੇ ਭੇਵ ਦੱਸਿਆ ਵੀ ਮੁਨੀ ਦੇਵ ਦਾ ਦਰਸ਼ਨ ਕਿਵੇਂ ਹੁੰਦਾ ਹੁੰਦਾ। ਫਿਰ ਉਹਨੇ ਸਮਝਾਇਆ ਭਾਈ ਇਹ ਐ ਹੁੰਦਾ ਹੁੰਦਾ। ਗੁਰ ਗਿਆਨ ਬੋਲਿਓ ਬੈਨ, ਸੁਭ ਬਾਜ ਸੋ ਸੁਖ ਦੈਨ। ਜੋ ਗੁਰੂ ਨੇ ਉਦੋਂ ਵਿੱਚ ਮਤਲਬ ਹੈ ਜਿਹੜਾ ਸੀਗਾ ਕੋਈ ਗੁਰਮੁਖ, ਜੋ ਉਹਨੇ ਉਦੋਂ ਬਚਨ ਕਥਾ ਇਹਨਾਂ ਨੂੰ ਉਚਾਰਨ ਕੀਤੇ, ਉਪਦੇਸ਼ ਦਿੱਤਾ, ਉਹਦੇ ਨਾਲ ਸੁਖ ਔਰ ਚੈਨ ਪੈਦਾ ਹੋਇਆ ਸਭ ਦੇ ਅੰਦਰ। ਅਸਲ ਦੇ ਸ਼ੁਭ ਬਾਜ ਸੋ ਸੁਖ ਦੈਨ। ਹਾਂ, ਸ਼ੁਭ ਬਚਨਾਂ ਨਾਲ ਸੁਖ ਔਰ ਚੈਨ। ਨਹੀਂ ਤਾਂ ਸਾਰਿਆਂ ਦੇ ਅੰਦਰ ਉਹਦੀ ਉਹ ਯੱਗ ਨਹੀਂ ਪੂਰਾ ਕਰਨਾ, ਉਹ ਕਰਨਾ, ਉਹ ਜਿਹੜਾ ਸੀ ਉਹ ਸਾਰੇ ਹੀ ਭੁੱਲ ਗਏ। ਉਹ ਜਿਹੜਾ ਸਾਰਾ ਪਿੱਛੇ ਸੀ ਨਾ, ਘੋੜੇ ਬੰਨੇ ਹੋਏ ਨੇ, ਰਾਜੇ ਬੰਨੇ, ਉਹ ਛੱਡਤਾ। ਓਹੋ ਵੀ ਇਹ ਕਿਹੜੇ ਰਾਹ ਪੈ ਗਿਆ ਸੀ। ਇਹ ਤਾਂ ਸਭ ਦੇ ਅੰਦਰ ਹੈ। ਫਿਰ ਇਹ ਤਾਂ ਮਾਰਨ ਵਾਲਾ ਦਾ ਜਿਹੜਾ ਹੋਰ ਹੈ ਸਾਡੇ ਨੂੰ, ਜਿਹਨੇ ਤੈਨੂੰ ਵੀ ਮਾਰ ਦੇਣਾ, ਫਿਰ ਉਹ ਬੜਾ ਹੋਇਆ ਕਿ ਤੂੰ ਬੜਾ ਹੋਇਆ। ਚਲੋ ਮੰਨ ਲਿਆ ਤਾਂ 1.25 ਲੱਖ ਰਾਜਾ ਬਲੀ ਦੇ ਦਿੱਤੀ। ਜਿਹਨੇ ਤੇਰੀ ਬਲੀ ਲੈ ਲੈਣੀ ਹੈ, ਫਿਰ ਉਹ ਬੜਾ ਹੋਇਆ ਕਿ ਤੂੰ ਬੜਾ ਹੋਇਆ। ਤੇ ਜਿਹਨੇ ਪਹਿਲਾਂ ਕੀਤਾ ਸੀ ਯੱਗ, ਉਹ ਜਿਹਨੇ ਮਾਰਿਆ, ਫਿਰ ਉਹ ਬੜਾ ਹੋਇਆ ਕਿ ਤੂੰ ਬੜਾ ਹੋਇਆ। ਤੇਰਾ ਨਾਂ ਫਿਰ ਨਹੀਂ ਰਹਿਣਾ, ਉਹਦਾ ਹੀ ਰਹਿਣਾ। ਇਹ ਰਾਹ ਨਾ ਪਾਓ, ਇਹ ਰਾਹ ਨਹੀਂ ਠੀਕ ਹੈਗਾ। ਇਹ ਹੰਕਾਰ ਦਾ ਰਸਤਾ ਹੈ। ਐਦਾਂ ਨਹੀਂ ਬੜੇ ਹੁੰਦਾ ਹੁੰਦਾ। ਹੁਣ ਡਰਦੇ ਬੜਾ ਬੜਾ ਕਹੀ ਜਾਂਦੇ, ਆਉਣ ਵਾਲੇ ਬਾਅਦ 'ਚ ਬਦਨਾਮੀ ਕਰਨਗੇ ਤੇਰੀ। ਹੁਣ ਦਵੀ ਜ਼ਬਾਨ 'ਚ ਕਰਦੇ ਹੋਣੇ ਨੇ, ਆਦਰ ਕਰਦਾ ਹੋਊ, ਡਰਦੇ ਬੋਲਦੇ ਨਹੀਂ ਹੋਣੇ, ਫਿਰ ਬੋਲਣ ਲੱਗ ਜਾਣਗੇ। ਹੁਣ ਵੀ ਬੋਲਣ ਲੱਗ ਸਕਦੇ ਨੇ। ਆਦਮੀ ਦਾ ਕੀ ਪਤਾ ਕੈਸਾ ਹੋਣੇ ਨੇ, ਤੰਦਰੁਸਤ ਨਹੀਂ ਮਰ ਸਕਦਾ। ਉਹਨੇ ਸਾਰੀ ਗੱਲ ਸਮਝਾਈ ਖੁੱਲ੍ਹ ਕੇ। ਇਹ ਹੰਕਾਰ ਦਾ ਹੀ ਰਸਤਾ ਹੈ, ਕੁਛ ਨਹੀਂ ਹੈਗਾ। ਇਹ ਜਿਹੜੇ ਅੱਗੇ ਜਾ ਕਰ ਬੈਠੇ ਅਸ਼ਮੇਧ ਹੈਗੇ ਨੇ ਇੱਥੇ, ਕੌਣ ਪੁੱਛਦਾ? ਹੁਣ ਤੂੰ ਕਹਿੰਦਾ ਮੇਰਾ ਨਾਂ ਚੱਲੇ, ਕੋਈ ਹੋਰ ਆਜੂ ਤੇਰਾ ਕੱਟ ਕੇ ਦੂਆ ਆਪਣੇ ਚਲਾ ਦੂਗਾ। ਇਹ ਤਾਂ ਰਾਹ ਤੁਸੀਂ ਉਲਟ ਕਰਤਾ। ਰਿਕਾਰਡ ਬਣਾਉਣ ਲੱਗੇ, ਕਿਤਾਬਾਂ 'ਚ ਲਿਖਣ ਲੱਗੇ। ਹੁਣ ਐਸੇ ਨੇ ਆਦਮੀ, ਉਹ ਸਾਰੀ ਜੀਵਨ ਰਿਕਾਰਡ ਤੋੜਨ ਨੂੰ ਲਾ ਦਿੰਦੇ ਨੇ। ਰਿਕਾਰਡ ਤੋੜਨ ਵਾਸਤੇ ਉਹ ਨਸ਼ਿਆਂ ਦੀ ਵਰਤੋਂ ਕਰਦੇ ਨੇ। ਇਹ ਤੇ ਜ਼ਿੰਦਗੀਆਂ ਖਰਾਬ ਹੋ ਰਹੀਆਂ ਨੇ। ਇਹਦੇ 'ਚ ਲੱਭਦਾ ਕੀ ਹੈ? ਰਿਕਾਰਡ ਤੋੜਨ ਦੇ ਵਿੱਚ ਕੀ ਲੱਭਦਾ ਇਹਨਾਂ ਦੇ ਵਿੱਚੋਂ? ਕੁਛ ਵੀ ਨਹੀਂ। ਨਸ਼ਾ ਇੱਕ, ਇਹ ਵੀ ਇੱਕ ਨਸ਼ਾ ਹੀ ਹੈ ਬੇਮਤਲਬ। ਰਾਸ਼ਟਰਪਤੀ ਅਵਾਰਡ ਦੇਈ ਜਾਂਦੇ ਨੇ ਮੂਰਖ। ਉਹੀ ਆ ਨਾ, ਕੁਲਹਾਂ ਦਿੰਦੇ ਬਾਬਲੇ, ਲੈਂਦੇ ਬੜੇ ਨਲੱਜ। ਉਹ ਦੇਣੇ ਵਾਲੇ ਦਾ ਪਾਗਲ ਨੇ, ਲੈਣ ਵਾਲੇ ਨਲੱਜ ਨੇ। ਉਹਨਾਂ ਦਾ ਆਪਣਾ ਰਾਜ ਕਾਇਮ ਕਰਨਾ। ਜਿਹੜਾ ਗਾਹਾਂ ਨੂੰ ਆਉਂਦਾ ਉਹਨੂੰ ਬੁਰਕੀ ਪਾ ਦਿੰਦੇ ਨੇ, ਚਲੋ ਪੂੰਛ ਲਾ ਦਿੰਦੇ, ਨਾਲ ਰਲ ਜਾਂਦਾ। ਦੂਜੇ ਨੂੰ ਇਹ ਹੁੰਦਾ ਵੀ ਅਸੀਂ ਰਿਕਾਰਡ ਤੋੜੀਏ, ਸਾਨੂੰ ਵੀ ਮਿਲ ਜੂ। ਆਏ ਪਾਸੇ ਰੱਖੇ ਨੇ ਲੋਕ ਲਾ ਕੇ। ਅਸਲੀ ਮੁੱਦਾ ਛੱਡਿਆ ਹੋਇਆ। ਅਸਲੀ ਮੁੱਦਾ ਛੱਡਿਆ ਹੋਇਆ। ਹੁਣ ਲੋੜ ਉਸੇ ਦੀ ਪੈ ਗਈ, ਨੈਤਿਕਤਾ ਦੀ। ਲਿਆਓ ਕਿੱਥੋਂ ਲਿਆਉਂਗੇ? ਨੈਤਿਕਤਾ ਦਾ ਕੰਪੀਟੀਸ਼ਨ ਰੱਖਦੇ ਤਾਂ ਨੈਤਿਕਤਾ ਰਹਿੰਦੀ। ਇਹਦੇ ਤਾਂ ਕੰਪੀਟੀਸ਼ਨ ਨਹੀਂ ਤੁਸੀਂ ਰੱਖਿਆ। ਸਾਰੀਆਂ ਗੱਲਾਂ ਦੇ ਕੰਪੀਟੀਸ਼ਨ ਹੈ, ਨੈਤਿਕਤਾ ਦਾ ਕੰਪੀਟੀਸ਼ਨ ਕਿਤੇ ਨਹੀਂ ਹੈ। ਨੈਤਿਕਤਾ ਦਾ ਬੱਚਿਆਂ 'ਚ ਹੁੰਦਾ, ਸਕੂਲਾਂ 'ਚ ਹੁੰਦਾ, ਥੱਲੇ ਹੁੰਦਾ। ਫੇਰ ਗੱਲ ਨੈਤਿਕਤਾ ਰਹਿੰਦੀ। ਰਹੂ ਕਿਵੇਂ ਨੈਤਿਕਤਾ? ਪੈਦਾ ਕਿੱਥੋਂ ਹੋਊਗੀ? ਸੁਪਨੇ 'ਚ ਪੈਦਾ ਹੋ ਜੂ। ਲੋੜ ਜਿਹੜੀ ਚੀਜ਼ ਦੀ ਉਹ ਵਿਸਾਰਤੀ। ਬਹੁਤ ਮੂੰਹ ਅੱਡੀ ਖੜੀ ਹੈ ਸਾਰੇ ਵਿੱਚ। ਸਾਰਿਆਂ ਦਾ ਇੱਕੋ ਵਾਰੇ ਉਹਨੇ ਬੁਰਕੀ ਭਰ ਲੈਣੀ ਹੈ। ਐ ਅੱਡੀ ਖੜੀ ਹੈ ਮੂੰਹ। ਇਹ ਗੱਲ ਦੱਸੀ ਵੀ ਤੂੰ 1.25 ਲੱਖ ਦੀ ਬੁਰਕੀ ਭਰ ਲੇਂਗਾ, ਉਹਨੇ ਵਿੱਚੇ ਤੇਰੀ ਵੀ ਭਰ ਲੈਣੀ ਹੈ, ਵਿੱਚੇ ਸਾਡੀ ਵੀ। ਆ ਜਿਹੜੇ ਨਾਲ ਦੇ ਨੇ ਤੇਰੇ, ਇਹਨਾਂ ਦੀ ਵੀ ਭਰ ਲੈਣੀ ਹੈ, ਜਿਹੜੇ ਇਸ ਵਾਰ ਮਦਤੀ ਨੇ। ਇੱਕ ਚੀਜ਼, ਇੱਕ ਛੋਟੀ ਮੱਛੀ ਨੇ ਬੜੀ ਆਪ ਤੋਂ ਛੋਟੀ ਖਾ ਲਈ, ਉਹ ਤੋਂ ਬੜੀ ਨੇ ਉਹ ਖਾ ਲਈ, ਉਹ ਤੋਂ ਬੜੀ ਨੇ ਉਹ ਖਾ ਲਈ। ਇਹ ਤਾਂ ਫਿਰ ਤਾਂ ਕੋਈ ਗੱਲ, ਇਹਦਾ ਕੋਈ ਹੱਦ ਨਹੀਂ ਹੈ ਫਿਰ ਇਹਦੀ।
और ਜਿਹਨੇ ਸਭ ਤੋਂ ਬੜੀ ਖਾ ਲਈ ਫਿਰ ਉਹ ਕੌਣ ਹੈ? ਉਹ ਫਿਰ ਬੜਾ ਹੀ ਰਹੂਗਾ। ਔਰ ਉਹ ਮੱਛੀ ਦੀਂਦੀ ਉਹ ਨਹੀਂ ਜਿਹੜੀ ਸਭ ਤੋਂ ਬੜੀ ਉਹਨੂੰ ਖਾਂਦੀ ਹੈ, ਉਹ ਦੀਂਦੀ ਨਹੀਂ, ਉਹਦਾ ਵਜੂਦ ਕੋਈ ਨਹੀਂ, ਉਹ ਪ੍ਰਗਟੇ ਨਹੀਂ ਸੰਸਾਰ ਕੋਈ ਜਿਹੜਾ ਸਭ ਨੂੰ ਖਾਈ ਜਾਂਦਾ ਹੈ। ਉਹ ਆਪਣਾ ਚੁੱਪ ਹੈ, ਇਹਨਾਂ ਨੂੰ ਫਿਰ ਹੀ ਜਾਣਦੇ, ਆਪਣਾ ਕੰਪੀਟੀਸ਼ਨ ਲੜਦੇ ਨੂੰ। ਆਖਰ ਤਾਂ ਮੇਰੇ ਕੋਲੇ ਆਉਣਾ। ਉਹ ਮਹਾਕਾਲ ਹੈ, ਉਹੀ ਮਹਾਕਾਲ ਹੈ। ਕਾਲੂ ਕੋ ਕਾਲ, ਇੱਕ ਦੂਏ ਦਾ ਕਾਲ ਹੈ, ਇਹਨੇ ਉਹ ਸਭ ਦਾ ਕਾਲ ਹੈ। ਉਹਨੂੰ ਭੁੱਲ ਜਾਂਦਾ ਜਦ, ਫਿਰ ਇਹ ਕਾਲ ਬਣਦਾ ਦੂਏ ਦਾ। ਹਾਂਜੀ। ਛੁਰਕਾ ਵਿਵੇਕ ਲੈ ਹਾਥ, ਇਹ ਫਾਰੀਐ ਤੇ ਸਾਥ। ਉਹ ਕਹਿੰਦਾ ਜੇ ਭਾਈ ਇਹਦਾ ਪੇਟ ਪਾਲਣਾ ਵਿਵੇਕ ਦੀ ਛੁਰੀ ਲੈ ਲਓ ਕਿਤੋਂ, ਵਿਵੇਕ ਦਾ ਛੁਰਾ ਲਿਆਓ ਕਿਤੋਂ ਜੇ ਮਿਲਦਾ ਹੈ। ਵਿਵੇਕ ਦਾ ਛੁਰਾ ਤਾਂ ਬਾਜ਼ਾਰ 'ਚ ਥਾ ਨਹੀਂ, ਹੁਣ ਵੀ ਨਹੀਂ ਹੈਗਾ। ਜੇ ਕੋਈ ਵਿਵੇਕ ਦਾ ਛੁਰਾ ਲੈਣ ਜਾਊਗਾ, ਇਹ ਜਿੱਥੇ ਛੁਰੀਆਂ ਬਣਦੀਆਂ ਨੇ ਉਹਨਾਂ ਨੂੰ ਕਹਾਂ ਵੀ ਵਿਵੇਕ ਦੀ ਛੁਰੀ ਬਣਾ ਦਿਓ, ਬਣਾ ਦੇਣਗੇ। ਛੁਰਾ ਵਿਵੇਕ ਦਾ ਚਾਹੀਦਾ ਇਹਦਾ ਪੇਟ ਪਾਲਣ ਨੂੰ। ਇਹਨਾਂ ਹਥਿਆਰਾਂ ਨਾਲ ਨਹੀਂ ਇਹਦਾ ਪੇਟ ਫੜਦਾ। ਕਹਿੰਦੇ ਅਸੀਂ ਤਾਂ ਸੁਣਿਆ ਹੀ ਨਹੀਂ ਕਦੇ ਨਾ। ਕਹਿੰਦਾ ਤੁਸੀਂ ਗਿਆਨ ਦਾ ਜਾਲ ਸੁਣਿਆ ਸੀ? ਤੁਸੀਂ ਕੀ ਸੁਣਿਆ ਸੀ? ਤੁਸੀਂ ਸੁਣਿਆ ਸੀ ਜਿਹੜਾ ਤੁਸੀਂ ਖੀਰ ਸਾਗਰ ਸੁਣਿਆ ਸੀ? ਐਸੇ ਸਾਗਰ ਨੂੰ ਖੀਰ ਸਾਗਰ ਕਹਿੰਦੇ ਸੀ। ਐਸੇ ਜਾਲ ਦਾ ਪਤਾ ਤੁਹਾਨੂੰ ਸੂਦ ਦੇ ਦਾ, ਐਸੇ ਸਮੁੰਦਰ ਦਾ ਪਤਾ ਹੈ ਤੁਹਾਨੂੰ। ਪਤਾ ਕੀ ਹੈ? ਹੁਣ ਮੱਛੀ ਦਾ ਫੜ ਲਿਆ ਨਾ ਗਿਆਨ ਦੇ ਜਾਲ ਨਾਲ। ਗਿਆਨ ਨਾਲ ਨਹੀਂ ਗੱਲ ਬਣੀ, ਵਿਵੇਕ ਨਾਲ ਗੱਲ ਬਣਨੀ। ਹੁਣ ਛੁਰਾ ਵੀ ਵਿਵੇਕ ਦਾ ਚਾਹੀਦਾ ਹੈ। ਵਿਵੇਕ ਗਿਆਨ ਤੋਂ ਗਾਹਾਂ ਦੀ ਗੱਲ ਹੈ। ਗਿਆਨ ਗੁਰਮਤਿ ਦੇ ਵਿੱਚੋਂ ਮਿਲ ਸਕਦਾ ਸਾਨੂੰ। ਗੁਰਬਾਣੀ 'ਚ ਗਿਆਨ ਹੈ, ਵਿਵੇਕ ਦਾ ਛੁਰਾ ਨਹੀਂ ਹੈ। ਗੁਰਬਾਣੀ 'ਚ ਵਿਵੇਕ ਦਾ ਛੁਰਾ ਨਹੀਂ ਹੈ। ਇੱਥੇ ਵਿਵੇਕ ਦੇ ਛੁਰੇ ਦਾ ਗਿਆਨ ਹੈ। ਵਿਵੇਕ ਦਾ ਛੁਰਾ ਕੀ ਹੈ? ਵਿਵੇਕ ਦਾ ਛੁਰਾ ਤਤ, ਤਤ ਨਾਮ ਸਭ ਹੀ ਪੁਰ, ਸਭ ਹੀ ਸਿਰ ਨਾਮ ਤਤ ਸਭ ਹੀ ਸਿਰ ਜਾਪੈ। ਤੁਰਕੀ ਬਾਣੀ ਹੈ ਜਿਹੜੀ ਸੁਣੀ, ਜਿਹਨੂੰ ਸੁਣ ਕੇ ਇਹ ਬੋਲੀ ਹੈ, ਇਹ ਜਿਹੜੀ ਸੁਣੀ ਹੈ ਉਹਦਾ ਗਿਆਨ ਹੈ। ਉਹ ਵਿਵੇਕ ਦਾ ਛੁਰਾ ਹੈ। ਹੁਕਮ ਨਾਮ ਤਤ ਹੈ, ਉਹ ਛੁਰਾ ਵਿਵੇਕ ਦਾ। ਉਹਦੇ ਨਾਲ ਫਟਣਾ ਇਹ ਉਹ ਬ੍ਰਹਮਾ ਕਹਿਣਾ ਉੱਥੋਂ ਆਉਣੀ ਹੈ। ਇਹ ਅਗਨਾਨੀ ਗੱਲ ਬਣਨੀ ਹੈ। ਗਿਆਨ ਦਾ ਗੋਲਾ ਚੱਲਣਾ, ਇਹ ਫਾਰੀਅਤ ਹੈ ਸਾਥ। ਉਹਦੇ ਨਾਲ ਪਾੜੂ ਇਹ ਪੇਟ। ਵਿਵੇਕ ਦਾ ਛੁਰਾ ਮੰਗੋ। ਵਿਵੇਕ ਦੇ ਛੁਰੇ ਦੀ ਹੁੰਦੀ ਹੈ ਆਰਾਧਨਾ। ਜਪਿਆ ਨਹੀਂ ਜਾਂਦਾ, ਨਾ ਸਿਮਰਨ ਹੁੰਦਾ ਉਹਦਾ ਨਾ ਸਿਮਰਨ ਨਾ ਉਹ ਜਪਿਆ ਜਾਂਦਾ। ਸਿਮਰਨ ਨਾਲ ਜਪਣਾ ਜਿਹੜਾ ਹੈਗਾ ਉਹ ਗਿਆਨ ਦੇ ਜਾਲ ਦੀ ਗੱਲ ਹੈ। ਸਿਮਰਨ ਔਰ ਜਪਣ ਨਾਲ ਗਿਆਨ ਦਾ ਜਾਲ ਤਿਆਰ ਹੁੰਦਾ। ਜਪਣ ਨਾਲ ਰੱਸੀ ਵੱਟ ਹੁੰਦੀ ਹੈ, ਸੰਤੋਖ ਸੂਤ ਹੁੰਦਾ। ਫਿਰ ਜਦੀਆਂ ਗੰਢਾਂ ਪੈਂਦੀਆਂ ਨੇ, ਸਾਦਾ ਵਟਾ ਚੜ੍ਹਦਾ ਤਾਂ ਜਾਲ ਬਣਦਾ। ਫਿਰ ਮਨ ਕਾਬੂ ਹੁੰਦਾ, ਗਿਆਨ ਕਾ ਬੱਧਾ ਬਣ ਰਿਹਾ। ਇਹਦੇ ਨਾਲ ਜਾਲ ਬਣਦਾ ਗੁਰਬਾਣੀ ਦੇ ਗਿਆਨ ਨਾਲ। ਉਹਦੀ ਹੈ ਆਰਾਧਨਾ। ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ। ਦੀਜਾ ਬੁੱਧ ਵਿਵੇਕਾ। ਉਹ ਵਿਵੇਕ ਬੁੱਧੀ ਹੀ ਸ਼ਰੀ ਹੈ। ਉਹ ਸੱਚ ਕੀ ਕਰਤੀ ਗੁਰਬਾਣੀ 'ਚ ਦੱਸੀ ਹੋਈ ਹੈ। ਉਹਦਾ ਗਿਆਨ ਕਰਾਇਆ ਹੋਇਆ। ਗੁਰਬਾਣੀ 'ਚ ਛੁਰੀ ਨਹੀਂ ਹੈ, ਉਹ ਤਾਂ ਚੇਤਨ ਹੈ। ਚੇਤਨ ਇਹ ਗਿਆਨ ਜੜ ਹੈ। ਇਹ ਗਿਆਨ ਹੁੰਦਾ ਹੀ ਜੜ ਹੈ। ਇਸੇ ਕਰਕੇ ਉਹ ਜੜ ਸਰੀਰ ਦੇ ਵਿੱਚ ਹੈ ਜਿਹੜਾ, ਉਹ ਗਿਆਨ ਗੁਰੂ ਕਹਿੰਦਾ, ਉਹ ਗੁਰਦੇਵ ਕਹਿੰਦਾ ਉਹਨੂੰ। ਗੁਰੂ ਨਹੀਂ ਹੈ ਗੁਰੂ। ਫਿਰ ਸ਼ਬਦ ਜਿਹੜਾ ਤੁਰਕੀ ਬਾਣੀ ਉਹਦੇ ਖਾਤਰ ਕਿਹੜਾ ਲਫ਼ਜ਼ ਇਸਤੇਮਾਲ ਕਰਾਂਗੇ? ਉਹ ਕੀ ਹੋਇਆ ਫਿਰ? ਤੁਰਕੀ ਬਾਣੀ ਫਿਰ ਕੀ ਰਹੇਗੀ? ਉਹ ਫਿਰ ਸੱਚਖੰਡ ਦਾ ਕੋਈ ਪਾਵਰ ਨਾ ਰਹੀ। ਜਿਹੜੀ ਸੱਚਖੰਡ ਦੀ ਇੱਛਾ ਸ਼ਕਤੀ ਹੈ ਉਹੀ ਗਿਆਨ ਛੁਰਾ ਹੈ। ਉਹੀ ਛੁਰਾ ਹੈ। ਉਹਨਾਂ ਦੀ ਮਰਜ਼ੀ ਹੈ ਜਿਹੜੀ, ਉਹੀ ਛੁਰਾ ਹੈ। ਸਾਡੀ ਮਰਜ਼ੀ ਕੋਈ ਛੁਰਾ ਨਹੀਂ। ਹਾਂਜੀ। ਕੋਟਕ
ਤਬ ਕਾਮ ਤੈਸੋਈ ਕੀਨ। ਹੁਣ ਫਿਰ ਆਰਾਧਨਾ ਹੋਣ ਲੱਗੀ, ਤੈਸੋ ਹੀ ਕੰਮ ਕਰੇ, ਕੰਮ ਤੈਸੋ ਹੀ ਕੀਨ ਕੀ ਆਰਾਧਨਾ। ਤਬ ਕਾਮ ਤੈਸੋਈ ਕੀਨ, ਉਹੀ ਗਿਆਨ ਜਿਉ ਸਿੱਖ ਦੀਨ। ਆ ਜੋ ਗੁਰੂ ਗਿਆਨ ਨੇ ਸਿੱਖਿਆ ਦਿੱਤੀ ਸੀ, ਜੋ ਗੁਰਬਾਣੀ ਦੀ ਸਿੱਖਿਆ ਉਹ ਕੰਮ ਕਰਨਾ ਹੈ। ਕਾਹਦੇ ਵਾਸਤੇ? ਛੁਰੇ ਵਾਸਤੇ। ਗੁਰਬਾਣੀ ਸਿਰਫ ਸਿੱਖਿਆ, ਕੁਝ ਕੰਮ ਕਰਨ ਵਾਸਤੇ, ਇਹ ਤੋਂ ਗਾਹਾਂ ਨਹੀਂ ਹੈ। ਜੇ ਕਰ ਲਓਗੇ ਨਾਮ ਮਿਲ ਜੂਗਾ ਬਸ। ਨਾਮ ਪ੍ਰਾਪਤੀ ਦਾ ਗਿਆਨ ਹੈ ਗੁਰਬਾਣੀ 'ਚ। ਕਿਵੇਂ ਪ੍ਰਾਪਤ ਹੋਊ, ਕੀ ਅੜਚਣਾ ਨੇ, ਕਿਉਂ ਨਹੀਂ ਮਿਲੂਗਾ, ਉਹ ਵੀ ਨਾਲ ਦੱਸਤਾ। ਉਹ ਅੜਚਣਾ ਹਟਾਉਣੀਆਂ ਪੈਣਗੀਆਂ ਤੁਹਾਨੂੰ, ਦਵਾਈ ਖਾਣੀ ਪਊਗੀ, ਪਰਹੇਜ਼ ਰੱਖਣਾ ਪਊਗਾ। ਇੰਨੀ ਉਹ ਗੱਲ ਹੈ ਗੁਰਬਾਣੀ 'ਚ, ਇਹ ਤੋਂ ਜ਼ਿਆਦਾ ਦੱਸੀ ਵੀ ਨਹੀਂ ਜਾ ਸਕਦੀ। ਬਾਕੀ ਗੱਲ ਬੁੱਝਣ ਵਾਲੀ ਹੈ। ਉਹ ਜਿਹੜਾ ਛੁਰੇ ਦੀ ਪ੍ਰਾਪਤੀ ਹੈ ਦੱਸਣ ਵਾਲੀ ਨਹੀਂ, ਬੁੱਝਣ ਵਾਲੀ ਗੱਲ ਹੈ। ਜਿਹਨੂੰ ਮਿਲ ਜਾਂਦਾ ਉਸ ਨੂੰ ਪਤਾ ਹੈ, ਬਸ ਜਿਹਨੂੰ ਦਰਸ਼ਨ ਹੋ ਜਾਂਦਾ, ਸਮਝ ਆ ਜਾਂਦੀ, ਉਸ ਨੂੰ ਪਤਾ। ਉਹ ਫਿਰ ਕਹਿੰਦਾ ਬੁਲਾਇਆ ਬੋਲੇ। ਦੁਨੀਆ ਨਹੀਂ ਮੰਨਦੀ ਬੁਲਾਇਆ ਬੋਲੇ ਦੀ। ਦੁਨੀਆ ਕਹਿੰਦੀ ਨਾਨਕ ਆਪੇ ਬੋਲਦਾ, ਕਬੀਰ ਆਪੇ ਬੋਲਦਾ। ਉਹ ਕਹਿੰਦਾ ਮੈਂ ਬੁਲਾਇਆ ਬੋਲਦਾ, ਕਿਉਂਕਿ ਦੁਨੀਆ ਨੂੰ ਨਹੀਂ ਨਾ ਪਤਾ ਇਸ ਗੱਲ ਦਾ। ਉਹਨੂੰ ਪਤਾ ਵੀ ਮੈਂ ਬੁਲਾਇਆ ਬੋਲਦਾ, ਕਾ ਬੋਲਦਾ। ਜਦੋਂ ਆਪ ਬੋਲਦਾ ਸੀ, ਜਦ ਨਹੀਂ ਕਹਿਤਾ ਉਹਨੇ ਮੈਂ ਬੁਲਾਇਆ ਬੋਲਦਾ, ਉਦੋਂ ਆਪ ਬੋਲਦਾ ਹੀ ਸੀ। ਆਪ ਬੋਲਣ ਨਾਲ ਕਿਸੇ ਦੇ ਗਿਆਨ ਕੀ ਆਂਦੀ ਨਹੀਂ ਆਈ ਅੱਜ ਤੱਕ, ਨਾ ਆਵੇ। ਜੇ ਗਿਆਨ ਕੀ ਆਂਦੀ ਆਊਗੀ ਜਾਂ ਬੁਲਾਇਆ ਬੋਲੂ ਜ਼ਿਆਦਾ ਆਊਗੀ, ਜਿੰਨਾ ਚਿਰ ਆਪਣੀ ਮਰਜ਼ੀ ਨਾਲ ਬੋਲਦਾ। ਕਹਿ ਕੇ ਵਿਵੇਕਾ ਹਾਥ, ਤਹਿ ਚੀਰਿਆ ਤਹਿ ਸਾਥ। ਵਿਵੇਕ ਨੂੰ ਫਿਰ ਫੜ ਕੇ, ਵਿਵੇਕ ਨਾਲ ਫਿਰ ਚੀਰਿਆ ਮਨ ਨੂੰ। ਸ਼ਬਦ ਗੁਰੂ ਨਾਲ ਚੀਰਿਆ ਫਿਰ ਮਨ, ਫਿਰ ਫਟਿਆ ਪੇਟ। ਪਾਰਸ ਮਛੰਦਰ ਵਾਰਤਾਲਾਪ। ਜਬ ਚੀਰ ਪੇਟ ਬਣਾਏ, ਤਬ ਦੇਖੇ ਜਗ ਰਾਏ। ਹਾਂ, ਜਦ ਪੇਟ ਚੀਰਿਆ ਗਿਆ ਫਿਰ ਸ਼ਬਦ ਗੁਰੂ ਪ੍ਰਗਟ ਹੋਇਆ। ਤਬ ਦੇਖੇ ਜਗ ਰਾਏ ਕੌਣ? ਉਹ ਮਛੰਦਰ ਨਾਲ ਥੋੜੀ ਜਗ ਰਾਇਆ ਸੀ, ਉਹ ਤਾਂ ਮੱਛੀ ਦੇ ਪੇਟ ਸੀ। ਜੇ ਆਪਾਂ ਦੇਖ ਲਈਏ ਮੱਛੀ ਦੇ ਪੇਟ ਜਗ ਰਾਇਆ ਹੋਇਆ ਜਿਹਨੇ ਜਗ ਬਣਾਇਆ। ਅਸਲ ਜੋ ਹੁਕਮ ਪ੍ਰਗਟ ਹੋਇਆ ਉੱਥੋਂ। ਜਬ ਚੀਰ ਪੇਟ ਬਣਾਏ, ਤਬ ਦੇਖੇ ਜਗ ਰਾਏ। ਹਾਂ, ਜਿਹਨੇ ਚੀਰਿਆ ਉਹੀ ਤਾਂ ਜਗ ਰਾਇਆ ਸੀ। ਉਹੀ ਅੰਦਰ ਸੀ, ਉਹੀ ਬਾਹਰ ਸੀ। ਉਹ ਨਾਮ ਨਾਲਾ ਨਾ, ਨਾਨਕ ਨਾਮ ਮਿਲੇ ਤਾਂ ਜੀਵ। ਅਸਲ ਜਨਮ ਪਦਾਰਥ ਮਿਲਿਆ, ਬਾਹਰ ਆਏ ਹੀ ਤਾਂ ਜਨਮ ਪਦਾਰਥ ਹੈ, ਚੌਥਾ ਪਦਾਰਥ ਹੈ। ਅਜੋ ਦੋ ਪਦਾਰਥ ਸੀ ਰਾਜੇ ਕੋਲ, ਦੋ ਵੀ ਨਹੀਂ ਸੀ ਪੂਰੇ। ਸੰਤੋਖ ਤਾਂ ਥਾ ਨਹੀਂ। ਸੰਤੋਖ ਹੁੰਦੇ ਹੋਏ ਵੀ ਜਿਹੜੀ ਸੀ ਉਹਦੇ ਅੰਦਰ ਦੁਬਦਾ ਬੜੇ ਬਣਨ ਦੀ ਹੋ ਗਈ। ਕਿਸੇ ਨਾ ਕਿਸੇ ਵੇਲੇ ਕਹੀਏ ਨਾਨਕਾ ਜੇ ਨਾ ਰਚੈ ਪਰਪੰਚ। ਜੇ ਪਰਪੰਚ ਨਾ ਰਚਦਾ, ਉਹ ਬੜਾ ਬਣਨ ਦੀ ਇੱਛਾ ਨਾ ਹੁੰਦੀ। ਜੇ ਚੁੱਪ ਕਰਕੇ ਬਹਿ ਜਾਂਦਾ ਸੰਤੋਖ ਲੈ ਕੇ, ਤਾਂ ਛੇਤੀ ਨਾਮ ਅੰਦਰੋਂ ਹੀ ਮਿਲ ਜਾਂਦਾ। ਮੂੰਹ ਭਰ ਗਿਰਿਆ ਨਾ, ਇੱਥੇ ਮੂੰਹ ਭਰ ਗਿਰਿਆ। ਪਹਿਲਾਂ ਤਾਂ ਇਹ ਨਹੀਂ ਪਤਾ ਵੀ ਕੌਣ ਰਹਿੰਦਾ ਮੇਰਾ ਜਿੱਤਣ ਤੋਂ। ਇੱਥੇ ਸ਼ੰਕਾ, ਸਮਝਿਆ ਨਹੀਂ? ਇੱਥੇ ਸ਼ੰਕਾ। ਫਿਰ ਉਹਨਾਂ ਨੂੰ ਪੁੱਛਣ ਗਿਆ, ਜੇ ਕਿਸੇ ਨੇ ਦੱਸਿਆ ਰਾਜਿਆਂ ਚੋਂ ਸੀ, ਉਹ ਇਸ ਗੁਰਮੁਖ ਨਾਲ ਉਹਦਾ ਸੰਪਰਕ ਹੁਣ ਜਿਹੜਾ ਹੁਣ ਦੱਸ ਰਿਹਾ। ਉਹਨੂੰ ਪਤਾ ਸੀ ਤਾਂ ਹੀ ਕਿਹਾ ਉਹਨੇ। ਪੂਰੀ ਗੱਲ ਦਾ ਉਹਨੂੰ ਵੀ ਪਤਾ ਨਹੀਂ ਸੀ। ਮਨਜੀਤ ਤੇ ਜਗਜੀਤ ਦੀ ਗੱਲ ਦਾ ਉਹਨੂੰ ਪਤਾ ਸੀ, ਜਿਹਨੇ ਉਹਨੂੰ ਕਿਹਾ ਵੀ ਉਹ ਦੱਸੂਗਾ ਮਛਿੰਦਰ ਨਾਥ ਤੈਨੂੰ ਅੰਦਰੋਂ। ਉਹਨੇ ਆਪਣਾ ਟਾਲਤਾ ਕਹਿ ਕੇ। ਜੇ ਉਹਨੂੰ ਪਤਾ ਵੀ ਸੀ ਤਾਂ ਉਹਨੇ ਬੋਲਿਆ ਨਹੀਂ, ਆਪ ਦੱਸਿਆ ਨਹੀਂ। ਆਖਰ ਫਿਰ ਪੰਡਤਾਂ ਨੂੰ ਪਤਾ, ਪੰਡਤਾਂ ਦੇ ਹੱਥ, ਜਿਨ੍ਹਾਂ ਨੂੰ ਗੁਰੂ ਮੰਨ ਕੇ ਜੱਗ ਕਰਾ ਰਿਹਾ ਸੀ, ਉਹਨਾਂ ਦੇ ਪੱਲੇ ਕੱਖ ਨਹੀਂ ਨਿਕਲਿਆ। ਉਹ ਹੱਥ ਖੜੇ ਕਰ ਗਏ, ਉਹਨਾਂ ਦਾ ਵੀ ਪਰਦਾ ਚੱਕਿਆ ਗਿਆ। ਇੱਥੇ ਜਿੰਨੇ ਜੱਗ ਸੀ ਜਗ੍ਹਾ ਤੇ, ਜਿੰਨੀ ਲੋਕ ਹੁਣ ਵੀ ਰੱਖਦੇ ਨੇ RSS ਵਾਲੇ ਥੋੜੇ ਨੇ ਹਿੰਦੂ, ਉਹ ਜੱਗ ਕਰੋ ਫਲਾਨਾ, ਧਰਤੀ ਪੂਜਨ ਕਰੋ, ਸਾਰੇ ਆ ਗਏ ਇਹਦੇ ਵਿੱਚ। ਜੇ ਇਹਨੂੰ ਪੜ੍ਹ ਲਵੇ ਸੁਣ ਲਵੇ, ਕਿਸੇ ਚੀਜ਼ ਤੇ ਭਰੋਸਾ ਰਹੂ ਹੀ ਨਹੀਂ। ਦੱਸੋ ਕਿਹੜੀ ਗੱਲ ਤੇ ਭਰੋਸਾ ਰਹਿ ਜੂਗਾ?
ਕਿਸੇ ਜੰਤਰ ਮੰਤਰ ਤੰਤਰ ਤੇ ਭਰੋਸਾ ਰਹਿੰਦਾ ਹੀ ਨਹੀਂ। ਸਾਰਿਆਂ ਦੇ ਤਾਂ ਹੱਥ ਖੜੇ ਨੇ। ਆਦੀ ਬਾਣੀ ਨਹੀਂ ਹੈ ਜਾਂ ਸੁਹਾਗਾ ਫੇਰਦੀ ਲੋਹੇ ਦਾ ਜਿਹੇ ਜਿਹੇ ਫੇਰ ਦਿੰਦਾ ਦਸਮ ਗ੍ਰੰਥ। ਪੈ ਛੱਡਦਾ ਹੀ ਨਹੀਂ ਕਿਸੇ ਕਿਸਮ ਦੀ, ਕਿਸੇ ਦੇਵੀ ਦੇਵਤੇ ਦੀ ਪੈ ਛੱਡਦਾ ਹੀ ਨਹੀਂ ਹੈ। ਇਹ ਅੰਦਰੋਂ ਸਾਰੇ ਡਰਪੋਕ ਨੇ ਜਿੰਨੇ ਸਿਆਸਤਦਾਨ ਨੇ, ਸਾਰੇ ਡਰਪੋਕ। ਹਰੇਕ ਸਾਲ ਦੇ ਪੈਰੀ ਹੱਥ ਲਾਉਂਦੇ ਨੇ ਜਾ ਕੇ ਵੋਟਾਂ ਖਾਤਰ। ਉਹ ਜਿਹੜੇ ਵੋਟਾਂ ਖਾਤਰ ਜਿਨ੍ਹਾਂ ਦਾ ਦੀਨ ਇਮਾਨ ਨਹੀਂ ਹੈ, ਉਹ ਜਿੱਦਣ ਜਾਨ ਦੇਣੀ ਪੈਗੀ, ਇਹਨਾਂ ਨੂੰ ਸ਼ਹੀਦੀ ਦੇਣੀ ਪੈਗੀ, ਉਦਣ ਕੀ ਕਰ ਲੈਣਗੇ? ਇਹ ਤਾਂ ਇੱਕ ਕੁਰਸੀ ਪਿੱਛੇ ਜਾ ਕੇ ਪੈਰੀ ਪੈ ਜਾਂਦੇ ਨੇ, ਜਿਹਦੇ ਬਿਨਾਂ ਸਰ ਸਕਦਾ ਹੈ। ਇਹ ਧਰਮ ਕਿਵੇਂ ਹੋ ਜਾਣਗੇ? ਸੋਚ ਵੀ ਨਹੀਂ ਸਕਦੇ ਧਰਮ ਦੀ ਗੱਲ। ਇਹ ਸਿਆਸਤਦਾਨ ਆਦਮੀ ਧਰਮ ਦੀ ਗੱਲ ਸੋਚ ਵੀ ਨਹੀਂ ਸਕਦਾ। ਧਰਮ ਤਾਂ ਉਹਨੇ ਕੀ ਹੋਣਾ? ਸੋਚੂ ਵੀ ਕਿਉਂ? ਸਾਰਾ ਦਿਨ ਤਾਂ ਜੋੜ ਤੋੜ ਸਿਆਸਤ ਦੇ ਹੀ ਕਰਦੇ ਰਹਿੰਦੇ ਨੇ। ਸੋਚੂ ਕਿਹੜੇ ਵੇਲੇ ਸੋਚੂਗਾ? ਜੇ ਉਹ ਸੋਚੂ ਤਾਂ ਇਹ ਛੱਡ ਦੂ। ਜੇ ਸੋਚੂ ਸਿਆਸਤਦਾਨ ਧਰਮ ਦੀ ਗੱਲ ਤਾਂ ਸਿਆਸਤ ਛੱਡ ਦੂਗਾ। ਫਿਰ ਦੋਏ ਆਪਾ ਵਿਰੋਧੀ ਨੇ ਗੱਲਾਂ। ਜੋ ਸੋਚੂ ਇਹ ਛੱਡ ਦੂਗਾ। ਵੀ ਆ ਤਾਂ ਇੱਕ ਪੌੜੀ ਚੜੂਗਾ, ਜਾਂ ਤਾਂ ਉੱਤੇ ਨੂੰ ਜਾਊ ਜਾਂ ਥੱਲੇ ਨੂੰ ਜਾਊ। ਜੇ ਥੱਲੇ ਨੂੰ ਔਰ ਉੱਤੇ ਨੂੰ ਦੋਹਾਂ ਪਾਸੇ ਨੂੰ ਜਾਊ, ਫਿਰ ਰਹੂ ਕਿੱਥੇ? ਉੱਥੇ ਹੀ ਰਹੂ ਜਿੱਥੇ ਹੈਗਾ। ਫਿਰ MLA ਵੀ ਨਹੀਂ ਬਣ ਸਕਦਾ, ਫਿਰ ਉਹ ਸਰਪੰਚ ਵੀ ਨਹੀਂ ਬਣ ਸਕਦਾ ਪਿੰਡ ਦਾ, ਫਿਰ ਵਾਰਡ ਦਾ ਮੈਂਬਰ ਵੀ ਨਹੀਂ ਬਣ ਸਕਦਾ। ਉਹ ਇਹ ਧਾਰਮਿਕ ਵੀ ਰਹੂ ਨਾ। ਫਿਰ ਮਾਨ ਵਾਲੀ ਗੱਲ ਹੈ, ਸਿਆਸਤਦਾਨ ਧਰਮ ਜੇ ਚੱਲੂਗਾ। ਮਾਨ ਹੈ ਸਿਮਰਜੀਤ ਸਿੰਘ ਮਾਨ, ਉਹ ਫਿਰ ਨਾ ਧੋਬੀ ਦਾ ਕੁੱਤਾ ਨਾ ਕਰਦਾ ਨਾ ਕੱਢਦਾ। ਫਿਰ ਉਹ ਹੈ, ਫਿਰ ਧੋਬੀ ਦਾ ਕੁੱਤਾ ਨਾ ਕਰਦਾ ਨਾ ਕੱਢਦਾ। ਸਿਆਸਤ ਵਿੱਚ ਪੁੱਛਦਾ ਕੋਈ ਨਹੀਂ, ਧਰਮ ਉਹਨੇ ਰੱਖਿਆ ਕੋਈ ਨਹੀਂ। ਨਾ ਧਰਮ 'ਚ ਕਾਮਯਾਬ ਨਾ ਸਿਆਸਤ 'ਚ ਕਾਮਯਾਬ, ਦੋਵੇਂ ਪਾਸੇ ਨਹੀਂ ਕਾਮਯਾਬ ਹੋਊ। ਫਿਰ ਉਹ ਦੋਨੇ ਬੇੜੀਆਂ 'ਚ ਪੈਰਦੇ ਨੇ। ਇੱਕੋ ਬੇੜੀ ਪੁੱਗਦੀ ਹੈ। ਬਾਦਲ ਤਾਂ ਪੁੱਗਦੀ ਹੈ, ਇੱਧਰੋਂ ਉਹਨੇ ਮੱਥਾ ਟੇਕਤਾ, ਪੰਜਾਬੀ ਪਾਰਟੀ ਨੂੰ ਰੱਖ ਲਿਆ, ਅਕਾਲੀ ਦਲ ਛੱਡੇ ਦਿੱਤਾ, ਚੱਲ ਗੱਲ ਖਤਮ ਹੋਈ। ਹਾਰ ਤਾਂ ਮੰਨ ਲਈ ਵੀ ਭਾਈ ਧਰਮ ਸਾਡੇ ਵਾਸਤੇ ਦੀ ਗੱਲ ਨਹੀਂ ਪੰਡ ਚੱਕਣੀ। ਇਹ ਆ ਫਿਰ ਉਹ ਸਿਆਸਤ ਨੂੰ ਅਸਤੀਫਾ ਦਿੰਦਾ, ਇਹ ਸਿਆਸਤ ਨੂੰ ਅਸਤੀਫਾ ਦਿੰਦਾ, ਇਹ ਇੱਧਰ ਦਿੰਦਾ ਅਸਤੀਫਾ। ਪਰ ਇੱਧਰੋਂ ਤਾਂ ਉਹਨੇ ਲੈਣਾ ਕੀ ਸੀ? ਉਹ ਸਮਝਦਾ ਮੈਂ ਧਰਮ ਚੋਂ ਕੀ ਲੈਣਾ। ਉੱਧਰ ਦੇਖੋ ਨਾ, ਆਪਣੀ ਆਪਣੀ ਰੁਚੀ ਹੈ। ਕਿਸੇ ਨੇ ਉੱਧਰੋਂ ਲੈਣਾ, ਕਿਸੇ ਨੇ ਇੱਧਰੋਂ ਲੈਣਾ। ਉਹਨੂੰ ਉੱਧਰ ਲਾਭ ਦਿੰਦਾ ਸੀ, ਉੱਧਰ ਹੋ ਗਿਆ। ਗਾਂ ਨੂੰ ਜਿਹੜੀ ਪੰਡ ਬੰਨ੍ਹ ਕੇ ਦੌਲਤ ਦੀ ਲੈ ਜੋ ਆਪਾਂ ਨੇ ਦੇਖ ਲੈਣੀ ਹੈ ਸਭ ਨੇ। ਜਿਹੜੀ ਸਿਆਸਤ ਚੋਂ ਪੰਡ ਬੰਨ੍ਹ ਕੇ ਲੈ ਜਾਊਗਾ ਉਹ ਸਭ ਨੂੰ ਪਤਾ ਹੀ ਹੈ। ਜਿਹੜੇ ਬੜੇ ਬੜੇ ਅੱਗੇ ਰਾਜੇ ਲੈ ਗਏ, ਇੰਦਰਾ ਕੀ ਲੈ ਗਈ, ਜਵਾਹਰ ਲਾਲ ਕੀ ਲੈ ਗਿਆ, ਗਾਂਧੀ ਕੀ ਲੈ ਗਿਆ, ਰਾਸ਼ਟਰਪਤੀ ਹੋਏ ਨੂੰ ਕੀ ਲੈ ਗਿਆ, ਪ੍ਰਤਾਪ ਸਿੰਘ ਕਹਿਰੋ ਕੀ ਲੈ ਗਿਆ, ਕੀ ਲੈ ਜੂ। ਜਾਸਾ ਔਰ ਅਪਜਾਸਾ ਇਹਦੇ ਵਿੱਚ ਹੋਰ ਕੁਛ ਨਹੀਂ ਹੈ। ਜਾਸਾ ਅਪਜਾਸਾ, ਅਪਜਾਸ ਜ਼ਿਆਦਾ ਹੋ ਜਾਂਦਾ ਹੈ। ਇੱਕ ਗੱਲ ਦਾ ਹੀ ਅਪਜਾਸ ਜਿਹੜਾ ਹੈ, ਸਾਰੇ ਜਾਸ ਨੂੰ ਲੈ ਕੇ ਡੁੱਬ ਜਾਂਦਾ। ਉਹਦਾ ਥਾਣੇਦਾਰ ਮਾਰਿਆ ਗਿਆ ਗੋਲੀ ਨਾਲ, ਉਹ ਅਪਜਾਸ ਲੈ ਕੇ ਡੁੱਬ ਜੂ। ਇਹਨਾਂ ਨੂੰ ਬਹੁਤ ਬੜਾ ਪਾਪ ਹੈ ਉਹ। ਇਹਨਾਂ ਦੀ ਸ਼ਹਿ ਨਾ ਹੋਇਆ ਸਭ ਨੂੰ ਪਤਾ। ਉਹ ਬਹੁਤ ਬੜਾ ਪਾਪ ਹੈ, ਉਹ ਲੈ ਕੇ ਡੁੱਬ ਜੂਗਾ। ਤੇ ਇਹੋ ਜਿਹਾ ਹੋ ਜਾਂਦੇ ਨੇ ਇਹਨਾਂ ਤੇ ਗਲਤੀਆਂ। ਇਹਨਾਂ ਦੀ ਸ਼ਹਿ ਤੇ ਕਰ ਦਿੰਦੇ ਨੇ, ਗਲਤਫਹਿਮੀ ਨਾਲ ਚਾਹੇ ਕਰ ਦਿੰਦੇ ਨੇ। ਸ਼ਹਿ ਤਾਂ ਸੀ ਨਾ, ਚਾਹੇ ਅੱਜ ਇਹ ਖਿਲਾਫ ਹੋ ਜਾਣ ਉੱਤੇ, ਪਰ ਜੋ ਹੋ ਗਿਆ ਉਹ ਤਾਂ ਹੋ ਗਿਆ ਨਾ। ਜੋ ਹੋ ਗਿਆ ਉਹਨੂੰ ਕੀ ਕਰਨਾ ਹੈ? ਰਾਜ ਵਿੱਚ ਬਹੁਤ ਜਿਹੜੇ ਨੇ, ਤਾਂ ਹੀ ਰਾਜੋ ਨਰਕ ਤਾਂ ਹੀ ਕਿਹਾ। ਰਾਜੋ ਨਰਕ ਦਾ ਮਤਲਬ ਇਹੀ ਹੈ, ਆਪ ਜੇ ਨਾ ਕਰੇ ਉਹਦੀ ਸ਼ਹਿ ਤੇ ਕੋਈ ਕਰ ਦੇਵੇ, ਉਹ ਵੀ ਰਾਜ ਦੇ ਜੁੰਮੀ ਲੱਗਦਾ। ਕਿਉਂ ਕਿਸੇ ਦਾ ਦਿਮਾਗ 'ਚ ਆਇਆ ਵੀ ਸਾਨੂੰ ਇਹ ਬਚਾ ਲੈਣਗੇ? ਕਿਉਂ ਆਇਆ ਦਿਮਾਗ 'ਚ? ਮੇਰੀ ਸਪੋਰਟ ਤੇ ਹੈਗੇ ਨੇ, ਇਹ ਕਾਰਨ ਹੈ ਕੋਈ। ਜੇ ਉਹਦੇ ਦਿਮਾਗ 'ਚ ਆਇਆ ਤਾਂ ਇਹਨਾਂ ਦੀ ਸ਼ਾਇਦ ਸੀ। ਐਡਾ ਬੜਾ ਇੰਸੀਡੈਂਟ ਹੋ ਗਿਆ। ਲਿਖਿਆ ਤਾਂ ਇਹਨਾਂ ਦੇ ਖਾਤੇ ਜਾਣਾ, ਨਾਲ ਨਾਲ ਮੁਕੱਦਮਾ ਤਾਂ ਇਹਨਾਂ ਤੇ ਬਣਨਾ, ਕਿਉਂਕਿ ਸ਼ਾਇਦ ਇਹਨਾਂ ਦੀ ਹੈ ਨਾ। ਉਹਦੀ ਕੀ ਹਿੰਮਤ ਸੀ ਇਹ ਕਰ ਦਿੰਦਾ? ਨਹੀਂ ਸੀ ਕਰ ਸਕਦਾ, ਕਦੇ ਵੀ ਸੋਚ ਵੀ ਨਹੀਂ ਸਕਦਾ ਸੀ। ਕਾਂਗਰਸ ਦੇ ਵਿੱਚ ਵੀ ਤਾਂ ਸੀਗਾ, ਕਹਿੰਦੇ ਨਹੀਂ ਜਾਨਾ ਕਰਤਾ ਉਹਨੇ। ਵਰਿੰਦਰ ਦਾ ਰਾਜ ਵੀ ਰਿਹਾ, ਛੂਟ ਦਿੱਤੀ ਹੋਊ ਕੋਈ ਨਾ ਕੋਈ।
ਗੱਲਾਂ ਕਰਦੇ ਹੋਣੇ ਨੇ, ਉਹਦੇ ਦਿਮਾਗ 'ਚ ਸ਼ਰਾਬੀ ਆ ਗਈ। ਇਸ ਕਰਕੇ ਰਾਜ ਵਾਲਾ ਜਿਹੜਾ ਕਨਸੈਪਟ ਹੈ ਇਹ ਨਹੀਂ ਰੱਖਿਆ ਗੁਰੂ ਘਰ ਨੇ। ਆਹ ਮਛਿੰਦਰ ਨਾਥ ਹੈ, 1.25 ਲੱਖ ਰਾਜੇ ਦੀ ਬਲੀ ਦੇਣੀ ਚਾਹੁੰਦਾ, ਕਿਹਦੇ ਲਈ ਚੰਗੀ ਗੱਲ ਹੈ ਵੀ ਇਹ? ਆਹ ਪਾਰਸਨਾਥ ਮਛਿੰਦਰ ਨਾਥ ਤਾਂ ਹਟਾਇਆ ਨਾ, ਮਛਿੰਦਰ ਨਾਥ ਤਾਂ ਹਟਾਇਆ ਮਛਿੰਦਰ ਨੇ, ਉਹ ਬਲੀ ਦੇਣੀ ਚਾਹੁੰਦਾ। ਦਿਮਾਗ ਖਰਾਬ ਹੈ ਨਾ, ਫਿਰ ਹੰਕਾਰ ਵੱਧ ਗਿਆ। ਹੰਕਾਰ ਦੂਈ ਵਾਰ ਕਾਮਯਾਬ ਹੋ ਗਏ, ਹੰਕਾਰ ਵੱਧ ਗਿਆ। ਪਹਿਲੀ ਵਾਰ ਨਹੀਂ ਇਹ ਕੁਛ ਹੋਇਆ, ਐਤਕੀ ਜਿੰਨੀ ਛੂਟ ਦਿੱਤੀ ਪਹਿਲਾਂ ਨਹੀਂ ਦਿੱਤੀ। ਇਹਨਾਂ ਨੂੰ ਇਹ ਸ਼ਾਇਦ ਗੁੰਡਾ ਕਰਦੀ ਨਾ, ਅਸੀਂ ਹਮੇਸ਼ਾ ਵਾਸਤੇ ਰਾਜ ਰੱਖ ਲਾਂਗੇ। ਜੇ ਇੱਦਾਂ ਹੀ ਰਿਹਾ 5 ਸਾਲ ਪੂਰੇ ਵੀ ਨਹੀਂ ਕਰ ਸਕਦੇ। ਹਾਂ, ਤਬ ਚੀਰ ਪੇਟ ਬਣਾਏ ਤਬ ਦੇਖੇ ਜਗ ਰਾਏ। ਜਦ ਪੇਟ ਚੀਰਿਆ ਬਣਾ ਕੇ, ਆਪਣਾ ਚੀਰ ਕੇ ਦੇਖ ਲੈਣ ਅੰਦਰੋਂ, ਆਪਣੇ ਅੰਦਰ ਸਾਰੇ ਚੀਰ ਕੇ ਦੇਖ ਸਕਦੇ ਨੇ ਅਸੀਂ ਕੀ ਆ ਅੰਦਰੋਂ। ਇਹ ਸਾਰਿਆਂ ਵਾਸਤੇ ਹੈ ਗਿਆਨ, ਖਾਸ ਕਰ ਸਿੱਖਾਂ ਵਾਸਤੇ। ਆਪਣੇ ਮਨ ਨੂੰ ਪਾੜ ਕੇ ਦੇਖ ਲਓ ਅੰਦਰ ਕੀ ਹੈ। ਮਨ ਦੇ ਵਿੱਚ ਹੀ ਹੈ ਸਭ ਕੁਝ, ਅੰਦਰ ਦੀਂਦਾ ਹੀ ਹੈ ਕੀ ਅੰਦਰ ਸਾਡੇ ਹੋ ਰਿਹਾ। ਐਡੇ ਐਡੇ ਵੱਡੇ ਰਾਜਾਂ ਦੀ ਜੜ ਪੱਟ ਕੇ ਰੱਖਤੀ ਜ਼ੁਲਮ ਨੇ। ਜ਼ੁਲਮ ਦੀ ਜੜ ਨਹੀਂ ਰਹਿੰਦੀ ਹੁੰਦੀ। 2 ਸਾਹਿਬਜ਼ਾਦਿਆਂ ਦੇ ਕਤਲ ਨੇ, ਇੱਥੇ ਸ਼ਹੀਦੀ ਨੇ ਜੜ ਪੱਟ ਕੇ ਰੱਖਤੀ ਜ਼ੁਲਮ ਰਾਜ ਦੀ। ਐਡੀ ਬੜੀ ਹਿੰਦੁਸਤਾਨ ਦੇ ਵਿੱਚ ਜੜ ਪੱਟ ਕੇ ਪਰੇ ਮਾਰੀ ਜਾ ਕੇ। ਇਹੋ ਜਿਹਾ ਕੇਸ ਹੈ ਉਹ ASI ਦੇ ਜਿਹੜੀ ਗੋਲੀ ਮਾਰੀ ਹੈ, ਸਾਹਿਬਜ਼ਾਦੇ ਮਰ ਗਏ ਕੇਸ ਹੈ ਉਹ ਕੋਈ ਘੱਟ ਨਹੀਂ ਹੈ ਇਹਦੇ ਨੂੰ। ਉਹ ਆਪਣੇ ਧਰਮ ਦੀ ਰੱਖਿਆ ਵਾਸਤੇ ਗਿਆ ਸੀ, ਉਹ ਵੀ ਤਾਂ ਰੱਖਿਆ ਵਾਸਤੇ ਗਿਆ ਸੀ, ਉਹਦਾ ਧਰਮ ਬਣਦਾ ਸੀ। ਉੱਥੇ ਮਾਰਿਆ ਉਹਨੂੰ, ਉਹ ਮਾਰ ਦਿੰਦੇ ਮੁਕਾਬਲੇ 'ਚ ਮਰ ਜਾਂਦਾ, ਗੱਲ ਹੋਰ ਸੀ। ਹਾਂ, ਲੜਕੀ ਸੀ ਉਹਦੀ, ਰੱਖਿਆ ਵਾਸਤੇ ਗਿਆ ਸੀ। ਉਹਨੇ ਧਰਮ ਨਿਭਾਇਆ, ਆਪਣਾ ਧਰਮ ਦੇ ਵਿੱਚ ਮਰਿਆ, ਧਰਮ ਯੁੱਧ ਦੇ ਵਿੱਚ ਮਰਿਆ। ਹਾਲਾਂਕਿ ਉਹਨੇ ਯੁੱਧ ਵੀ ਨਹੀਂ ਕੀਤਾ। ਜੇ ਯੁੱਧ ਕਰਦਾ ਉਹਨੂੰ ਮਾਰ ਦਿੰਦਾ ਉਹ। ਜੇ ਉਹ ਯੁੱਧ ਦੀ ਨੀਅਤ ਨਾਲ ਜਾਂਦਾ, ਪਿਸਤੌਲ ਲੱਗ ਜਾਂਦਾ, ਗੋਲੀ ਪਹਿਲਾਂ ਮਾਰ ਦਿੰਦਾ। ਕਮਲਾ ਸੀਗਾ ਜਿਹੜਾ ਡਰਦਾ ਹੁੰਦਾ, ਮਰਦਾ ਹੀ ਹੁੰਦਾ। ਰੱਖਿਆ ਵਾਸਤੇ ਤਾਂ ਨਹੀਂ ਜਾਈਦਾ ਹੁੰਦਾ ਇਹਨਾਂ ਲੋਕਾਂ ਕੋਲ। ਪਹਿਲਾਂ ਠੋਕਦੀ ਤਾਂ ਜਾ ਕੇ, ਫਿਰ ਤਰੀਕਾ ਭੁਗਤਦਾ ਰਹਿੰਦਾ। ਫਿਰ ਕੀ ਸੀ ਤਰੀਕਾ ਭੁਗਤਦਾ ਰਹਿੰਦਾ। ਸਾਨੂੰ ਨਹੀਂ ਮੱਤ ਦਿੱਤੀ, ਸਾਨੂੰ ਇਹ ਮੱਤ ਦਿੱਤੀ ਠੋਕ ਦੋ ਆਪ ਜਾਂਦੇ ਹੀ। ਕੀ ਉਹ ਬਾਅਦ ਦੇ ਵਿੱਚ ਦੇਖਾਂਗੇ। ਅਪਰਾਧੀ ਨੂੰ ਛੱਡੀਦਾ ਹੁੰਦਾ, ਠੋਕਦੀ ਦਾ ਜਾ ਕੇ ਪਹਿਲਾਂ ਹੀ। ਇਹ ਮਿੰਨਤਾਂ ਕਰੀਆਂ ਤਾਂ ਨਹੀਂ ਹਟਦੇ ਹੁੰਦੇ ਬੰਦੇ। ਜੁੱਤ ਧਿਆਨ ਮੁੰਦਰਤ ਨੈਣ ਬਿਨ ਆਸ ਚਿਤਨਾ ਡਲੈਨ। ਜੁੱਤ ਧਿਆਨ ਇੱਕ ਜਗ੍ਹਾ ਉਹਦਾ ਜੁੜਿਆ ਹੋਇਆ ਹੈ। ਜੁੱਤ ਧਿਆਨ ਜੁੜਿਆ ਹੋਇਆ ਹੈ। ਜੁੱਟ ਨੂੰ, ਜੁੱਟ ਇੱਥੋਂ ਹੀ ਬਣਿਆ। ਜੁੱਤ ਲਫ਼ਜ਼ ਹੈ ਪਹਿਲੋਂ, ਜੁੱਤ ਹੈ। ਜੁੱਟ ਆਪਾਂ ਕਹਿੰਦੇ ਨੇ, ਇੱਕ ਜੁੱਟ ਜੁੜਿਆ ਹੋਇਆ ਕਿਥੋਂ। ਜੁੱਤ ਲਫ਼ਜ਼ ਹੈ ਅਸਲ ਦੇ ਵਿੱਚ ਪਹਿਲਾਂ। ਜੁੱਤ ਹੈ ਧਿਆਨ, ਬਿਲਕੁਲ ਇੱਕ ਜਗ੍ਹਾ ਧਿਆਨ ਜੁੜਿਆ ਹੋਇਆ ਹੈ। ਚਿੱਤ ਅਰ ਮਨ ਇੱਕ ਜਗ੍ਹਾ ਨੇ। ਧਿਆਨ ਜੁੱਤ ਧਿਆਨ ਮੁੰਦਰਤ ਨੈਣ। ਅੱਖਾਂ ਬੰਦ ਨੇ, ਨੈਣ ਨੇ, ਅੱਖਾਂ ਨਹੀਂ ਹਨ। ਬਾਹਰ ਨਹੀਂ ਦੇਖ ਰਿਹਾ, ਸੰਸਾਰ ਨਾਲ ਨਹੀਂ ਜੁੜਿਆ ਹੋਇਆ। ਮੁੰਦੇ ਹੋਏ ਨੇ ਨੈਣ। ਬਿਨ ਆਸ ਚਿਤਨਾ ਡਲੈਨ। ਬਿਨ ਆਸ, ਕੋਈ ਆਸ ਨਹੀਂ ਸੰਸਾਰ ਦੀ, ਇੱਛਾ ਹੀ ਨਹੀਂ ਕੋਈ। ਇਸ ਕਰਕੇ ਚਿੱਤ ਡੋਲਦਾ ਨਹੀਂ ਹੈ। ਜੇ ਆਸ ਹੀ ਨਹੀਂ ਕਿਸੇ ਚੀਜ਼ ਦੀ, ਅੰਦਰ ਭੁੱਖੇ ਨਹੀਂ, ਚਿੱਤ ਕਾਹਤੇ ਡੋਲੂ। ਬਿਨ ਆਸ ਚਿਤਨਾ ਡੁਲੈਣ, ਨਹੀਂ ਡੋਲਦਾ ਕਿਸੇ ਪਾਸੇ ਚਿੱਤ। ਤੋਟਕ ਸਤ ਧਾਤ ਪੁੱਤਰਾ ਕੀਨ। ਸਤ ਧਾਤ ਦਾ ਪੁੱਤਰਾ ਕਰ ਲਿਆ। ਸਤ ਧਾਤ ਦਾ ਪੁੱਤਰਾ ਇਹਨਾਂ ਨੇ, ਆ ਸਤ ਧਾਤਾਂ ਦਾ ਬਣਾ। ਆ ਸਤ ਧਾਤ ਦਾ ਪੁੱਤਰ ਹੈ ਸਰੀਰ। ਸਤ ਧਾਤੂ ਨੇ ਸਰੀਰ, ਚੰਦਲੇ ਸਰੀਰ ਦੀਆਂ 8 ਧਾਤੂ ਨੇ। ਇਹ ਕਿਹੜੀਆਂ ਕਿਹੜੀਆਂ 7 ਧਾਤੂ ਨੇ? ਇੱਕ ਤਾਂ ਰਸ ਹੈ ਇਹਦੇ ਵਿੱਚ, ਜਿਹੜਾ ਮਿਹਦੇ 'ਚੋਂ ਹਜ਼ਮ ਹੋ ਕੇ ਜਾਂਦਾ ਉਹ ਰਸ ਹੁੰਦਾ, ਉਹਨੂੰ ਰਸ ਕਹਿੰਦੇ ਨੇ। ਉਹ 'ਚੋਂ ਹੀ ਬਣਦਾ ਫਿਰ ਸਭ ਕੁਛ। ਖੂਨ ਵੀ ਉਹ 'ਚੋਂ ਬਣਦਾ ਗਾਹਾਂ ਜਾ ਕੇ, ਹੱਡੀਆਂ ਵੀ ਉਹ 'ਚੋਂ ਹੀ ਬਣਦੀਆਂ ਨੇ ਜਾ ਕੇ, ਵਾਲ ਵੀ ਉਹ 'ਚੋਂ ਹੀ ਬਣਦੇ ਨੇ ਜਾ ਕੇ, ਮਿੱਝ ਵੀ ਉਹ 'ਚੋਂ ਹੀ ਬਣਦੀ ਹੈ, ਚਰਬੀ ਵੀ ਉਹ 'ਚੋਂ ਹੀ ਬਣਦੀ ਹੈ ਜਾ ਕੇ, ਨਹੁੰ ਵੀ ਉਹ 'ਚੋਂ ਹੀ ਬਣਦੇ ਨੇ ਜਾ ਕੇ, ਮਾਸ ਵੀ ਉਹ 'ਚੋਂ ਹੀ ਬਣਦਾ ਜਾ ਕੇ। 7 ਧਾਤਾਂ ਨੇ। ਮਾਸ ਹੈ, ਰਸ ਹੈ,
खून है, पानी है, पानी ਅੱਡ ਹੈ, खून ਅੱਡ ਹੈ, ਚਰਬੀ ਹੈ, ਮਿੱਝ ਹੈ, ਮਿੱਝ ਹੱਡੀਆਂ ਦੇ ਜਿਹੜੀ ਵਿੱਚ ਹੁੰਦੀ ਹੈ ਉਹਨੂੰ ਮਿੱਝ ਕਹਿੰਦੇ ਨੇ, ਬੈਰੋ, ਮੋਨ ਬੈਰੋ, ਸਮਝੇ? ਪਾਣੀ ਅੱਖਾਂ ਦੇ ਵਿੱਚ ਹੁੰਦਾ, ਜਿਹਨੂੰ ਆਪਾਂ ਪਾਣੀ ਕਹਿੰਦੇ ਹਾਂ, ਅੱਖ ਦੇ ਵਿੱਚ ਹੁੰਦਾ ਪਾਣੀ, ਹੁੰਦਾ ਅੱਖ ਚੋਂ ਨਿਕਲਦਾ ਨਾ, ਪਾਣੀ ਵੀ ਹੁੰਦਾ ਸਰੀਰ 'ਚੋਂ, ਉਹਨੂੰ ਪਾਣੀ ਕਹਿੰਦੇ ਨੇ। ਖੂਨ ਜਿਹੜਾ ਪਾਣੀ ਉਹ ਤਾਂ ਅਲੱਗ ਹੈ, ਪਾਣੀ ਵੀ ਨਿਕਲਦਾ ਅੱਖ 'ਚੋਂ ਸਾਡੇ। ਇਹ 7 ਧਾਤੂ ਦਾ ਸਰੀਰ ਹੈ। ਇਹ ਅਲੱਗ ਹੋ ਗਿਆ, ਉਹ ਅਲੱਗ ਹੋ ਗਿਆ, ਦੋ ਹੋ ਗਏ ਨਾ ਸਰੀਰ ਅੱਡ ਅੱਡ। ਹਾਂ, ਇਹ ਮਤਲਬ ਇਹ ਨਹੀਂ ਕਿ ਉਹਦੇ ਮੂਹਰੇ 7 ਧਾਤੂ ਦਾ ਸਰੀਰ ਰੱਖ ਦਿੱਤਾ ਜੀ, ਇਹਨਾਂ ਨੇ ਉਹਨੂੰ ਬੰਦਾ ਮੰਨਿਆ ਕਿ ਜਦ ਅੱਖਾਂ ਖੋਲੂ ਜਿਹੜਾ ਉਹਦੇ ਮੂਹਰੇ ਆ ਗਿਆ ਉਹ ਭਸਮ ਹੋ ਜਾਊਗਾ। ਇਹਨਾਂ ਨੇ ਆਹ ਕਹਾਣੀ ਬਣਾਈ ਹੋਈ ਹੈ। ਇਹ ਉਹਦੇ ਮੂਹਰੇ ਨਾ ਕੋਈ ਖੜੇ ਹੋ, ਉਹਦੇ ਮੂਹਰੇ ਇੱਕ ਫਿਰ ਬੰਦਾ 7 ਧਾਤੂ ਦਾ ਬਣਾ ਕੇ ਰੱਖ ਦਿੰਦੇ ਨੇ, ਜਦੋਂ ਅੱਖਾਂ ਖੋਲ੍ਹਦਾ ਉਹਦੇ 'ਤੇ ਉਹ ਭਸਮ ਹੋ ਜਾਂਦਾ। ਐਂ ਕਹਾਣੀ ਬਣਾਈ ਹੋਈ ਹੈ। ਜਦ ਅੰਦਰ ਅੱਖ ਖੁੱਲ੍ਹਦੀ ਆ ਸਰੀਰ ਫਿਰ ਭਸਮ ਹੈ। ਇਹ ਸਰੀਰ ਭਸਮ ਹੋ ਜਾਂਦਾ। 92 28 ਪੋਟੜੀ ਕਿੱਥੇ ਮੰਝਾਂ ਘੱਤ, ਭਸਮ ਦੀ ਢੇਰੀ ਨਜ਼ਰ ਆ ਜਾਂਦੀ, ਭਸਮ ਦੀ ਢੇਰੀ ਹੈ ਇਹ ਭਸਮ ਦੀ ਢੇਰੀ ਹੋਈ ਹੁੰਦੀ ਹੈ। ਫਿਰ ਇਹ ਬਣ ਜਾਂਦੀ ਹੈ, ਇਹ ਭਸਮ ਦੀ ਢੇਰੀ ਉਹ ਬਣ ਜਾਂਦੀ ਹੈ, ਫਿਰ ਇਹੀ ਰਹਿੰਦੀ ਹੈ। ਇਹ ਆਹ ਭਸਮਾ ਧਾਰੀ ਬਣ ਜਾਂਦਾ। ਇਹ ਜੱਗ ਭਸਮਾ ਧਾਰੀ, ਜਿਹੜਾ ਜੱਗ ਹੈ ਭਸਮਾ ਧਾਰੀ ਹੈ ਸਾਰਾ। ਆਤਮਾ ਦੇ ਉੱਤੇ ਆ ਭਸਮ ਚੜਾਈ ਹੋਈ ਹੈ ਸਰੀਰ, ਤਾਂ ਜੱਗ ਭਸਮਾ ਧਾਰੀ ਹੈ ਸਾਰਾ। ਮਿੱਟੀ ਉਹ ਲਾਈ ਹੋਈ ਹੈ ਉੱਤੇ ਆਲੇ ਦੁਆਲੇ। 7 ਧਾਤ ਪੁੱਤਰਾ ਕੀਨ, 7 ਧਾਤ ਦਾ ਪੁੱਤਰਾ ਮੰਨ ਲਿਆ ਇਹ ਕੀਨ। ਇਹਦੀ ਹੁਣ ਪੁੱਤਰੇ ਵਾਸਤੇ ਪੁੱਤਰਾ ਹੀ ਲਿਖਿਆ ਹੈ। ਮਾਟੀ ਕਾ ਪੁੱਤਰਾ ਕੈਸੇ ਨੱਚਦਾ ਹੈ, ਉਹੀ ਪੁੱਤਰਾ ਹੈ, ਹੋਰ ਕੀ ਹੈ। ਹਾਂ, 7 ਧਾਤ ਦਾ ਜਿਹੜਾ ਸਰੀਰ ਹੈ ਇਹਦਾ ਤਾਂ ਬਣ ਗਿਆ ਪੁੱਤਰਾ। ਉਹ ਅੰਦਰ ਮਨ ਦੇ ਵਿੱਚ ਬਣ ਗਿਆ, ਉਹ ਬਣ ਗਿਆ ਅੱਡ। ਦੋ ਚੀਜ਼ਾਂ ਅੱਡ ਅੱਡ ਹੋ ਗਈਆਂ ਨਾ। ਮੁਨੀ ਦ੍ਰਿਸ਼ਟ ਤਰ ਧਰ ਦੀਨ, ਜਦ ਸਰੀਰ ਤੇ ਦ੍ਰਿਸ਼ਟੀ ਧਰੀ ਮੁਨੀ ਨੇ ਭਸਮ ਸਰੀਰ ਕਿ ਅੱਡ ਹੋ ਗਿਆ ਨਾ ਜਨ ਪਦਾਰਥ। ਉਹ ਸਰੀਰ ਇੰਡੀਪੈਂਡੈਂਟ ਹੋ ਗਿਆ। ਦੇਹੀ ਗੁਪਤ ਦਿਸਗੀ, ਦੇਹੀ ਉਹ ਜਿਹੜਾ ਸੀ ਹੁਕਮ ਦੇਹੀ ਹੈ, ਉਹਦੀ ਹੁਕਮ ਦੇਹੀ ਹੋਈ ਹੈ। ਹੁਕਮ ਆਸਰਾ ਹੁਕਮ ਦਾ ਹੋ ਗਿਆ। ਨਾਮ ਦਾ ਆਸਰਾ ਲੈ ਲਿਆ, ਮਾਇਆ ਦਾ ਆਸਰਾ ਤਿਆਗਤਾ। ਜਦ ਬਰਾਬਰ ਦੀ ਦੂਈ ਆਈ, ਜਹਾਜ਼ ਆਇਆ, ਕਿਸ਼ਤੀ ਬਰਾਬਰ ਗਈ ਜਦ ਜਹਾਜ਼ ਦੇ ਵਿੱਚ, ਫਿਰ ਕਿਸ਼ਤੀ ਤਾਂ ਕੀ ਲੈਣਾ ਸੀ। ਕਿਸ਼ਤੀ ਤਾਂ ਉਹਨਾਂ ਚਿਰ ਸੀ ਜਿਹਨਾਂ ਨੇ ਜਹਾਜ਼ ਦੇ ਨਾਲ ਜਾਣਾ ਸੀ। ਜਹਾਜ਼ ਦਾ ਬਰਾਬਰ ਆਇਆ, ਕਿਸ਼ਤੀ ਛੱਡੀ ਜਹਾਜ਼ 'ਚ, ਫਿਰ ਉਹ ਕਿਸ਼ਤੀ 7 ਧਾਤੂ ਦਾ ਰਹਿ ਗਿਆ ਸਰੀਰ। 7 ਧਾਤੂ ਦਾ ਸਰੀਰ ਕੀ ਕਿਸ਼ਤੀ, ਜਹਾਜ਼ ਦਾ ਸਰੀਰ 8 ਧਾਤੂ ਦਾ। ਜਹਾਜ਼ 'ਚ 8 ਧਾਤੂ ਵਾਲੇ, ਅੰਦਰਲਾ ਸਰੀਰ 8 ਧਾਤੂ ਦਾ। ਉਹਦੇ 'ਚ ਧਾਤੂ ਇੱਕ ਕਿਹੜੀ ਫਾਲਤੂ ਹੈ, ਉਹਦਾ ਨਾਮ ਫਾਲਤੂ। ਨਾਮ ਦੇ ਵਿੱਚ 8 ਤਾਂ ਉਹ ਗੁਣ ਨੇ, ਉਹਦੇ ਤਾਂ ਸਾਰੇ ਗੁਣੇ ਨੇ। ਨਾਮ ਤੇ ਬਿਨਾਂ 7 ਗੁਣ ਹੁੰਦੇ ਨੇ। ਜਿੰਨਾ ਚਿਰ ਨਾਮ ਨਹੀਂ ਨਾ, 7 ਨਾਮ ਨਹੀਂ ਹੈ, ਉਹ ਗੁਣ ਫਿਰ ਇੱਕ ਘਟੇ ਆ ਉਹਨਾਂ ਚਿਰ। ਹਾਂ, ਜਬ ਛੂਟ ਲਿਖ ਕੋ ਧਿਆਨ, ਤਬ ਭਏ ਭਸਮ ਪ੍ਰਮਾਨ। ਪ੍ਰਮਾਣ ਹੈ, ਪ੍ਰਮਾਣ ਭਸਮ ਹੋਇਆ ਨਹੀਂ ਹੈ, ਭਸਮ ਹੋਇਆ ਨਹੀਂ, ਪ੍ਰਮਾਣ ਹੈ। ਜਦ ਛੁੱਟਿਆ ਰਿਸ਼ੀ ਦਾ ਧਿਆਨ ਤਿਰਕੁਟੀ ਚੋਂ, ਕਿੱਥੋਂ ਛੁੱਟਿਆ? ਤਿਰਕੁਟੀ ਚੋਂ। ਤਿਰਕੁਟੀ ਛੁੱਟਾ, 10ਵਾਂ ਦਰ ਖੁੱਲਾ ਹੈ। ਛੁੱਟਾ ਲਫ਼ਜ਼ ਵਰਤਿਆ ਇੱਥੇ। ਜਬ ਛੂਟ ਲਿਖ ਕੋ ਧਿਆਨ, ਛੁੱਟਿਆ ਲਿਖਿਆ, ਉੱਥੇ ਵੀ ਛੁੱਟਿਆ ਲਿਖਿਆ। ਸੰਸਾਰ ਚੋਂ ਛੁੱਟਿਆ। ਤਬ ਭਏ ਭਸਮ ਪ੍ਰਮਾਨ। ਜਦ ਤਿਰਕੁਟੀ ਛੁੱਟਾ, 10ਵਾਂ ਦਰ ਖੁੱਲ ਗਿਆ, ਜਾਂ ਛੁੱਟ ਗਿਆ ਧਿਆਨ, ਪਰਮਾਨੈਂਟ ਨਾਮ ਨਾਲ ਜੁੜ ਗਿਆ। ਨਾਮ ਇੱਥੇ ਪੈਦਾ ਹੋਇਆ, ਧਿਆਨ ਆਪੇ ਛੁੱਟ ਗਿਆ। ਬਸ ਫਿਰ ਸਮਝੋ ਪ੍ਰਮਾਣ ਇਹ ਹੈ, ਫਿਰ ਇਹ ਭਸਮ ਦੇ ਸਮਾਨ ਹੀ ਹੈ ਇਹ ਸਰੀਰ। ਤਬ ਭਏ ਭਸਮ ਪ੍ਰਮਾਨ, ਪ੍ਰਮਾਣ ਭਸਮ ਵਰਗਾ ਹੀ ਹੈ ਫਿਰ ਇਹ ਸਰੀਰ। ਭਸਮ ਹੋਇਆ ਨਹੀਂ ਹੈ, ਪ੍ਰਮਾਣ ਭਸਮ ਦਾ ਹੀ ਪ੍ਰਮਾਣ ਦਿੱਤਾ ਇਹਨੂੰ। ਇਹ ਸਰੀਰ ਨੂੰ ਭਸਮ ਦਾ ਪ੍ਰਮਾਣ ਦਿੱਤਾ। ਭਸਮੇ ਸਮਝੋ ਇਹਨੂੰ ਫਿਰ। ਜੋ ਔਰ ਦ੍ਰਿਗ ਤਰ ਆਓ, ਸੋ ਜੀਅਤ ਜਾਣ ਨਾ ਪਾਓ। ਜਿਹਨੂੰ ਹੋਰ ਵੀ ਸਮਝ ਆ ਗਈ ਨਾ, ਜਦੋਂ ਕਥਾ ਹੁੰਦੀ ਸੀ, ਜਿਹਨੂੰ ਹੋਰ ਵੀ ਇਹ ਜਿਹਦਾ ਧਿਆਨ ਛੁੱਟ ਗਿਆ ਨਾ,
ਸੁਣ ਕੇ ਜਿਉਂਦਾ ਉਹ ਵੀ ਨਹੀਂ ਰਿਹਾ, ਉਹ ਵੀ ਮਰ ਗਿਆ। ਸੋ ਜੀਤ ਜਾਣ ਨਾ ਪਾਉ, ਉਹ ਜੇ ਜੀਤ ਕਿਵੇਂ ਜਾਣਨਾ ਪਾਊ? ਗੱਲ ਮੰਦੀ ਹੋ ਰਹੀ ਹੈ ਤੇ ਦੁਨੀਆ ਜਿਉਂਦੀ ਕਿਉਂ ਨਹੀਂ ਜਾ ਰਹੀ? ਰਿਸ਼ੀ ਦਾ ਧਿਆਨ ਛੁੱਟਿਆ, ਦੂਆਂ ਨੂੰ ਮਾਰ ਰਿਹਾ। ਗੱਲ ਕੀ ਹੈ? ਕਮ ਸੇ ਕਮ ਜਿਹੜੇ ਦੂਏ ਆਦਮੀ ਨੇ, ਜਿਹੜੇ ਗੁਰਮਤਿ ਦੀ ਗੱਲ ਸੁਣਦੇ ਨੇ, ਉਹ ਸੰਤੋਖੀ ਹੋ ਗਏ। ਦੁਨੀਆ ਛੱਡਤੀ ਉਹਨਾਂ ਨੇ, ਦੁਨੀਆ ਛੱਡ ਮਰੇ ਨੇ, ਉਹ ਮਰ ਕੇ ਜਿਉਂਦੇ ਨਹੀਂ ਅਜੇ ਹੋਏ। ਜਿਹੜਾ ਗੁਰਬਾਣੀ, ਉਹ ਪਹਿਲੀ ਸਟੇਜ ਹੈ ਉਹਨਾਂ ਕੋਲ। ਗੁਰਬਾਣੀ ਮਨ ਮਾਰਿਆ, ਹਾਂ, ਗੁਰਬਾਣੀ ਮਨ ਮਾਰਿਆ, ਉਹਨਾਂ ਦਾ ਮਨੇ ਮਾਰਿਆ। ਜਿਹਦਾ ਧਿਆਨ ਛੁੱਟਿਆ ਉਹਨੂੰ ਚਾਰੇ ਪਦਾਰਥ ਔਰ ਦਿਰਗਤਾ ਰਹੂ। ਜੇ ਹੋਰ ਵੀ ਕਿਸੇ ਦੇ ਖਾਨੇ ਗੱਲ ਪੈ ਗਈ, ਜੇ ਹੋਰ ਕਿਸੇ ਦੇ ਖਾਨੇ ਗੱਲ ਪੈ ਜਾਵੇ, ਜੀਵਤ ਜਾਣ ਨਾ ਪਾਊ, ਜਿਉਂਦਾ ਉਹ ਨਹੀਂ ਰਹਿੰਦਾ। ਅਸਮ ਹੋਵਤ ਜਾਨ ਬਿਨ ਪ੍ਰੀਤ ਭਗਤੀ ਨਾ ਮਾਨ। ਗੱਲ ਭਗਤੀ ਦੀ ਹੋ ਰਹੀ ਹੈ। ਉੱਥੋਂ ਕਹਾਣੀ ਆਈ ਸੀ ਜਿਹੜੀ ਮੈਂ ਸੁਣਾਈ ਹੈ ਵੀ ਉਹਨਾਂ ਨੇ ਐਂ ਲਿਖਿਆ, ਪੂਰੇ 7 ਹਾਥ ਦਾ ਪੁਤਲਾ ਕਰਤਾ, ਉਹ ਸੁਆਹ ਹੋ ਗਿਆ, ਇਹ ਹੋ ਗਿਆ। ਉਹਨਾਂ ਦੀ ਕਹਾਣੀ ਉਵੇਂ ਦੱਸ ਕੇ ਗੁਰਮਤਿ ਨਾਲ ਮੇਲ ਐਂ ਖਾਂਦੀ ਹੈ। ਇਹ ਸੋਧੇ ਸਿਮਰਤ ਸ਼ਾਸਤਰ ਸਗਲ ਸੋਧਿਆ ਹੋਇਆ, ਐਂ ਸੋਧੀ ਦਾ। ਆਹ ਗੱਲ ਸੋਧੀ ਹੋਈ ਹੈ, ਉੱਥੇ ਸੋਧੇ ਲਿਖਿਆ ਹੋਇਆ, ਪਰ ਪੂਰੀ ਕਹਾਣੀ ਦਾ ਸੋਧ ਕੇ ਕੋਈ ਦੱਸੀ ਨਹੀਂ ਹੋਈ। ਇੱਥੇ ਪੂਰੀਆਂ ਸਾਰੇ ਸੋਧ ਕੇ ਦੱਸੇ ਹੋਏ ਨੇ ਵੀ ਗੱਲ ਅਸਲ 'ਚ ਆ ਸੀ। ਕਿਵੇਂ ਸੋਧੀ ਸੀ? ਅਸਲ 'ਚ ਗੱਲ ਆ ਸੀ, ਆ ਉਹਨਾਂ ਨੇ ਬਣਾਈ ਹੋਈ ਹੈ। ਆਦ ਵਿੱਚ ਨਹੀਂ ਦੱਸਿਆ, ਅੱਜ ਟੂਕ ਮਾਤਰ ਗੱਲ ਕਹੀ ਹੋਈ ਹੈ। ਐਸੇ ਨੂੰ ਆਦ ਦੇ ਵਿੱਚ ਸਿੱਧ ਕੀਤਾ ਹੋਇਆ। ਇਸ ਗੱਲ ਨੂੰ ਆਦ ਦੇ ਵਿੱਚ, ਇਸ ਗੱਲ ਵੱਲ ਇਸ਼ਾਰਾ ਹੈ। ਆਦ ਵਿੱਚ ਇਸ਼ਾਰੇ 'ਚੋਂ ਤਾਂ ਅਸੀਂ ਗੱਲ ਨਹੀਂ ਸਮਝ ਸਕਦੇ ਵੀ ਕੀ ਹੈ। ਇਸ਼ਾਰੇ ਹੁੰਦੇ ਰਹੇ, ਉਹਨਾਂ ਨੇ ਕਹਾਣੀਆਂ ਤੁਹਾਡੇ ਫੇਰ ਗਲੇ ਉਤਾਰਤੀਆਂ ਸਾਰੀਆਂ। ਇਹੀ ਝੂਠੀਆਂ ਸਾਖੀਆਂ ਫੇਰ ਉਤਾਰਤੀਆਂ। ਸਿਮਰਤ ਸ਼ਾਸਤਰ ਦੀਆਂ ਸਾਖੀਆਂ ਫਿਰ ਉਹ ਸੁਣਾ ਕੇ ਦਸਮ ਪੜ੍ਹਨ ਨਹੀਂ ਦਿੱਤਾ, ਛਡਾਤਾ। ਉਹੀ ਕਹਾਣੀਆਂ ਤੁਹਾਡੇ ਕੋਲ ਰਹਿ ਗਈ। ਸੋਧੇ ਹੋਏ ਉਹ ਸੁੱਧ ਜਿਹੜੀ ਬਾੜ ਪਾੜੀ ਹੋਈ ਸੀ ਉਹ ਤੁਹਾਨੂੰ ਪੜ੍ਹਾਤੀ, ਔਰ ਦੂਏ ਸਨਾਤਨੀ ਸਿੱਖ ਬਣ ਕੇ ਇੱਥੇ ਬਾੜਤੇ ਅੰਗਰੇਜ਼ਾਂ ਨੇ ਮੂਹਰੇ। ਉਹ ਮੂਹਰੇ ਲੈ ਕੇ ਖੜ ਗਏ ਵੀ ਜੀ ਇਹ ਤਾਂ ਦਸਮ ਗ੍ਰੰਥ ਤਾਂ ਗੁਰੂ ਦਾ ਹੈ ਹੀ ਨਹੀਂ, ਇਹ ਤਾਂ ਪੜ੍ਹਨ ਦੀ ਲੋੜ ਹੀ ਨਹੀਂ। ਉਹਨੇ ਕਿਹਾ ਬਈ ਇਹ ਪੜ੍ਹ ਲਿਆ ਫਿਰ ਗੁਰਮਤਿ ਨੂੰ ਧਾਰਨ ਕਰ ਲੈਣਗੇ ਆਪ। ਇਹ ਤਾਂ ਉਹਨਾਂ ਦੇ ਸੀਗੇ ਨਰਜਣੀਏ ਸੀ, ਇਹ ਨਰਜਣ ਰਾਏ ਦੇ, ਜਿਹੜੇ ਗੁਰੂ ਘਰ ਤੋਂ ਵਿਰੋਧੀ ਨੇ। ਵਿਰੋਧੀ ਪ੍ਰਚਾਰ ਹੁੰਦਾ ਸੀ ਅੰਮ੍ਰਿਤਸਰ ਦਾ। ਅੰਮ੍ਰਿਤਸਰ ਦੇ ਵਿੱਚ ਪ੍ਰਚਾਰ ਹੈ ਗੁਰੂ ਘਰ ਤੋਂ ਵਿਰੋਧ 'ਚ ਰਿਹਾ। ਕਿ ਪੰਜਵੇਂ ਪਾਤਸ਼ਾਹ ਨੂੰ ਉੱਥੋਂ ਕੱਢਣ ਦਾ ਮਤਲਬ ਇਹ ਸੀ ਵੀ ਗੁਰਮਤਿ ਦਾ ਪ੍ਰਚਾਰ ਨਹੀਂ ਹੋਣ ਦੇਣਾ। ਗੁਰਮਤਿ ਦਾ ਜਿੱਥੇ ਵੀ ਕੋਈ ਗੁਰੂ ਨੇ ਪ੍ਰਚਾਰ ਕੀਤਾ, ਉਹਦੇ ਛੇਤੀ ਉਹ ਖੋਹ ਲਿਆ ਉਹਨਾਂ ਨੇ, ਦੋਹਾਂ ਨੇ ਛੇਤੀ ਉਹ ਸਥਾਨ ਖੋ ਗਏ, ਉੱਥੋਂ ਦੂਆ ਪ੍ਰਚਾਰ ਸ਼ੁਰੂ ਕਰਤਾ। ਆਲੇ ਅੰਮ੍ਰਿਤਸਰ ਦੇ ਸ੍ਰੀ ਚੰਦਕਿਆਂ ਦਾ ਜ਼ਿਆਦਾ ਪ੍ਰਭਾਵ ਹੈ, ਉਹਨਾਂ ਦੇ ਜ਼ਿਆਦਾ ਨੇ। ਆਲੇ ਉਹ ਇਹ ਕਬਜ਼ਾ ਕਰਵਾਤਾ ਸੀ। ਰਣਜੀਤ ਸਿੰਘ ਨੇ ਕਰਾਤਾ ਸੀ ਕਬਜ਼ਾ। ਉਹਨਾਂ ਦੀ ਉਹ ਮਰਿਆਦਾ, ਉਹਨਾਂ ਦਾ ਹੀ ਸਾਰਾ ਕੁਛ ਹੈ। ਉਹੀ ਪ੍ਰਚਾਰ ਹੁਣ ਤਾਈਂ ਵੀ ਉਹੀ ਹੈ। ਬਾਕੀ ਸਭ ਝੂਠ ਝਾਠ ਬੋਲ ਕੇ ਇਹਨਾਂ ਨੇ ਬਾਅਦ 'ਚ ਰਣਜੀਤ ਸਿੰਘ ਦੇ ਜ਼ਮਾਨੇ 'ਚ ਵੀ ਇਹ ਜਗ੍ਹਾ ਨਾਲ ਸਿੱਖ ਕਿਵੇਂ ਜੁੜਨ, ਸਿੱਖ ਵੀ ਜੋੜ ਲਏ ਝੂਠ ਬੋਲ ਕੇ, ਝੂਠਾ ਕੁਛ ਲਿਖ ਕੇ ਅਕਾਲ ਤਖਤ ਹੈ ਉਹ ਹੈ। ਜਦ ਕਿ ਗੁਰੂ ਘਰ ਦਾ ਕੋਈ ਸੰਬੰਧ ਨਹੀਂ ਰਿਹਾ ਅੰਮ੍ਰਿਤਸਰ ਨਾਲ। ਪੰਜਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਘਰ ਦਾ ਨਹੀਂ ਰਿਹਾ, ਬਾਅਦ 'ਚ ਸਿੱਖਾਂ ਦਾ ਜ਼ਰੂਰ ਰਿਹਾ। ਜੇ ਭੇਜਿਆ ਮਨੀ ਸਿੰਘ ਨੂੰ ਦਸਮ ਪਾਤਸ਼ਾਹ ਨੇ, ਡਾਇਰੈਕਟ ਗੁਰੂ ਤਾਂ ਨਹੀਂ ਆਏ। ਫਿਰ ਵੀ ਡਾਇਰੈਕਟ ਤਾਂ ਆਇਆ ਨਹੀਂ ਕੋਈ ਗੁਰੂ ਇੱਥੇ ਪ੍ਰਚਾਰ ਕਰਨ। ਉਹਨਾਂ ਦਾ ਬੰਦਾ ਆਇਆ ਕੋਈ, ਡਾਇਰੈਕਟ ਗੁਰੂ ਨਹੀਂ ਕੋਈ ਕਿਸੇ ਨੇ ਪ੍ਰਚਾਰ ਕੀਤਾ ਪੰਜਵੇਂ ਪਾਤਸ਼ਾਹ ਦੇ ਬਾਅਦ। ਜੇ ਕੋਈ ਕਹਿੰਦਾ ਸਭ ਝੂਠ ਬੋਲਦੇ ਨੇ। ਅਕਾਲ ਤਖਤ ਬਣਾਇਆ ਛੇਵੇਂ ਪਾਤਸ਼ਾਹ ਨੇ, ਸਭ ਝੂਠ ਹੈ। ਇਹਨਾਂ ਨੇ ਪ੍ਰਚਾਰ ਕੀਤਾ ਜਿਹੜੇ ਬਾਅਦ 'ਚ ਬਈ ਅਸੀਂ ਸਿੱਖਾਂ, ਅਸੀਂ ਸਿੱਖੀ ਜੇ ਜੁੜੇ ਰਹੇ। ਇਹ ਲੁਕਾਉਣ ਵਾਸਤੇ ਵੀ ਡੋਗਰੇ ਸਿੱਖ ਸੀ, ਡੋਗਰੇ ਐਂਟੀ ਸਿੱਖ ਸੀ। ਫਿਰ ਤੁਸੀਂ ਜੇ ਸਿੱਖ ਮੂਰਤੀਆਂ ਕਿਵੇਂ ਆਈਆਂ ਇਹ ਦੱਸੋ। ਅੱਜ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਇਹਨਾਂ ਕੋਲ ਕੋਈ ਜਵਾਬ ਨਹੀਂ। ਝੂਠ ਇਹਨਾਂ ਨੇ ਬੜੇ ਬੋਲੇ ਨੇ, ਇੱਕ ਵੀ ਨਹੀਂ ਰਹਿਣਾ, ਸਾਰੇ ਢੇਰੀ ਹੋ ਜਾਣੇ ਨੇ ਝੂਠ ਇਹਨਾਂ ਦੇ। ਹਾਲ ਤਾਂ ਨਹੀਂ ਦੱਸੇ ਕੋਈ ਸਿੱਖ ਸੁਣਨ ਨੂੰ ਤਿਆਰ ਨਹੀਂ ਸੀ। ਸਿੱਖ ਕਿਹੜਾ ਹੈ, ਸਿੱਖ ਸੀਗੇ ਹਿੰਦੂ ਤੇ ਸਾਰੇ ਹੀ
ਪ੍ਰਚਾਰ ਉਹਨਾਂ ਦਾ ਜ਼ਿਆਦਾ ਸੀ। ਗੁਰੂ ਦਾ ਪ੍ਰਚਾਰ ਤਾਂ ਬਹੁਤ ਸੀਮਤ ਸੀ, ਬਹੁਤ ਸੀਮਤ ਲੋਕਾਂ ਕੋਲ ਸੀ ਗੁਰੂ ਘਰ ਦਾ ਪ੍ਰਚਾਰ। ਉਹ ਤਾਂ ਛੱਡੇ ਹੀ ਨਹੀਂ ਬੰਦੇ ਇਹਨਾਂ ਨੇ। ਇਹ ਚੁੱਪ ਰਹੇ ਨੇ ਵੀ ਹਾਲੇ ਕੋਈ ਨਹੀਂ, ਟਾਈਮ ਆਊਗਾ, ਪੜ੍ਹ ਲਿਖ ਜਾਣਗੇ। ਹੁਣ ਪੜ੍ਹੇ ਲਿਖੇ ਯੂਨੀਵਰਸਿਟੀਆਂ ਨੇ, ਉੱਥੇ ਖੋਜ ਹੁੰਦੀ ਹੈ, ਹੋਰ ਵੀ ਬਹੁਤ ਲੋਕ ਜਾਗਰੂਕ ਨੇ, ਚਾਹੁੰਦੇ ਨੇ। ਜਦ ਚਾਹੁੰਦੇ ਹੋਣ, ਇੱਛਾ ਹੋਵੇ, ਉਦੋਂ ਗੱਲ ਕਹਿਣੀ ਚੰਗੀ ਹੁੰਦੀ ਹੈ। ਜਦ ਧਰਤੀ ਤਪਦੀ ਹੈ ਤਾਂ ਉਦੋਂ ਹੀ ਵਰਸਦਾ। ਫਿਰ ਬਰਸਾਤ ਉਦੋਂ ਆਉਂਦੀ ਹੈ ਜਦ ਜੇਠ ਹਾੜ ਹੁੰਦਾ। ਹੁਣ ਸਾਰਿਆਂ ਦੇ ਲੋੜ ਸੀ ਪਰਮੇਸ਼ਰ ਦੀ। ਫਿਰ ਖੇਡ ਵਰਤ ਗਈ। ਉਹਨੇ ਦੱਸ ਫਿਰ ਰੋਕ ਕੇ ਦਿਖਾ ਦੇਣ ਜਿਹੜੀ ਇਹਨਾਂ 'ਚ ਹਿੰਮਤ। ਦੇਖ ਲੈਣਗੇ, ਦੇਣਗੇ ਕੀ ਸੰਗਤ ਨੂੰ, ਕੀ ਦੇਣਗੇ। ਸੱਚ ਦੇ ਸਾਹਮਣੇ ਝੂਠ ਨਹੀਂ ਟਿਕਦਾ ਹੁੰਦਾ, ਨਾ ਟਿਕ ਸਕਦਾ। ਸਭ ਕੁਝ ਮੰਨਣਾ ਪਊਗਾ ਇਹਨਾਂ ਨੂੰ। ਹੌਲੀ ਹੌਲੀ ਮੰਨਣ ਵਾਲੇ ਪਾਸੇ ਆਏ ਹੋਏ ਨੇ। ਵਾਹ ਕੋਈ ਨਹੀਂ ਚੱਲਦੀ ਨਾ ਹੁਣ, ਵਾਹ ਕੋਈ ਨਹੀਂ ਚੱਲਣੀ ਇਹਨਾਂ ਦੀ। ਹਾਂਜੀ। ਸੋ ਭਸਮ ਹੋਵਤ ਜਾਨ, ਬਿਨ ਪ੍ਰੀਤ ਭਗਤੀ ਨਾ ਮਾਨ। ਜਿਹੜਾ ਸਾਹਮਣੇ ਆ ਜਾਂਦਾ, ਜਿਹਦੀ ਅੱਖ ਖੁੱਲ ਜਾਂਦੀ ਹੈ, ਉਹ ਭਸਮ ਸਮਝਦਾ ਸਰੀਰ ਨੂੰ। ਬਿਨ ਪ੍ਰੀਤ ਭਗਤੀ ਨਾ ਮਾਨ। ਜੇ ਪ੍ਰੀਤ ਨਹੀਂ ਨਾ ਹੈਗੀ, ਭਗਤੀ ਨਹੀਂ ਹੈ। ਹੁਣ ਪ੍ਰੀਤ ਕਿਹਦੀ ਹੈ? ਸਾਬਤ ਕਰਨ ਕਿੰਨੇ ਆਦਮੀ ਦੀ ਆਪਸ ਵਿੱਚ ਹੀ ਪ੍ਰੀਤ ਹੈ। ਜਿੰਨੇ ਅੰਮ੍ਰਿਤਸਰ 'ਚ ਨੇ ਆਪਸ ਵਿੱਚ ਹੀ, ਸਟਾਫ ਦੀ, ਗ੍ਰੰਥੀਆਂ ਦੀ, ਰਾਗੀਆਂ ਦੀ, ਪ੍ਰਚਾਰਕਾਂ ਦੀ ਆਪਸ ਵਿੱਚ ਹੀ ਪ੍ਰੀਤ ਸਾਬਤ ਕਰਨ। IGPC ਦੇ ਮੈਂਬਰ ਪ੍ਰੀਤ ਸਾਬਤ ਕਰਨ ਕਿੰਨੇ ਦੀ ਆਪਸ ਵਿੱਚ ਹੀ ਹੈ ਦੱਸਣ। ਅਕਾਲੀ ਪ੍ਰੀਤ ਸਾਬਤ ਕਰਨ। ਪ੍ਰੀਤ ਨਾਂ ਦਾ ਲਫ਼ਜ਼ ਹੀ ਨਹੀਂ ਹੈ ਇਹਨਾਂ 'ਚ। ਦਾ ਨਾਂ ਦਾ ਲਫ਼ਜ਼ ਹੈ। ਦਾ ਲਾਉਂਦੇ ਨੇ ਇੱਕ ਦੂਏ 'ਤੇ। ਜਿਹਦੇ ਪੱਖ ਦਾ ਕੋਈ ਹੋ ਜਾਂਦਾ ਉਹ ਆਪਣੀਆਂ ਰੋਟੀਆਂ ਸੇਕਦੇ ਨੇ, ਉਹਨੂੰ ਤਰੱਕੀਆਂ ਮਿਲਦੀਆਂ ਨੇ। ਇਹ ਤਾਂ ਦਾ ਔਰ ਘਾਹ ਦੀ ਲੜਾਈ ਹੈ। ਦਾ ਘਾਹ ਦੀ ਲੜਾਈ ਹੈ। ਪ੍ਰੀਤ ਵਾਲੀ ਗੱਲ ਕੋਈ ਨਹੀਂ ਹੈ ਕਿਤੇ। ਪ੍ਰੀਤ ਵਾਲੀ ਗੱਲ ਦੂਰ ਚਲੀ ਗਈ। ਬਿਨ ਪ੍ਰੀਤ ਭਗਤੀ ਨਾ ਮਾਨ। ਭਗਤੀ ਨਹੀਂ ਹੈ ਇਹ ਗੁਰਮਤਿ ਦੀ। ਜਿੱਥੇ ਪ੍ਰੀਤ ਨਹੀਂ, ਭਗਤੀ ਨਹੀਂ ਹੈ। ਪ੍ਰੀਤ ਕਿਹਦੇ ਨਾਲ ਹੋਊਗੀ? ਜਿਹਨੂੰ ਪ੍ਰੀਤ ਉਹਨੇ ਗੋਲਕ ਤੇ ਲੈਣਾ ਕੀ ਹੈ? ਗੋਲਕ ਤਾਂ ਐਡਾ ਬੜਾ ਰਾਜ ਹੈ, ਇਹਦੇ ਕੋਲ ਸਾਰੇ ਪਦਾਰਥ ਨੇ। ਪਾਰਸਨਾਥ ਕੋਲ ਦੁਨੀਆ ਭਰ ਦੇ ਰਾਜੇ ਜਿੱਤ ਲਏ, ਦੁਨੀਆ ਭਰ ਦੇ ਹਾਥੀ ਘੋੜੇ ਸੋਨਾ ਕਹਿੰਦਾ ਕਈ ਸਾਲ ਨਹੀਂ ਮੁੱਕਦਾ, ਦਾਨ ਕਰੀ ਜਾਓ। ਇਹਨਾਂ ਕੋਲ ਕੀ ਹੈ? ਉਹ ਪ੍ਰੀਤ ਨਹੀਂ ਸੀ। ਇੱਥੇ ਵੀ ਪ੍ਰੀਤ ਵਾਲੇ ਪਾਸੇ ਲੈ ਕੇ ਆਂਦਾ। ਜਿਹੜੇ ਰਾਜਿਆਂ ਨੂੰ ਕਤਲ ਕਰਨ ਨੂੰ ਫਿਰਦਾ, ਉਹਨਾਂ ਨੂੰ ਛੱਡ ਦੇਣਾ ਮਾਫੀ ਮੰਗ ਕੇ। ਇਹਨੇ ਜਿਹਨੇ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਪ੍ਰਭ ਪਾਉਣ ਵਾਸਤੇ ਪ੍ਰੇਮ ਦੀ ਲੋੜ ਹੈ। ਪ੍ਰਭ ਪਾਉਣ ਵਾਸਤੇ ਗੋਲਕ ਦੀ ਲੋੜ ਨਹੀਂ ਹੈ। ਗੋਲਕ ਦੀ ਲੋੜ ਹੈ ਪਾਰਟੀਬਾਜੀ ਹੈ। ਉੱਥੇ ਧੜੇਬੰਦੀ ਹੈ। ਜਿੱਥੇ ਗੋਲਕ ਉੱਥੇ ਧੜੇਬੰਦੀ ਹੈ। ਝੂਠ ਤੇ ਪ੍ਰੀਤ ਨਹੀਂ ਰਹਿ ਸਕਦੀ। ਜਿੱਥੇ ਝੂਠ ਉੱਥੇ ਪ੍ਰੀਤ ਨਹੀਂ ਹੁੰਦੀ। ਸੱਚ ਹੈ ਉੱਥੇ ਪ੍ਰੀਤ ਹੋਊਗੀ। ਸੱਚਿਆਰਿਆਂ ਦੀ ਪ੍ਰੀਤ ਹੁੰਦੀ ਹੈ, ਕੂੜਿਆਰਿਆਂ ਦੀ ਪ੍ਰੀਤ ਹੁੰਦੀ ਹੋਈ ਨਹੀਂ, ਹੋ ਹੀ ਨਹੀਂ ਸਕਦੀ। ਇੰਪੋਸੀਬਲ ਗੱਲ ਹੈ ਇਹ। ਕੂੜਿਆਰਿਆਂ ਦੀ ਪ੍ਰੀਤ ਹੋ ਜਾਵੇ, ਝੂਠ ਬੋਲਣ ਵਾਲਿਆਂ ਦੀ ਪ੍ਰੀਤ ਹੋ ਜਾਵੇ ਆਪਸ ਵਿੱਚ ਹੀ, ਜਾਂ ਕਿਸੇ ਨਾਲ ਵੀ ਪ੍ਰੀਤ ਹੋ ਜਾਵੇ, ਇਹ ਗੱਲ ਨਹੀਂ ਹੈ ਸੱਚ। ਨਾ ਕਦੇ ਹੋਈ ਹੈ, ਨਾ ਹੁਣ ਹੈਗੀ, ਨਾ ਗਾਹਾਂ ਨੂੰ ਹੋਊਗੀ। ਤਿੰਨੇ ਕਾਲਾਂ 'ਚ ਝੂਠ ਹੈ ਪ੍ਰੀਤ ਹੋਊ। ਸਾਰੇ ਮੰਨਦੇ ਵੀ ਨੇ ਇਸ ਗੱਲ ਨੂੰ। ਹਾਂਜੀ। ਜਬ ਭਏ ਪੁੱਤਰਾ ਭਸਮ, ਜਨ ਅੰਧਤਾ ਨਵ ਰਸਮ। ਜਦ ਪੁੱਤਰਾ ਭਸਮ ਹੋ ਜਾਂਦਾ ਹੈ, ਜਦ ਸਰੀਰ ਦੀ ਮਨੌਤ ਖਤਮ ਹੋ ਜਾਂਦੀ ਹੈ, ਭਸਮ ਮੰਨ ਲੈਂਦਾ, ਫਿਰ ਲੜਾਈ ਮਾਇਆ ਦੀ ਕਾਹਦੇ ਵਾਸਤੇ ਰਹਿ ਗਈ? ਸਵਾਦੀ ਢੇਰੀ ਵਾਸਤੇ ਲੜਾਈ ਹੈ। ਕਾਹਦੇ ਵਾਸਤੇ ਲੜਾਈ? ਖਾਣਾ ਪੀਣਾ ਤਾਂ ਸਰੀਰ ਦਾ ਹੀ ਹੈ, ਦੁਨੀਆ ਦਾ ਸਰੀਰ ਨਾਲ ਜੁੜੀ ਹੋਈ ਹੈ। ਜਦ ਇਹੀ ਭਸਮ ਹੈ, ਜਿਉਂਦੇ ਦਾ ਹੀ ਹੋ ਗਿਆ, ਲੜਾਈ ਕਾਹਦੀ ਰਹਿ ਗਈ? ਫੇਰ ਪ੍ਰੀਤ ਹੈ। ਉਦੋਂ ਪਹਿਲਾਂ ਪ੍ਰੀਤ ਹੁੰਦੀ ਹੋਈ ਨਹੀਂ। ਜਦ ਹੋਏ ਪੁੱਤਰਾ ਭਸਮ, ਜਨ ਅੰਧਤਾ ਰਵ ਰਸਮ। ਐ ਸਮਝ ਲਓ ਸੂਰਜ ਨਿਕਲਦੇ ਸਾਰ ਜਿਵੇਂ ਹਨੇਰੇ ਦਾ ਨਾਸ ਹੋ ਜਾਂਦਾ, ਐ ਭਰਮ ਦਾ ਨਾਸ ਹੋ ਜਾਂਦਾ। ਜਿਹੜਾ ਸਰੀਰ ਨੂੰ ਮੈਂ ਮੰਨਿਆ ਹੋਇਆ, ਇਹ ਰਹਿੰਦਾ ਹੀ ਨਹੀਂ। ਮੈਂ ਭਸਮ ਦੀ ਢੇਰੀ ਬਣ ਜਾਂਦਾ। ਇਹ ਅਗਿਆਨਤਾ ਵਿੱਚ ਮੈਂ ਮੰਨਦੇ ਹਾਂ ਸਰੀਰ ਨੂੰ। ਅਗਿਆਨਤਾ ਕਰਕੇ ਹੀ ਇਹ ਸਾਰਾ ਹੈਗਾ ਮਾਇਆ ਦਾ ਪਸਾਰਾ। ਅਗਿਆਨਤਾ ਕਰਕੇ ਹੀ ਅਸੀਂ ਇੱਕ ਦੂਏ ਨਾਲ ਕਰਦੇ ਹਾਂ ਵੈਰ ਵਿਰੋਧ।
बैर विरोध काम क्रोध लोभ मोह, झूठ विकार महालोभ धरो, याहू जुगत बयाने कई जन्म, नानक राख लियो अपन कर कर। ਹੁਣ ਇਹਨਾਂ ਨੇ ਤਾਂ ਪੰਜਾਬ ਔਰ ਹਰਿਆਣਾ ਅੱਡੋ ਅੱਡ ਕੀਤੇ ਹੋਏ ਨੇ। ਰਾਜਸਥਾਨ ਨੂੰ ਪਾਣੀ ਨਹੀਂ ਦੇਣਾ, ਹਰਿਆਣੇ ਨੂੰ ਉੱਥੇ ਸਿੱਖ ਨਹੀਂ ਆਣ। ਸਰਬੱਤ ਦਾ ਭਲਾ ਕਿੱਥੇ ਗਿਆ? ਸਿੱਖੀ ਦਾ ਰਾਜ ਨਹੀਂ ਹੈ। ਸਿੱਖ ਨਹੀਂ ਇਹ ਗੱਲ ਕਹਿ ਸਕਦਾ, ਜਿਹੜਾ ਗੁਰੂ ਵਾਲਾ ਨਹੀਂ ਇਹ ਗੱਲ ਕਹਿ ਸਕਦਾ। ਗੁਰੂ ਨਾਲ ਜੁੜਨ ਦਾ ਪਖੰਡ ਹੈ ਤੁਹਾਡਾ। ਗੁਰੂ ਵਾਲਾ ਨਾਲੇ ਸਿੱਖ ਤਾਂ ਆਪਣਾ ਪਾਣੀ ਦੂਏ ਨੂੰ ਦੇ ਕੇ ਬਚਾ ਸਕਦਾ। ਆਪਣੇ ਜਿਹੜਾ ਗਲਾਸ ਹੋਵੇ ਅੱਧਾ ਅੱਧਾ ਪੀ ਲਓ, ਭਾਈ ਮੈਨੂੰ ਘੱਟ ਦੇ ਤੇ ਤੂੰ ਜ਼ਿਆਦਾ ਪੀ ਲੈ, ਜੇ ਉਹਦੀ ਜਾਨ ਬਚਦੀ ਹੋਵੇ। ਸਿੱਖੀ ਤਾਂ ਇਹ ਗੱਲ ਹੈ। ਤਿਆਗ ਦਾ ਨਾਂ ਸਿੱਖੀ ਹੈ, ਡਾਕੇ ਦਾ ਨਾਂ ਸਿੱਖੀ ਨਹੀਂ ਹੈ। ਡਕੈਤੀ ਕਰਨੀ, ਇਕੱਠੇ ਹੋ ਕੇ ਇੱਕ ਗਰੁੱਪ ਬਣਾ ਕੇ ਡਕੈਤ ਬਣ ਜਾਣਾ, ਇਹਦਾ ਨਾਂ ਸਿੱਖੀ ਨਹੀਂ ਹੈ। ਚੰਗਾ ਵੈਸੇ ਉਹਨੇ ਨਾਂ ਬਦਲ ਲਿਆ, ਪੰਜਾਬ ਪਾਰਟੀ ਰੱਖ ਲਿਆ, ਚੰਗੀ ਗੱਲ ਕੀਤੀ। ਕਿਉਂ ਕਰਨੀ ਤਾਂ ਡਕੈਤੀ ਹੋਵੇ, ਡਕੈਤੀ ਤਾਂ ਹੈ ਉਹ ਨੌ ਅਕਾਲੀ ਹੋਵੇ। ਚਲੋ ਇਹ ਤਾਂ ਬਚਾ ਕਰ ਲਿਆ ਉਹਨੇ, ਚੰਗੀ ਗੱਲ ਹੈ, ਵਧੀਆ ਕੀਤਾ ਉਹਨੇ, ਨੌ ਬਦਲ ਲਿਆ। ਕੋਈ ਡਕੈਤ ਜੇ ਡਕੈਤ ਆਪਣਾ ਨੂੰ ਗਰੋਹ ਰੱਖਦੇ ਨੇ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ। ਉਹਨਾਂ ਦੇ ਹੈਗੇ ਨੇ ਹੋਰ ਨਾਲ, ਉਹਨਾਂ ਦੇ ਆਪੋਜੀਸ਼ਨ ਵਾਲੇ, ਉਹ ਕਰਦੇ ਰਹਿਣ, ਉਹਨਾਂ ਦੀ ਲੜਾਈ ਹੈ, ਸਾਡੀ ਤਾਂ ਕੋਈ ਲੜਾਈ ਨਹੀਂ ਹੈ। ਸਾਨੂੰ ਤਾਂ ਦੋ ਇੱਕੋ ਜਿਹੀ ਨੇ। ਤਮਾਸ਼ਾ ਦੇਖਣਾ ਹੀ ਤਾਂ ਦੇਖਣ ਆਇਓ ਜਗਤ ਤਮਾਸ਼ਾ। ਜਿਹੜੇ ਪਰਮ ਪੁਰਖਾਂ ਦਾਸਾਂ ਨੇ ਉਹ ਤਾਂ ਤਮਾਸ਼ਾ ਦੇਖਦੇ ਨੇ ਕੀ ਹੋ ਰਿਹਾ। ਸਭ ਕੋਈ ਹੁਕਮ ਨਾਲੇ ਹੋ ਰਿਹਾ, ਕੋਈ ਨਹੀਂ ਕੁਛ ਕਰ ਰਿਹਾ, ਹੁਕਮ ਨਾ ਹੋ ਰਿਹਾ। पापी के मारने को पाप महाबली है। पापी नूं पाप लैके मरदा हुंदा, डुबदा हुंदा। पापी नहीं मर सकता जे पाप छड़ दे। पाप बुरा पापी को प्यारा। पाप बुरा सारे कहते हैं, पर पापी उन्होंने प्यार करता हुंदा पाप नूं। नाराज छंद कौन भूप भूम मैं बताए, मोहे दीजी है। क्योंकि एक राजे की गल चलती है, कौन भूप भूम में बताए, राजे की गल चलती है। राजा धर्म वाल आ रहा है हंकार छड्ड के, इस करके अज राज की गल मैं बराबर रख रहा। वैसे राज की गल करने की सानूं लोड़ नहीं बहुती, क्योंकि रोशनी इधर जो पै रही है वो राज ते पै रही है। राजा एक लाइन बदल रहा है, गलत रास्ते चलता जाता। इस करके अज दे राज नूं क्योंकि जो गुरुद्वारे तो चलता, नौवें चाहे बदल लिया, गोलक तो गुरुद्वारे की नाले चलाउंदे ने भी कम की कर रहे ने। अपना ये अंदर झाक के देख लेना, अज विवेक दे छुरे ना अपना भी अंदर फोल के देख लेने है की कर रहे ने। गुरु ने जिहड़ी गल कही वो दसती, जिवें आई आ उवें दसती। ये पढ़ लैन, पढ़ा लैन, किसी अर्थ करा लैन, ये गल ठीक है। नहीं, गुरु तो बागी होकर चलने, बहुता चिर नहीं रह सकते, ये भी सोच लैन। ऐ चले जाणगे जिवें वो यूपी च कहते होंदे ने मुसलमान गधे दे सिर तो सिंह चले गए। गधे दे सिंह हुंदे ते कदे कहंदे, हुण है नहीं। किसी ने पुछना भी नहीं कदे सीगा कोई अकाली नो दी पार्टी आने वाले समय च, पुछनी भी नहीं किसी ने, याद भी नहीं करना। जिहड़े लक्षण इन्होंने फड़े हुए ना, पुछने नहीं। सिक्खी तो खत्म करती इन्होंने। इन्नी तो मुसलमानों के जमाने च नहीं खत्म हुई, जिन्नी इन्होंने जमाने च खत्म हुई है। अंदर बढ़ के सिक्खी का बेड़ा तबाह किया इन्होंने। अंदर बढ़ के घर दे भेती होकर लंका ढाई है इन्होंने। ये बख्शिश किते भी नहीं होनी इन्होंने, जिते मर्जी चले जान। पिछले 200 साल तो जो कुछ 100 साल तो ही लै लो, 1925 तो या जब तो इन्होंने चलिया की इन्होंने प्लान लैके चलिया सी, सब पता। गुरुद्वारे आजाद नहीं सी कराए, गोलक ते डाका मारिया सी, सारी जायदाद ते डाका मारिया सी, ਉਹਦੇ ਨਾਲ ਕੁਰਸੀਆਂ ਲਈਆਂ, ਉਹਦੇ ਨਾਲ ਪੌੜੀ ਬਣਾ ਕੇ ਰਾਜ ਲਿਆ, ਉਹਦੇ ਨਾਲ ਡਕੈਤੀਆਂ ਕਰਕੇ ਆਪਣੀਆਂ ਜਾਇਦਾਦਾਂ ਬਣਾਈਆਂ। ਸਭ ਕੁਝ ਸਾਹਮਣੇ ਹੀ ਹੈ, ਸਭ ਨੂੰ ਪਤਾ ਵੀ ਹੈ। ਗੁਰੂ ਦਾ ਕੀ ਬਣਾਇਆ? ਸਵਾਲ ਤਾਂ ਹੈ ਸਿੱਖੀ ਦਾ ਕੀ ਬਣਾਇਆ? ਹਾਂਜੀ।
ਪੁਨ ਪੁੱਛਿਆ ਤਿਹ ਜਾਏ ਮੁਨ ਰਾਜ ਭੇਦ ਬਤਾਏ। ਪੁਨ ਪੁੱਛਿਆ ਪੁਨ ਪੁੱਛਿਆ ਤਿਹ ਜਾਏ ਤੇ ਜਾਏ, ਫਿਰ ਪੁੱਛਿਆ ਜਾ ਕੇ ਮੁਨ ਰਾਜ ਭੇਦ ਬਤਾਏ। ਮੁਨ ਰਾਜ ਭੇਦ ਬਤਾਏ। ਕਿਹਨੂੰ ਪੁੱਛਿਆ? ਗੁਰਮੁਖ ਨੂੰ ਪੁੱਛਿਆ। ਨਿਰਾਛਨ ਇਹ ਮਸ਼ਿੰਦਰ ਨਾਥ ਨਾਲ ਵਾਰਤਾਲਾਪ ਚੱਲ ਰਹੀ ਹੈ। ਹਾਂ, ਮਸ਼ਿੰਦਰ ਨਾਥ ਮਸ਼ਿੰਦਰ ਨਾਥ ਪਿੱਛੋਂ ਚੱਲ, ਮਸ਼ਿੰਦਰ ਨਾਥ ਨਾਲ ਵਾਰਤਾਲਾਪ ਚੱਲ ਰਹੀ ਹੈ। ਪਿੱਛੋਂ ਚੱਲ ਫਿਰ ਮਸ਼ਿੰਦਰ ਨਾਥ ਤੋਂ ਹੀ। ਜਬ ਭਏ ਪੁੱਤਰਾ ਭਸਮ ਜਨ ਅੰਧ ਤਾਰਵ ਰਸਮ। ਹਾਂ, ਜਦ ਪੁੱਤਰਾ ਭਸਮ ਹੋਇਆ, ਰਾਜੇ ਦਾ ਅੰਧਕਾਰ ਦੂਰ ਹੋ ਗਿਆ। ਇਹ ਸਰੀਰ ਦੀ ਮਲੌਟ ਛਡਾਤੀ, ਪਾਰਸਨਾਥ ਦਾ ਸਾਰਾ ਅੰਧਕਾਰ ਸੀ ਦੂਰ ਹੋ ਗਿਆ ਵੀ ਮੈਂ ਤਾਂ ਗਲਤ ਰਸਤੇ ਜਾ ਰਿਹਾ ਸੀ। ਸਾਰੀ ਅਗਿਆਨਤਾ ਦੂਰ ਹੋ ਗਈ। ਹਾਂ, ਮੇਰਾ ਭੂਪ ਭੂਪ ਰਾਜਾ ਹੀ ਹੈ। ਰਾਜਨ ਕੌਣ ਭੂਪ ਭੂਮ ਮੈਂ ਬਤਾਏ ਮੋਹਿ ਦੀਜੀਏ। ਹਾਂ, ਉਹ ਪੁੱਛਦਾ, ਹਾਂ ਉਹ ਪੁੱਛਦਾ ਵੀ ਕੋਈ ਰਾਜਾ ਹੈ ਐਸਾ ਜਿਹੜਾ ਮੇਤੋਂ ਜਿੱਤਣ ਤੋਂ ਰਹਿੰਦਾ। ਇਹ ਤਾਂ ਜੋ ਫਿਰ ਹੋਰ ਗੱਲ ਹੈ। ਓਹੋ, ਅੱਛਾ ਅੱਛਾ, ਠੀਕ ਹੈ ਠੀਕ ਹੈ। ਹਾਂ, ਨਹੀਂ ਨਹੀਂ, ਅਜੇ ਨਹੀਂ ਅਜੋ ਤਾਂ ਇਹ ਹੈ ਉਹ ਮਸ਼ਿੰਦਰ ਨਾਥ ਦਾ ਪੁੱਤਰਾ ਜਾਂ ਭਸਮ ਹੋਇਆ, ਰਾਜੇ ਨੂੰ ਨਹੀਂ ਪਤਾ ਹੈ ਕੀ ਕਰ ਰਿਹਾ। ਉਹਨੇ ਉਪਦੇਸ਼ ਕਰਤਾ ਪੁੱਤਰਾ ਭਸਮ ਕਰਨ ਦਾ, ਰਾਜਾ ਗੱਲ ਨਹੀਂ ਬੁਝਾਰਤ ਸੀ, ਬੁਝਿਆ ਨਹੀਂ। ਉਹਨੇ ਤਾਂ ਕਥਾ ਸੁਣਾਤੀ ਸਾਰੀ ਆਪਣੀ ਵੀ ਮਨ ਦੇ ਵਿੱਚੋਂ ਕੀ ਹੁੰਦਾ ਹੈ। ਮਨ ਜਦ ਧਿਆਨ ਵਿੱਚ ਜਾਣਿਆ, ਧੁਨ ਵਿੱਚ ਧਿਆਨ ਵਿੱਚ ਜਾਣਿਆ, ਗੁਰਮੁਖੀ ਕਥ ਕਹਾਣੀ ਉਹ ਸੁਣਾਤੀ ਉਹਨੇ ਤਾਂ ਆਪਣੀ। ਰਾਜਾ ਫਿਰ ਪੁੱਛਦਾ ਹੈ ਆਪਣੇ ਅੰਦਰ ਵੀ ਕਿਹੜਾ ਰਾਜਾ ਹੈ ਜਿਹੜਾ ਮੈਂ ਜਿੱਤਿਆ ਨਹੀਂ ਅਜੋ। ਹਾਂ, ਕੌਣ ਭੂਪ ਭੂਮ ਮੈਂ ਬਤਾਏ ਮੋਹਿ ਦੀਜੀ ਹੈ। ਕਿਹੜਾ ਰਾਜਾ ਹੈ ਐਸਾ ਜਿਹੜਾ ਮੇਰੇ ਤੋਂ ਨਹੀਂ ਜਿੱਤ ਹੋਇਆ। ਜੋ ਅੰਦਰ ਬ੍ਰਹਮ ਗਿਆਨ ਤੇ ਬਾਅਦ ਵੀ ਉਹਦੀ ਸੁਰਤੀ ਬਾਹਰ ਹੈ, ਜੋ ਧਿਆਨ ਬਾਹਰ ਹੈ। ਸਮਝ ਲਿਆ ਅੰਦਰਲੀ ਸਾਰੀ ਗੱਲ, ਪਰ ਧਿਆਨ ਹੈ ਜੋ ਬਾਹਰ ਹੀ ਹੈ ਉਹਦਾ। ਜੋ ਮੋਏ ਤਰਾਸ ਨਾ ਤਰਸਿਓ ਕਿਰਪਾ ਰਖੀਸ ਕੀਜੀਐ। ਹਾਂ, ਜੋ ਮੋਏ ਜਿਹੜਾ ਮੇਰੇ ਡਰ ਤੋਂ ਜੋ ਡਰਿਆ ਨਾ ਹੋਵੇ, ਜਿਹੜਾ ਮੇਰੇ ਤੋਂ ਜੋ ਨਾ ਡਰਿਆ ਹੋਵੇ, ਮੇਰੇ ਅੰਦਰ ਨਾ ਆਇਆ ਹੋਵੇ, ਐਸਾ ਮੈਨੂੰ ਕੋਈ ਦੱਸੋ ਜਿਹੜਾ ਮੈਂ ਜੋ ਜਿੱਤਿਆ ਨਾ ਹੋਵੇ। ਸੋ ਔਰ ਕੌਣ ਹੈ ਹਠੀ ਸੋ ਜੌਨ ਮੋ ਨਾ ਜੀਤੀ ਹੈ। ਐਸਾ ਕਿਹੜਾ ਹਠੀ ਹੈ ਜਿਹੜਾ ਆਇਆ ਹੀ ਨਹੀਂ। ਮੈਂ ਸਾਰਿਆਂ ਨੂੰ ਸੁਨੇਹੇ ਭੇਜਤੇ ਵੀ ਆ ਕੇ ਸਰੈਂਡਰ ਕਰ ਜੋ। ਕੋਈ ਬੈਠਾ ਹੋਵੇ ਕਿਤੇ ਲੁਕਿਆ, ਜੇ ਕੋਈ ਐਸਾ ਹੈ ਉਹ ਦੱਸੋ ਮੈਨੂੰ। ਉਹ ਤਰਾਸ ਕੌਣ ਠੌਰ ਹੈ ਜਹਾਂ ਨ ਮੋਹ ਬੀਤਿਓ। ਜਿੱਥੇ ਮੈਂ ਨਹੀਂ ਪਹੁੰਚ ਸਕਿਆ ਜਾਂ ਮੇਰਾ ਕੋਈ ਸੁਨੇਹਾ ਨਹੀਂ ਪਹੁੰਚ ਸਕਿਆ, ਐਸੀ ਕਿਹੜੀ ਜਗ੍ਹਾ ਹੈ ਉਹ? ਕੋਈ ਐਸਾ ਦੂਰ ਦਰਾਡੇ ਸਮੁੰਦਰ ਦੇ ਵਿੱਚ ਕੋਈ ਟਾਪੂ ਹੋਵੇ ਜਿੱਥੇ ਮੇਰੇ ਬੰਦੇ ਨਹੀਂ ਪਹੁੰਚ ਸਕੇ ਜਾਂ ਮੇਰਾ ਮੈਸੇਜ ਨਹੀਂ ਜਾ ਸਕਿਆ, ਸੁਨੇਹਾ ਨਹੀਂ ਜਾ ਸਕਿਆ, ਉਹ ਇੱਥੇ ਨਾ ਆਇਆ ਹੋਵੇ, ਉੱਥੇ ਹੀ ਹੋਵੇ ਉਹ, ਇਹ ਆਓ ਸੁਣ ਕੇ ਵੀ ਨਾ ਆਇਆ ਹੋਵੇ। ਕੋਈ ਐਸਾ ਦੱਸੋ ਮੈਨੂੰ। ਨਰਾਜ ਨਾ ਸ਼ੰਕ ਚਿੱਤ ਆਨੀ ਹੈ ਨਿਸ਼ੰਕ ਭਾਖ ਦੀਜੀਐ। ਤੁਸੀਂ ਕੋਈ ਐਸੀ ਸ਼ੰਕਾ ਨਾ ਕਰਿਓ ਬਈ ਮੈਂ ਤਾਂ ਡਰਿਓ ਨਾ, ਬਈ ਤੁਸੀਂ ਕਹਿ ਦੋ ਵੀ ਜੇ ਮੈਂ ਕਹਿ ਦਿੱਤਾ ਤਾਂ ਇਹ ਮੈਨੂੰ ਕੋਈ ਗੁੱਸਾ ਕਰੂਗਾ। ਨਿਸ਼ੰਕ ਭਾਖ ਦੀ। ਹਾਂ, ਇਹ ਸ਼ੰਕਾ ਨਾ ਕਰੋ ਤੁਸੀਂ। ਜਿਹੜਾ ਹੈਗਾ ਕੋਈ ਦੱਸ ਦੋ ਵੀ ਕਿਹੜਾ ਨਹੀਂ ਜਿੱਤ ਹੋਇਆ। ਸੋ ਕੋ ਅਜੀਤ ਹੈ ਰਹਾ ਉਚਾਰ ਦਾਸ ਕੀਜੀਐ। ਜੇ ਕੋਈ ਐਸਾ ਜਿੱਤ ਮੇ ਤੋਂ ਰਹਿ ਗਿਆ ਉਹਨੂੰ ਦੱਸ ਦਿਓ, ਖੁੱਲੇ ਤੌਰ ਤੇ ਦੱਸ ਦਿਓ। ਨਰੇਸ਼ ਦੇਸ਼ ਦੇ ਸਕੇ ਅਸ਼ੇਸ਼ ਜੀਤ ਮੈਂ ਲੀਏ। ਸਾਰੇ ਜਿਹੜੇ ਰਾਜੇ ਨੇ ਦੇਸਾਂ ਦੇ ਦੂਰ ਤੱਕ ਸਾਰੇ ਮੈਂ ਜਿੱਤ ਲਏ। ਚਿਤ ਇਸ ਭੇਸ ਭੇਸ ਕੇ ਗੁਲਾਮ ਆਨ ਹੋਏ ਰਹੇ। ਸਾਰੇ ਜਿਹੜੇ ਨੇ ਮੇਰੇ ਭੇਸ ਭੇਖਾਧਾਰੀ ਜਿਹੜੇ ਨੇ, ਛਤੇਸ ਭੇਸ ਭੇਸ ਕੇ ਛਤਰਧਾਰੀ ਜਿਹੜੇ ਪ੍ਰਚਾਰਕ ਨੇ ਮੱਤਾਂ ਦੇ, ਉਹਨਾਂ ਦੀ ਗੱਲ ਹੈ। ਛਤਰਧਾਰੀ ਮੱਤਾਂ ਦੇ, ਅਲੱਗ-ਅਲੱਗ ਮੱਤਾਂ ਦੇ, ਅਲੱਗ-ਅਲੱਗ ਮੱਤਾਂ ਦੇ ਜਿਹੜੇ ਛਤਰਧਾਰੀ ਨੇ, ਗੁਲਾਮ ਆਨ ਹੋਏ ਰਹੇ, ਮੇਰੇ ਗੁਲਾਮ ਨੇ। ਮੈਂ ਜਿੱਧਰ ਲਾ ਦਿੰਦਾ ਉਧਰ ਲੱਗੇ ਹੋਏ ਨੇ, ਮੇਰੇ ਅਧੀਨ ਨੇ। ਨਰਾਜ ਅਸ਼ੇਖ ਰਾਜ ਰਾਜ ਕਾਜ ਮੋਨ ਲਗਾਏ ਦੀਏ। ਬੇਅੰਤ ਐਸੇ ਮੈਂ ਰਾਜ ਦੇ ਆਪਣੇ ਕੰਮਾਂ 'ਚ ਮੇਰੇ ਹੁਕਮ ਨਾਲ ਕੰਮ, ਮੈਂ ਜਿਹੜਾ ਕੰਮ ਕਹਿਣਾ ਉਹਨੂੰ ਲੱਗੇ ਹੋਏ ਨੇ, ਉਵੇਂ ਕਰ ਰਹੇ ਨੇ ਜਿਵੇਂ ਮੈਂ ਕਹਿਣਾ। ਜਿਹੜੇ ਦੂਸਰੇ ਧਰਮ ਮੱਤਾਂ ਚਲਾਉਣ ਵਾਲੇ ਤੇ ਉਹ ਜਿਵੇਂ ਮੈਂ ਕਹਿਣਾ ਉਸ ਕੰਮ ਲੱਗੇ ਹੋਏ ਨੇ। ਅਨੰਤ ਤੀਰਥ ਨਹਾਤ ਅਛਿੰਨ ਪੁੰਨ ਮੈਂ ਕੀਏ। ਮੈਂ ਅਨੇਕਾਂ ਤੀਰਥਾਂ ਤੇ ਇਸ਼ਨਾਨ ਕਰ ਚੁੱਕਿਆ,
ਅਨੇਕਾਂ ਪੁੰਨਦਾਨ ਬਹੁਤ ਕੀਤੇ ਨੇ ਸਾਰੇ ਤੀਰਥਾਂ ਦੇ ਜਾ ਕੇ। ਅਛਿੰਨ ਪੁੰਨ ਮੈਂ ਕੀਏ। ਹਾਂ, ਛਿੰਨ ਪੁੰਨ ਮੈਂ ਕੀਏ, ਇੰਨੇ ਪੁੰਨ ਨਹੀਂ ਕੋਈ ਕਰ ਸਕਦਾ ਚੰਗੇ ਕੰਮ ਜਿੰਨੇ ਮੈਂ ਕੀਤੇ ਨੇ। ਅਨੰਤ ਛਤੀ ਆਣ ਉਹ ਆਪਣੀ ਪਿਛਲੀ ਕਹਾਣੀ ਸੁਣਾ ਕੇ ਉਹਨੂੰ ਦੱਸ ਰਿਹਾ ਨਾ। ਹਾਂ, ਮਛਿੰਦਰਨਾਥ ਨੂੰ। ਹਾਂ, ਅਨੰਤ ਛਤੀ ਆਣ ਛੈ ਦੁਰੰਤ ਰਾਜ ਮੈਂ ਕਰੋ। ਹਾਂ, ਅਨੰਤ ਜਿਹੜੇ ਛਤਰੀ ਨੇ ਸੰਸਾਰ ਦੇ ਵਿੱਚ, ਛਤਰੀ ਨੇ, ਛਤਰੀ ਧੱਕਾ ਕਰਦੇ ਹੁੰਦੇ ਸੀ ਅਸਲ 'ਚ। ਜਿਹਦੇ ਕੋਲ ਰਾਜ ਹੁੰਦਾ ਧੱਕਾ ਕਰੇ ਲੈਂਦੇ। ਰਾਜ ਦਾ ਨਸ਼ਾ ਹੀ ਐਸੀ ਚੀਜ਼ ਹੈ, ਜੇ ਥੋੜੀ ਬੁੱਧੀ ਵਾਲਿਆਂ ਨੂੰ ਧੱਕਾ ਛੇਤੀ ਹੋ ਬੁੱਧੀ ਛੇਤੀ ਖਰਾਬ ਹੋ ਜਾਂਦੀ ਹੈ। ਪਾਵਰ ਆ ਜਾਵੇ, ਬੁੱਧੀ ਇੰਨੀ ਨਾ ਹੋਵੇ, ਸਮਝ ਮਾਰਿਆ ਗਿਆ ਉਹਨੂੰ, ਫਿੱਟ ਨਹੀਂ ਆਉਂਦਾ ਰਾਜ। ਬੁੱਧੀ ਘੱਟ ਹੁੰਦੀ ਹੈ, ਮਨ ਹੋਸ਼ ਹੋ ਜਾਂਦਾ। ਥੋੜੀ ਬੁੱਧੀ ਹੋਵੇ, ਰਾਜ ਆ ਜਾਵੇ, ਬਹੁਤ ਖਤਰਨਾਕ ਹੈ ਰਾਜ ਹੋਣਾ। ਸ਼ਕਤੀ ਆਉਣੀ ਸੰਸਾਰੀ ਬੜੀ ਖਤਰਨਾਕ ਹੈ। ਹਾਂ, ਅਨੰਤ ਛਤੀ ਆਣ ਛੈ ਦੁਰੰਤ ਰਾਜ ਮੈਂ ਕਰੋ। ਹਾਂ, ਛਤਰੀਆਂ ਨੂੰ ਛੈ ਕਰਕੇ, ਅਨੇਕਾਂ ਛਤਰੀਆਂ ਨੂੰ ਮੈਂ ਮਾਰ ਕੇ ਦੇਖੋ ਸਾਰਿਆਂ ਦੇ ਰਾਜ ਕਰ ਰਿਹਾ। ਉਹ ਜ਼ੁਲਮ ਕਰਦੇ ਸੀ, ਮੈਂ ਪੁੰਨ ਕੀਤਾ। ਦੇਖੋ ਪੁੰਨ ਕਹਿੰਦੇ ਨਾ ਪਹਿਲਾਂ, ਅਛਿੰਨ ਪੁੰਨ ਜਿਹੜੇ ਛਤਰੀ ਧੱਕਾ ਕਰਦੇ ਸੀ, ਜ਼ੁਲਮ ਕਰਦੇ ਸੀ, ਉਹਨਾਂ ਨੂੰ ਮੈਂ ਮਾਰ ਕੇ ਜਿੱਤ ਕੇ ਮੈਂ ਚੰਗੇ ਕੰਮ ਪਾਸੇ ਲਾਇਆ ਹੋਇਆ, ਮਾੜਾ ਨਹੀਂ ਕੀਤਾ ਕੋਈ। ਖੈਰ ਇਹ ਗੱਲ ਉਹਦੀ ਠੀਕ ਵੀ ਸੀ, ਇੱਥੇ ਤੱਕ ਗੱਲ ਠੀਕ ਕਹਿ ਰਿਹਾ। ਆਪ ਨਹੀਂ ਜ਼ੁਲਮ ਕਰਦਾ ਸੀ, ਆਪ ਤਾਂ ਜੇ ਹੰਕਾਰ ਹੈ ਵਧ ਗਿਆ ਸੀ, ਬਸ ਹੋਰ ਨਹੀਂ ਸੀ ਕੋਈ। ਲਾਏ ਸਾਰੇ ਚੰਗੇ ਪਾਸੇ ਹੀ ਹੋਏ ਸੀ। ਸੋ ਕੋ ਤਿਉ ਜਹਾਨ ਮੈਂ ਸਮਾਜ ਜਾਉ ਤੇ। ਯਾਨੀ ਦੂਜਾ ਪੱਖਾ ਦਿਖਾ ਰਹੇ ਨੇ ਉਹਦਾ, ਪਾਰਸਨਾਥ ਦਾ। ਇੰਨਾ ਚੰਗਾ ਰਾਜਾ ਸੀ ਉਹ, ਨਾ ਆਪ ਧੱਕਾ ਕਰਦਾ ਸੀ, ਧੱਕਾ ਕਰਨ ਵਾਲਿਆਂ ਦਾ ਨਾਸ ਕਰਤਾ ਸੀ ਉਹਨੇ। ਧੱਕਾ ਕਰਾਉਣ ਵਾਲਾ ਨਹੀਂ ਸੀ, ਧੱਕਾ ਕਰਨ ਵਾਲੇ ਨੂੰ, ਜ਼ੁਲਮ ਕਰਨ ਵਾਲੇ ਨੂੰ ਸੰਰਕਸ਼ਣ ਦੇਣ ਵਾਲਾ ਨਹੀਂ ਸੀ। ਸੋ ਕੋ ਤਿਉ ਜ਼ੁਲਮ ਦੇ ਰਾਜ ਤੇ, ਜ਼ੁਲਮ ਦਾ ਰਾਜ ਦੀ ਜੜ ਪੱਟ ਦੇਣੀ ਹੈ। ਇਹ ਜ਼ਿਆਦਾ ਰੌਲਾ ਪਾਉਂਦੇ ਰਹਿੰਦੇ ਨੇ, ਜ਼ੁਲਮ ਨਾਲ ਟੱਕਰ ਲੈਂਦੇ ਹਾਂ ਅਸੀਂ ਅਕਾਲੀ। ਉਹ ਜ਼ੁਲਮ ਤਾਂ ਤੁਸੀਂ ਆਪ ਕਰਨ ਲੱਗ ਗਏ। ਆਪਣਾ ਜ਼ੁਲਮ ਨਹੀਂ ਲੱਗਦਾ ਤੁਹਾਨੂੰ। ਜ਼ੁਲਮ ਹੁੰਦਾ ਕੀ ਹੈ? ਜ਼ੁਲਮ ਦੀ ਪਰਿਭਾਸ਼ਾ ਆਪਣੀ ਆਪਣੀ ਨਹੀਂ ਹੁੰਦੀ। ਜੇ ਮੈਂ ਕਰਾਂ ਉਹ ਜ਼ੁਲਮ ਨਹੀਂ, ਜਿਹੜਾ ਦੂਆ ਕਰੇ ਪੁੰਨ ਦਾ ਕੰਮ ਉਹ ਵੀ ਜ਼ੁਲਮ ਹੈ। ਇੱਦਾਂ ਨਹੀਂ ਹੈ, ਜ਼ੁਲਮ ਹੀ ਹੁੰਦਾ। ਅੰਦਰ ਸਾਰਾ ਜਾਣਦੇ ਨੇ, ਅੰਦਰ ਜਿਹੜਾ ਅੰਤਰਾਤਮਾ ਸਭ ਜਾਣਦੀ ਹੁੰਦੀ ਹੈ। ਇਹ ਲੁਕੋਏ ਤੇ ਨਹੀਂ ਲੁਕਦੇ ਹੁੰਦੇ ਜ਼ੁਲਮ, ਔਰ ਲੁਕਾਉਣੇ ਚੰਗੇ ਵੀ ਨਹੀਂ ਹੁੰਦੇ। ਸੋ ਕੋ ਤਿਉ ਜਹਾਨ ਮੈਂ ਸਮਾਜ ਜਾਉਣ ਤੇ ਟਰੂੰ। ਸੁਕੋਤ, ਸੋ ਕੋ ਤਿਉ ਜਹਾਨ ਮੈਂ। ਹਾਂ, ਸੋ ਕੌਣ ਹੈ ਤਿੰਨਾਂ ਜਹਾਨਾਂ ਦੇ ਵਿੱਚ? ਤਿੰਨਾਂ ਲੋਕਾਂ 'ਚ ਐਸਾ ਕੌਣ ਹੈ ਉਹ? ਸਮਾਜ ਜਾਉਣ ਤੇ ਟਰੂੰ। ਜਿਹੜਾ ਸਮਾਜ ਵਿੱਚ ਜਿਹੜਾ ਮੇਰੇ ਡਰ ਤੋਂ ਕੰਬਦਾ ਨਹੀਂ ਹੈ, ਮੇਰੇ ਡਰ ਤੋਂ ਕੰਬਦਾ ਨਹੀਂ ਆ, ਮੈਨੂੰ ਦੇਖ ਕੇ ਹਥਿਆਰ ਨਹੀਂ ਸਿੱਟ ਦਿੰਦਾ, ਇਹ ਗਲਤ ਕੰਮ ਤੋਂ ਮੈਨੂੰ ਦੇਖ ਕੇ ਹਟ ਨਹੀਂ ਜਾਂਦਾ। ਟਰ ਜਾਣਾ, ਹਟ ਜਾਣਾ ਹੁੰਦਾ। ਗਲਤ ਕੰਮ ਕਰਦਾ, ਧੱਕਾ ਕਰਦਾ ਹੈ, ਮੈਨੂੰ ਹੁਣ ਸੁਣ ਕੇ ਹੀ ਮੇਰਾ ਨਾਂ ਹਟ ਜਾਂਦੇ ਨੇ ਲੋਕ। ਹਾਂ।